ਬਾ ਬਜਤ ਬਾਦ ਨਾ ਨਜਤ ਨਾਦ। ਬਾ ਬਜਤ ਬਾਦ ਬਜਤ ਬਾਦ ਨਾਲ ਬਾਜੇ ਵੱਜਦੇ ਨੇ। ਬਾਜੇ ਕੀ ਵੱਜਦੇ ਨੇ? ਆ ਜਿਹੜੇ ਕਹਿੰਦੇ ਨੇ ਬਾਜੇ ਵੱਜਦੇ ਨੇ ਸਮਾਧੀ 'ਚ, ਉਹ ਬਾਜੇ ਨੇ ਐ ਵੱਜਦੇ ਨੇ। ਜਿਹੜੇ ਕਹਿੰਦੇ ਨੇ 7 ਪ੍ਰਕਾਰ ਦੇ ਉਹ ਸ਼ਬਦ, 5 ਸ਼ਬਦ ਜਿਹੜੇ ਕਹਿੰਦੇ ਨੇ ਰਾਧਾ ਸੁਆਮੀ 5 ਸ਼ਬਦ ਹੈ, 5 ਸੁਪਰੀਮ। ਇਹ ਸ਼ਬਦ 2 ਚੀਜ਼ਾਂ ਨਾਲ ਨਹੀਂ ਵੱਜਦਾ, ਇੱਕੋ ਚੀਜ਼ ਨਾਲ ਵੱਜਦਾ। ਕੋਈ ਵੀ ਸ਼ਬਦ 2 ਚੀਜ਼ਾਂ ਬਿਨਾਂ ਪ੍ਰਗਟ ਨਹੀਂ ਹੋ ਸਕਦਾ। ਤੱਤ ਵਿੱਚ ਜਿਹੜਾ ਪੈਦਾ ਹੁੰਦਾ, ਪਵਨਾ ਔਰ ਆਕਾਸ਼ ਬਿਨਾਂ ਸ਼ਬਦ ਨਹੀਂ ਪੈਦਾ ਹੁੰਦਾ। ਮਾਇਆ ਦਾ ਜਿਹੜਾ ਕੰਨਾਂ ਨੂੰ ਸੁਣਨ ਵਾਲਾ, ਪਵਨਾ ਬੋਲਾ ਗਗਨ ਗਰਜ ਹੈ। ਬੋਲਦਾ ਬਾਹਰ ਜੋ ਬੋਲ ਹੈ ਸਾਡਾ, ਇਹ ਪੌਣ ਕੀ ਬਾਣੀ ਹੈ, ਹਵਾ ਹੀ ਹੈ ਨਾ, ਹਵਾ ਹੀ ਹੈ। ਹਵਾ ਘੁੰਮਦੀ ਹੈ ਤੇ ਆਕਾਸ਼ ਟਕਰਾਉਂਦੀ ਹੈ, ਆਕਾਸ਼ ਗਰਜਨ ਪੈਦਾ ਕਰਦਾ। ਉਧਰ ਮਨ ਪਵਨਾ ਬੋਲਦਾ, ਹਿਰਦੇ ਦਾ ਗਗਨ ਗਰਜਦਾ। ਜਿਹੜਾ ਮਨ ਪਵਨ ਪਰਮੇਸ਼ਰ ਦਾ ਬੋਲਦਾ ਨਾ, ਪਰਮੇਸ਼ਰ ਦਾ ਮਨ ਸਾਡੇ, ਉਹਦੀ ਮਰਜ਼ੀ ਬੋਲਦੀ ਹੈ, ਉਹਦਾ ਮਨੇ ਬੋਲਦਾ। ਜਿਹੜਾ ਉਹਦਾ ਹੁਕਮ ਉਹਦਾ ਮਨੇ ਹੈ। ਉਹ ਇਹ ਨਾ ਸੋਚਿਓ ਵੀ ਸਾਡਾ ਹੀ ਮਨ ਹੈ, ਉਹਦਾ ਮਨ ਹੈ ਸ੍ਰਿਸ਼ਟੀ। ਮਰਜ਼ੀ ਉਹ ਮਨ ਹੁੰਦੀ ਹੈ, ਉਹਦੀ ਮਰਜ਼ੀ ਦਾ ਪ੍ਰਗਟ ਰੂਪ ਸ੍ਰਿਸ਼ਟੀ ਹੈ। ਸ੍ਰਿਸ਼ਟੀ ਹੁਕਮ ਜੋ ਹੈ, ਹੁਕਮ ਹੈ ਉਹਦਾ ਮਨ ਹੈ। ਹੁਕਮ ਜੋ ਆਉਂਦਾ ਹੈ ਉਹ ਟਕਰਾਉਂਦਾ ਸਾਡੇ ਹਿਰਦੇ 'ਚ, ਉੱਥੋਂ ਸ਼ਬਦ ਪੈਦਾ ਹੁੰਦਾ। ਉਹ ਗਗਨ ਗਰਜਾ, ਗਗਨ 'ਚ ਗਰਜਨ ਪੈਦਾ ਹੁੰਦੀ ਹੈ। ਸੁਣਨ ਵਾਲਾ ਗਗਨ ਨਾਲ ਜੁੜਿਆ ਹੋਇਆ, ਸੁਣਨ ਵਾਲਾ ਵੀ ਤਾਂ ਜੋਤ ਤੇ ਜੋਤ ਟਕਰਾ ਕੇ ਸ਼ਬਦ ਨਹੀਂ ਪੈਦਾ ਹੁੰਦਾ। ਜੋਤ ਤੇ ਜੋਤ ਟਕਰਾ ਕੇ ਸ਼ਬਦ ਨਹੀਂ ਪੈਦਾ ਹੁੰਦਾ। ਜੋਤ ਵਾਲੇ ਗਗਨ 'ਚ ਟਕਰਾ ਕੇ ਪੈਦਾ ਹੁੰਦਾ। ਜੋਤ ਦੇ ਵਿੱਚ ਗਗਨ ਹੈ, ਜੋਤ ਵਿੱਚ ਵੀ ਤਾਂ ਗਗਨ ਹੈ ਨਾ। ਜੋਤ ਗਗਨ ਤੇ ਸਵਾਰੀ ਕਰਦੀ ਹੈ ਨਾ। ਜਿਹੜਾ ਪੀਤਾੰਬਰ ਪੀਤਾ ਹੋਇਆ ਅੰਬਰ ਹੈ ਜੋਤ ਨੇ, ਉਹ ਸ਼ਬਦ ਪੈਦਾ ਕਰਦਾ। ਤਾਂ ਕਰਕੇ ਮਨ ਦੇ ਅੰਦਰੋਂ ਸ਼ਬਦ ਪੈਦਾ ਹੁੰਦਾ, ਬਾਹਰੋਂ ਨਹੀਂ ਹੁੰਦਾ, ਕਿਉਂਕਿ ਅੰਬਰ ਅੰਦਰ ਹੈ। ਨਹੀਂ ਸਮਝ ਆਉਣੀ ਗੱਲ ਸ਼ਾਇਦ। ਜਿਹੜਾ ਪੀਤਾ ਹੋਇਆ ਉਹ ਤਾਂ ਅੰਦਰ ਹੈ। ਢੋਲਕ ਦੇ ਆਕਾਸ਼ ਅੰਦਰ ਹੈ। ਜੇ ਅੰਦਰ ਆਕਾਸ਼ ਨਾ ਹੋਵੇ ਸ਼ਬਦ ਨਹੀਂ ਪੈਦਾ ਹੁੰਦਾ। ਆਕਾਸ਼ ਤਾਂ ਅੰਦਰ ਹੈ, ਢੋਲ ਪੋਲਾ ਹੈ। ਉਹ ਪੋਲੇ 'ਚੋਂ ਸ਼ਬਦ ਪੈਦਾ, ਪੋਲੇ ਕਰ ਪੁਲਾੜ ਕਰਕੇ ਪੈਦਾ ਹੁੰਦਾ ਸ਼ਬਦ। ਜੇ ਢੋਲਕ ਪੋਲੀ ਨਾ ਹੋਵੇ, ਸ਼ਤੀਰ ਤੇ ਵੱਢ ਕੇ ਉਹ ਬਰਾਬਰ ਉਹ ਲਾ ਦਈਏ ਚਮੜਾ, ਕਿਵੇਂ ਸ਼ਬਦ ਪੈਦਾ ਹੋ ਜੂ? ਹੱਥ ਤਾਂ ਚਮੜੇ ਤੇ ਵੱਜ ਰਿਹਾ ਨਾ, ਆਵਾਜ਼ ਕਿਉਂ ਨਹੀਂ ਪੈਦਾ ਹੋ ਰਹੀ? ਥਰਾੜ ਨੇ ਉਹਨੇ ਤਾਂ ਥਰਾਉਣਾ ਹੀ ਹੈ। ਉਹ ਕੀ ਕਹਿੰਦੇ, ਚੋਟ ਜਬ ਸੈਂਟੇ ਪੇ ਲੱਗੀ। ਜਿਹੜਾ ਉਹ ਬਣਾਇਆ ਨਾ ਧੁਨੀ, ਉਹ ਬਣਾਉਂਦੇ ਨੇ ਤਾਰ ਉਹਦੀ ਚਮੜੇ ਦੀ, ਜਦੋਂ ਰੂਪ ਇੰਜਣ ਵਾਲਾ। ਉਹ ਕਵੀ ਕਹਿੰਦੇ ਚੋਟ ਜਬ ਸੈਂਟੇ ਪੇ ਲਗੀ ਤੋ ਧੁਨਕ ਥਰਾਣੇ ਲਗੀ। ਉਹ ਥਰਾਉਂਦੀ ਹੈ ਨਾ ਤਾਰ, ਤਾਰ ਆਕਾਸ਼ ਵਿੱਚ ਥਰਾਉਂਦੀ ਹੈ ਤਾਂ ਆਵਾਜ਼ ਆਉਂਦੀ ਹੈ, ਹਿਲ ਰਹੀ ਹੈ ਆਕਾਸ਼ ਦੇ ਵਿੱਚ। ਧੁਨਕ ਥਰਾਣੇ ਲਗੀ, ਫਿਰ ਤੋਂ ਮੈਂ ਕੀ ਜਗ੍ਹਾ ਤੂੰ ਕੀ ਸਦਾ ਆਣੇ ਲਗੀ। ਬੱਕਰੇ ਦੀ ਗੱਲ ਕਰਦਾ, ਬੱਕਰਾ ਮੈਂ ਕਰਦਾ ਸੀ। ਬੱਕਰਾ ਕੱਟ ਲਿਆ, ਕੁਝ ਹੱਡੀਆਂ ਨੇ, ਕੋਈ ਖਾ ਗਿਆ, ਕੋਈ ਕੁਛ ਖਾ ਗਿਆ। ਚਮੜਾ ਉਹ ਲੈ ਗਿਆ, ਚਮੜਾ ਢੋਲਕ ਤੇ ਚੜ ਗਿਆ, ਤੇ ਕੁਛ ਉਹ ਲੈ ਗਿਆ, ਪੀਂਜਾ ਲੈ ਗਿਆ, ਉਹਨੇ ਤਾਰ ਬਣਾ ਲਈ। ਤਾਰ ਬਣਾ ਕੇ ਉਹ ਤਾੜੇ ਤੇ ਚੜ੍ਹ ਲਈ। ਤਾੜੇ ਤੇ ਸਾਰੀ ਕਵਿਤਾ ਲਿਖਦਾ ਉਹ ਬੱਕਰੇ ਦੀ ਜ਼ਿੰਦਗੀ ਦੀ। ਜਦ ਕਹਿੰਦਾ ਚੋਟ ਸੈਂਟੇ ਪੇ ਲਗੀ, ਉਹ ਸੈਂਟਾ ਹੁੰਦਾ ਨਾ, ਤਾਂ ਧੁਨਕ ਥਰਾਣੇ ਲਗੀ। ਫਿਰ ਤਾਂ ਮੈਂ ਕੀ ਜਗ੍ਹਾ ਤੂੰ ਕੀ ਸਦਾ ਆਣੇ ਲਗੀ। ਬੱਕਰਾ ਵੀ ਆਖਰ ਤੂੰ ਤੇ ਹੀ ਮਰ ਕੇ ਤੂੰ ਕਹੀਂ ਜਿਉਂਦਾ ਹੀ ਕਹਿ ਦਿੰਦਾ। ਐਂ ਕਹਿੰਦਾ ਉਹ, ਮਰ ਕੇ ਵੀ ਤਾਂ ਤੂੰ ਕਹਿਣਾ, ਜਿਉਂਦੇ ਨੇ ਕਿਹਾ ਨਹੀਂ ਇੱਕ ਦਿਨ ਵੀ।
ਜਿਉਂਦਾ ਮੈਂ ਕਹਿੰਦਾ ਰਿਹਾ। ਗੱਲ ਉਹ ਵੀ ਕਿਤੇ ਕਰ ਰਿਹਾ, ਕਵੀ ਵੀ ਕਿੱਥੇ ਬੋਲ ਰਿਹਾ, ਆਦਮੀ ਨੂੰ ਸੰਬੋਧਨ ਕਰ ਰਿਹਾ, ਆਪਣੇ ਤਰੀਕੇ ਨਾਲ ਕਰ ਰਿਹਾ। ਬਹੁ ਬਜਤ ਬਾਦ ਨਾ ਨਜਤ ਨਾਦ। ਬਾਦ ਵੱਜਦਾ, ਬਾਜਾ ਵੱਜਦਾ, ਬਾਦ ਵਜਾਉਣ ਵਾਲੇ ਜੰਤਰ ਨੂੰ ਕਹਿੰਦੇ ਨੇ। ਜਦ ਅਸੀਂ ਬੋਲਦੇ ਹਾਂ ਬਾਦ ਬਾਦ, ਉਹ ਵੀ ਬਾਦ ਕਹਿੰਦੇ ਨੇ। ਯਾਨੀ ਇੱਕ ਆਵਾਜ਼ ਆ ਰਹੀ ਹੈ, ਬਾਦ ਵਿਰੋਧੀ ਆਵਾਜ਼ ਆ ਰਹੀ ਹੈ, ਸੰਸਾਰ ਤੋਂ ਵਿਰੋਧੀ ਆਵਾਜ਼ ਆ ਰਹੀ ਹੈ। ਸੰਸਾਰ 'ਚ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਨਾ ਸਾਡੀ ਮਰਜ਼ੀ ਦੀਆਂ, ਸਾਡੇ ਅੰਦਰੋਂ, ਉਹਦੇ ਵਿਰੋਧੀ, ਉਹਨੂੰ ਦਬਾਉਣ ਵਾਸਤੇ ਆਵਾਜ਼ ਆ ਰਹੀ ਹੈ ਵੀ ਮੈਂ ਨਾ ਕਹੋ, ਤੂੰ ਕਹੋ। ਗੁਰਬਾਣੀ ਕੀ ਹੈ? ਇਹ ਵਿਰੋਧੀ ਆਵਾਜ਼ ਕਰਦੀ ਹੈ, ਆਵਾਜ਼ ਬਦਲ ਨੂੰ ਕਹਿੰਦੀ ਹੈ, ਹੋਰ ਤਾਂ ਕੁਛ ਨਹੀਂ ਕਹਿੰਦੀ। ਨਾ ਨਜਤ ਨਾਦ। ਅਸਲ ਬਾਤ ਕੀ ਵੱਜਦਾ? ਉਹ ਜਿਹੜਾ ਨਾਦ ਵੱਜਦਾ ਤੇਰੇ ਬਿਲਕੁਲ ਨੇੜੇ, ਉਸ ਨੂੰ ਵਾਜਾ ਕਿਹਾ ਹੋਇਆ। ਨਾਦ ਸੁਨ ਸਮਾਦ ਅਨਹਦ ਤਹਿ ਨਾਦ, ਉੱਥੇ ਹੀ ਨਾਦ ਹੈ। ਉਹ ਆ ਗੱਲ ਐਂ ਕਹੀ ਹੋਈ ਹੈ ਜਿਹੜੀ ਕਹਿੰਦੇ ਸੁਨ ਸਮਾ ਤਾਂ ਹੈ, ਉਹ ਸੁਨ ਸਮਾ ਤਾਂ ਪਹਿਲਾਂ ਹੀ ਸੀ। ਜਦ ਨਾਦ ਪ੍ਰਗਟ ਹੋਇਆ ਸਹਿਜ ਹੋ ਗਿਆ। ਜਦ ਨਾਦ ਪ੍ਰਗਟ ਹੋਇਆ ਤਾਂ ਸਹਿਜ ਹੋ ਗਿਆ। ਹੁਣ ਨਾਦ ਸੁਣਦਾ, ਉਹਦੇ ਗਿਆਨ ਲੈਂਦਾ, ਸਹਿਜ ਹੋ ਗਿਆ ਨਾ। ਸਹਿਜ ਕਿਹਨੇ ਕੀਤਾ? ਜਾਗਤੇ ਕੋ ਜਾਗਤਾ ਮਿਲਿਆ। ਸੁਣ ਜਾਗਿਆ, ਉਹ ਸੁਣ ਕੇ ਨਾਦ। ਉਹ ਸਤਿਗੁਰ ਜਿਹੜਾ ਜਾਗਦਾ, ਸੱਚਖੰਡ ਜਾਗਦੇ ਨੇ ਜਿਹੜੇ ਸਾਰੇ, ਉਹਨਾਂ ਦੀ ਗੱਲ ਸੁਣ ਕੇ ਜਾਗਿਆ ਹੈ, ਜਾਗੇ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ। ਜਾਗਤੇ ਕੋ ਜਾਗਤਾ ਮਿਲਿਆ, ਮਿਲ ਗਿਆ ਨਾ। ਸੂਤੇ ਕੋ ਸੂਤਾ ਤਾਂ ਮਿਲਿਆ ਹੈ, ਤਾਂ ਸੂਤਾ ਤਾਂ ਮਾਇਆ ਨਾਲ ਮਿਲਿਆ, ਤਾਂ ਮਾਇਆ ਵੀ ਜੀਰੋ ਹੈ, ਸੁਣਨਾ ਇਹ ਵੀ ਸੁਣਨਾ, ਇਹਦੇ ਦੋਵੇਂ ਮਾਇਆ ਚ ਨੇ। ਜਾਗਤੇ ਕੋ ਜਾਗਤਾ ਮਿਲੇ। ਹਾਂ, ਨਾ ਨਜਤ ਨਾਦ ਆ ਉਠਤ ਰਾਗ। ਦੇਖੋ ਨਾਦ ਦੇ ਨਾਲੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ, ਆ ਉਠਤ ਰਾਗ। ਉਠਤ ਰਾਗ, ਜਦ ਰਾਗ ਪੈਦਾ ਹੋ ਗਿਆ ਐ ਆਉਂਦਾ ਰਾਗ। ਕਹਿੰਦੇ ਰਾਗਮਾਲਾ ਹੈ ਨਹੀਂ, ਇਹਨਾਂ ਨੂੰ ਕੀ ਪਤਾ? ਰਾਗਮਾਲਾ ਨਾਮ ਦੇ ਨਾਲ ਜੁੜੀ ਹੋਈ ਹੈ, ਜਿਹਨੂੰ ਨਾਮ ਦਾ ਨਹੀਂ ਪਤਾ ਉਹਨੂੰ ਰਾਗਮਾਲਾ ਦਾ ਕੀ ਪਤਾ ਕੀ ਹੁੰਦੀ। ਪਰ ਉਹ ਜਿਹੜਾ ਰਾਗ ਹੈ ਉਹ ਹੋਰ ਹੈ, ਸੰਸਾਰੀ ਰਾਗ ਹੋਰ ਹੈ। ਸੰਸਾਰੀ ਰਾਗ ਨੂੰ ਹਰਾਮ ਕਿਹਾ ਹੋਇਆ ਇਸਲਾਮ ਨੇ, ਕਿਉਂ ਸੰਸਾਰੀ ਦੇਖਿਆ ਉਹਨਾਂ ਨੇ ਰਾਗ। ਇਸਲਾਮ ਵਾਲੇ ਨੂੰ ਨਾਦ ਹੈ ਜੋ ਸੁਣਿਆ ਨਹੀਂ, ਉਹ ਕੱਚੀਆਂ ਗੱਲਾਂ ਨੇ ਉਹ ਰਾਗ ਦੇ ਵਿੱਚ। ਮੂਰਖ ਹੋਇਆ ਜੋ ਤਿਨਕੀ ਰੀਸ ਕਰੇ, ਹਾਂ ਤਿਨਕੀ ਰੀਸੇ ਕੱਚ ਪਿੱਛ ਬੋਲਦੇ, ਉਹ ਕੱਚ ਪਿੱਛ ਬੋਲਦੇ ਨੇ। ਉਹ ਇਸਲਾਮ ਨੇ ਤਾਂ ਕੀਤਾ ਹੋਇਆ ਹਰਾਮ। ਜਾਂ ਗੁਰੂ ਨਾਨਕ ਵਾਲਾ ਨਾ ਸੁਣਿਆ, ਕਹਿੰਦੇ ਨਹੀਂ ਇਹ ਠੀਕ ਹੈ, ਅਸੀਂ ਸੁਣਿਆ ਹੀ ਨਹੀਂ। ਉਹ ਕਹਿੰਦੇ ਭਾਈ ਸੁਣ ਤਾਂ ਲਓ, ਪਹਿਲਾਂ ਇੱਟਾਂ ਮਾਰੀਆਂ ਬਗਦਾਦ, ਜਾਂ ਰਾਗ ਛੇੜਿਆ, ਬੋਲੇ ਜੋ ਕੁਛ ਨਹੀਂ। ਉਹ ਕਹਿੰਦੇ ਸੁਣ ਲਓ, ਸੁਣ ਕੇ ਫਿਰ ਇੱਟਾਂ ਕੀ ਮਾਰਨੀਆਂ, ਜਿਹੜੀ ਸਜ਼ਾ ਦੇਣੀ ਹੈ ਤੁਸੀਂ ਦੇ ਦਿਓ। ਇਹ ਤੁਸੀਂ ਸੁਣਿਆ ਨਹੀਂ ਅਜੇ, ਨਵੀਂ ਚੀਜ਼। ਸਾਨੂੰ ਪਤਾ ਹੈ ਵੀ ਤੁਹਾਡੇ ਇਹ ਰਾਗ ਜਿਹੜਾ ਹੈ ਹਰਾਮ ਹੈ, ਪਰ ਤੁਹਾਨੂੰ ਹਰਾਮ ਨਹੀਂ ਹਲਾਲ ਵਾਲਾ ਸੁਣਾਉਣਾ ਹੈ। ਜੇ ਕੋਈ ਚੀਜ਼ ਹਰਾਮ ਹੈ ਤਾਂ ਹਲਾਲ ਵੀ ਹੈ। ਬਈ ਸਿੱਕੇ ਦਾ ਇੱਕ ਪਾਸਾ ਤਾਂ ਹੁੰਦਾ ਹੀ ਨਹੀਂ, ਦੋ ਪਾਸੇ ਹੋਣੇ। ਜੇ ਹਰਾਮ ਹੈ ਤਾਂ, ਬਲਕਿ ਜੇ ਹਲਾਲ ਹੈ ਹਰਾਮ ਤਾਂ ਹੈ। ਹਰਾਮ ਤਾਂ ਬਾਅਦ ਚ ਹੈ। ਕੁਰਾਨ ਤੁਹਾਡੀ ਰਾਗ ਚ ਨਹੀਂ। ਕਹਿੰਦੇ ਹਾਂ, ਜਦ ਆਵਾਜ਼ ਦਿੰਦੇ ਹੋ ਰਾਗ ਚ ਨਹੀਂ ਦਿੰਦੇ ਤੁਸੀਂ, ਚੜ ਕੇ ਦਿੰਦੇ ਆ, ਫਿਰ ਉਹ ਹਰਾਮ ਹੈ। ਫਿਰ ਸੋਚਣ ਲੱਗੇ ਉਹੀ ਗੱਲ ਹੈ। ਕੁਰਾਨ ਦੀ ਵੀ ਤਾਂ ਰਾਗ 'ਚ ਹੈ। ਤੁਸੀਂ ਸੁਰ ਲਾਇਆ, ਸੁਰ ਦੇ ਵਿੱਚ ਬਾਂਗ ਦਿੰਦੇ ਹੋ, ਉਹੀ ਗੱਲ ਇਹ ਕਰਦੇ ਹਾਂ ਅਸੀਂ। ਫਿਰ ਟਿਕ ਗਏ, ਫਿਰ ਸੁਣਿਆ, ਫਿਰ ਉਹ ਮੰਨੇ ਵੀ ਹਾਂ ਠੀਕ। ਪਰ ਉਹਨਾਂ ਨੇ ਜੋ ਸੁਣਿਆ ਸੀ
ਉਹ ਇਸ਼ਕ ਹਕੀਕੀ ਨੂੰ ਸੰਸਾਰੀ ਨਾ ਹਕੀਕੀ ਦਾ ਲੈਂਦੇ ਤੇ ਗੱਲ ਸੰਸਾਰੀ ਹੋ ਸੀ ਸਾਰੀ, ਤਾਂ ਹਰਾਮ ਕਰਾਰ ਦਿੱਤਾ ਸੀ ਉਹਨਾਂ ਨੇ। ਜਿਵੇਂ ਸਾਡੇ ਆ ਹੁਣ ਨੱਚਣੇ ਨੂੰ ਕਾਹਦੇ ਸਾਡੇ ਕੰਡੈਮ ਕਰਤਾ, ਜਿਹੜੇ ਨਿਰਤਕਾਰੀ ਸੀ ਕਾਹਦੇ ਕੰਡੈਮ ਕਰਤਾ, ਕਰਪਸ਼ਨ ਆ ਗਈ ਸੀ ਵਿੱਚ। ਕਹਿੰਦੇ ਨਾਚਣਾ ਹੈ ਤਾਂ ਮਨ ਸੋ ਨੱਚ ਹੈ, ਸਰੀਰ ਨੂੰ ਅੱਡ ਕਰਕੇ ਮਨ ਔਰ ਬੁੱਧੀ ਨੱਚਣ ਕਰ ਲਿਆ। ਮਨ ਸੋ ਨੱਚ, ਕੌਣ ਨੱਚਾ? ਬੁੱਧੀ। ਬੁੱਧੀ ਔਰ ਮਨ ਨੱਚਣ, ਦੇਖਣ ਨਾ ਕਿਸੇ ਨੂੰ ਦਿਖਾ ਕੇ ਕੀ ਫਾਇਦਾ? ਕਿਸੇ ਨੂੰ ਦਿਖਾਉਣ ਖਾਤਰ ਨੱਚੀਦਾ ਹੁੰਦਾ। ਅੱਕਾ ਆਪਣੇ ਆਨੰਦ ਵਾਸਤੇ ਨੱਚੀਦਾ। ਜੇ ਆਪਣੇ ਆਨੰਦ ਵਾਸਤੇ ਨੱਚਣਾ, ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ। ਜੇ ਕਿਸੇ ਨੂੰ ਦਿਖਾਉਣਾ ਫਿਰ ਤਾਂ ਤੁਸੀਂ ਪ੍ਰਦਰਸ਼ਨ ਕਰਨਾ, ਕਿਸੇ ਨੂੰ ਖੁਸ਼ ਕਰਨਾ, ਕਿਸੇ ਤੇ ਪ੍ਰਭਾਵ ਪਾਉਣਾ। ਉਹ ਪ੍ਰਭਾਵ ਚੋਂ ਆਪਣੀ ਵਡਿਆਈ ਲੈਣੀ ਆ ਜਾਂ ਪੈਸੇ ਲੈਣੇ ਨੇ, ਉਹ ਨਹੀਂ, ਉਹ ਪ੍ਰਮਾਣ ਨਹੀਂ ਕੀਤਾ। ਹਾਂਜੀ। ਉਠਤ ਰਾਗ ਉਪਟਤ ਸੁਹਾਗ, ਆ ਕੇ ਰਾਗ ਉੱਠਿਆ ਹੁੰਦਾ ਆਪੇ ਹੀ, ਰਾਗ ਆਪੇ ਪੈਦਾ ਹੋ ਜਾਂਦਾ। ਜਦ ਗਿਆਨ ਪ੍ਰਚੰਡ ਹੁੰਦਾ, ਰੋਸ਼ਨੀ ਤਾਂ ਆਉਂਦੀ ਹੈ, ਸੇਕ ਆਪੇ ਆ ਜਾਂਦਾ। ਕਿਉਂਕਿ ਰੋਸ਼ਨੀ ਪੈਦਾ ਕਰਦੇ ਹਾਂ ਕਿ ਆਪਾਂ ਸੇਕ ਪੈਦਾ ਕਰਦੇ ਹਾਂ। ਲਾਈਟ ਜਗਾ ਕੇ ਰੋਸ਼ਨੀ ਦੀ ਲੋੜ ਹੁੰਦੀ ਹੈ, ਫਿਰ ਸੇਕ ਤਾਂ ਆਪੇ ਹੋ ਜਾਂਦਾ। ਰਾਗ ਤੋਂ ਸੇਕ ਮਾਰਦਾ। ਰਾਗ ਇੱਕ ਐਸੀ ਚੀਜ਼ ਹੈ, ਸੇਕ ਮਾਰਦਾ। ਜੇ ਢਾਡੀ ਬੋਲਦੇ ਨੇ ਨਾ, ਸੇਕ ਆਉਂਦਾ 12 ਦੇ ਵਿੱਚ। ਸੁਰ ਨਾ ਹੋ ਜਾ, ਜੇ ਰਾਗ ਵਿੱਚ ਕਰਨ ਤਾਂ ਸੇਕ ਆਉਂਦਾ, ਜੇ ਊਂ ਪੜ੍ਹ ਲਈਏ ਤਾਂ ਸੇਕ ਆਉਂਦਾ ਨਹੀਂ। ਉਹੀ ਵਾਰ ਨੂੰ ਤੁਸੀਂ ਊਂ ਪੜ੍ਹ ਲਓ, ਸੇਕ ਨਹੀਂ ਆਉਂਦਾ। ਪਰ ਜੇ ਢਾਡੀ ਪੜ੍ਹਨਗੇ, ਗਰਮ ਹੋ ਜਾਣਗੇ ਸਾਰੇ, ਜੋਸ਼ ਹੋ ਜਾਊਗਾ। ਜੋਸ਼ ਸੇਕ ਇਹ ਹੁੰਦਾ। ਹਾਂਜੀ। ਉਫਟਤ ਸੁਹਾਗ, ਉਫਟਤ ਸੁਹਾਗ, ਸੁਹਾਗ ਫੁੱਟਦਾ। ਸੁਹਾਗ ਕੀ ਸੀ? ਸੁਹਾਗ ਹਰੀਓ ਸੀਗਾ, ਉਹ ਪੂਰਨ ਬ੍ਰਹਮ ਸੁਹਾਗ ਸੀ। ਉਹਨੇ ਫੁੱਟਿਆ, ਪੇਟ ਬਣਿਆ। ਹੁਣ ਉਫਟ ਤੋਂ ਉੱਪਰ ਹੋ ਗਿਆ, ਫੁੱਟ ਗਿਆ। ਫੁੱਟਿਆ ਤਾਂ ਹੁਣ ਵੀ ਹੈ, ਪਰ ਹੁਣ ਸਦਾ ਜੀਵਨ ਵਾਸਤੇ ਫੁੱਟਿਆ। ਸੁਹਾਗ ਸਦਾ ਸੁਹਾਗਣ ਹੋਣ ਵਾਸਤੇ ਫੁੱਟਿਆ। ਉਹ ਸਦਾ ਸੁਹਾਗਣ ਕਰਨ ਵਾਸਤੇ ਜੰਮਿਆ ਨਾ। ਇੱਕ ਹੋਏ ਤਾਂ ਉਗਵੇ, ਨਾਮ ਹੋਊ ਜਦੇ ਉਗੂ, ਨਾਮ ਨਾਲੇ ਉਗਣਾ। ਰਾਗ ਪਹਿਲਾਂ ਪੈਦਾ ਹੋਇਆ, ਸੁਹਾਗ ਬਾਅਦ 'ਚ ਪੈਦਾ ਹੋਇਆ। ਰਾਗ ਪਹਿਲਾਂ ਪੈਦਾ ਹੋਇਆ, ਗਾਉਣ ਵਾਲਾ ਨਾਲ ਹੀ ਪੈਦਾ ਹੋਇਆ ਬਾਅਦ 'ਚ। ਗਾਉਂਦਾ ਕੀ ਹੈ? ਗਾਉਂਦਾ ਹੀ ਰਾਗ ਗਾਉਂਦਾ, ਉੱਡਦਾ ਹੀ ਰਾਗ ਗਾਉਂਦਾ। ਹਾਂ, ਬੋਲੇ ਭਲੀ ਬਾਣੀ, ਭਲੀ ਬਾਣੀ ਬੋਲਦਾ। ਛਕਤ ਸੂਰ ਬਹੁ ਭ੍ਰਮਤ ਹੂਰ, ਛਕਤ ਸੂਰ, ਜਿੰਨੇ ਸੂਰਮੇ ਨੇ, ਜਿਨ੍ਹਾਂ ਨੂੰ ਨਾਮ ਹਜ਼ਮ ਹੁੰਦਾ, ਉਹ ਆਨੰਦ ਹੋ ਰਹੇ ਨੇ। ਜਿਨ੍ਹਾਂ ਨੂੰ ਮਿੱਠਾ ਲੱਗਦਾ, ਆਨੰਦ ਹੋ ਰਹੇ ਨੇ। ਛਕਤ ਸੂਰ, ਸੂਰ ਉਹੀ ਨੇ। ਸੂਰਾ ਸੋ ਬਰਿਆਮ, ਜਿਹੜੇ ਗੁਰਮੁਖ ਨੇ, ਉਹ ਆਨੰਦ ਹੋ ਰਹੇ ਨੇ। ਉਹਨਾਂ ਨੂੰ ਗੱਲ ਹਜ਼ਮ ਆ ਰਹੀ ਹੈ। ਜਿਹਨੂੰ ਹਜ਼ਮ ਆ ਰਹੀ ਹੈ, ਮਿੱਠੀ ਲੱਗਦੀ ਹੈ, ਉਹ ਛਕਣਾ ਹੁੰਦਾ, ਰੱਜਣਾ। ਜਿਹੜੀ ਉਹਨਾਂ 'ਚ ਕਮੀ ਸੀ, ਫਟਾਫਟ ਪੂਰੀ ਕਰ ਰਹੇ ਨੇ। ਗੁਰੂ ਅਮਰਦਾਸ ਨੇ ਫਟਾਫਟ ਕਮੀ ਪੂਰੀ ਕਰ ਲਈ। ਗੁਰੂ ਅੰਗਦ ਦੇਵ ਨੇ ਫਟਾਫਟ ਕਮੀ ਪੂਰੀ ਕਰ ਲਈ। ਗੁਰੂ ਰਾਮਦਾਸ ਨੇ ਫਟਾਫਟ ਕਮੀ ਪੂਰੀ ਕਰ ਲਈ। ਜਿਹੜੇ ਸੂਰਮੇ ਹੁੰਦੇ ਨੇ, ਜਿਨ੍ਹਾਂ ਨੂੰ ਗੱਲ ਹਜ਼ਮ ਆਉਂਦੀ ਹੈ ਚੀਜ਼, ਉਹ ਖਾ ਲੈਂਦੇ। ਜਿਹਨੂੰ ਹਜ਼ਮ ਨਹੀਂ ਆਉਂਦੀ, ਫਿਰ ਉਹ ਕਹਿੰਦੇ ਨੇ ਉਹਦੇ ਡਰਦੇ ਖਾਂਦੇ ਨੇ। ਪੰਡਤ ਤਾਂ ਡਰਦਾ ਖਾਂਦਾ, ਕਿਤੇ ਬਾਅਦ ਇਹ ਖਰਾਬ ਨਾ ਕਰੇ, ਉਲਟੀ ਨਾ ਆ ਜਾਵੇ। ਜੇ ਨਹੀਂ ਆਉਣੀ ਤਾਂ ਵੀ ਆ ਜਾਂਦੀ ਹੈ। ਜੇ ਸ਼ੱਕ ਪੈ ਜਾਣਾ ਮੈਨੂੰ ਉਲਟੀ ਆ ਜੂ ਇਹ ਚੀਜ਼ ਤੋਂ, ਫਿਰ ਆਏ ਜਾਂਦੀ ਹੈ। ਹਾਂਜੀ। ਭ੍ਰਮਤ ਹੂਰ, ਆ ਦੇਖੋ, ਹੂਰਾਂ ਨੂੰ ਭਰਮ ਪੈਦਾ ਹੋ ਗਿਆ ਵੀ ਆਦਮੀ ਸਾਡੇ ਕੰਮ ਦਾ ਨਹੀਂ ਰਿਹਾ, ਔਰਤ ਨਹੀਂ ਸਾਥ ਦਊਗੀ। ਭ੍ਰਮਤ ਹੂਰ, ਹੂਰਾਂ ਨੂੰ ਭਰਮ ਪੈਦਾ ਹੋ ਗਿਆ।
ਕਿਉਂਕਿ ਬ੍ਰਹਮਾ ਵਿਸ਼ਨੂੰ ਸ਼ਿਵ ਜੀ 20 ਔਰਤਾਂ ਦੇ ਕਾਬੂ ਰਹੇ ਨੇ। ਔਰਤ ਦਾ ਆਪਣੇ ਆਦਮੀ ਤੇ ਕਾਬੂ ਪਾਉਣਾ ਸਾਰੀ ਜ਼ਿੰਦਗੀ ਦੀ ਲੜਾਈ ਹੁੰਦੀ ਹੈ। ਸਾਰੀ ਜ਼ਿੰਦਗੀ ਦਾ ਪ੍ਰਯੋਜਨ ਇੱਕੋ ਹੀ ਹੁੰਦਾ ਉਹਦਾ, ਵੀ ਮੇਰੇ ਕਾਬੂ 'ਚ ਰਹੇ, ਮੇਰੇ ਕਹਿਣੇ 'ਚ ਰਹੇ, ਮੇਰੇ ਤੋਂ ਬਾਗੀ ਨਾ ਹੋ ਜਾਵੇ। ਤਾਂ ਇੱਥੇ ਦਾ ਹੁਕਮ ਦੇ ਵਿੱਚ ਚਲੇਗਾ, ਪਰ ਮੈਂ ਇਹ ਤਾਂ ਬਾਣੀ ਹੋਰ ਬੋਲਣ ਲੱਗ ਗਿਆ। ਇਹ ਤਾਂ ਸੰਸਾਰ ਛੱਡਣ ਦੀ ਗੱਲ ਕਰਨ ਲੱਗ ਗਿਆ। ਉਹ ਮਾਇਆ ਹੈ, ਸੰਸਾਰ ਤੋਂ ਬਾਹਰ ਜਾਣਾ ਨਹੀਂ ਚਾਹੁੰਦੀ। ਦੇਖਾ ਵੀ ਇਹ ਉਹਨਾਂ ਨੂੰ ਭਰਮ ਪੈਦਾ ਹੋ ਗਿਆ। ਭਰਮੇ ਪੈਦਾ ਹੋਇਆ ਭਰਮ ਤੋਂ ਹੂਰ, ਔਰਤਾਂ ਨੂੰ ਭਰਮ ਪੈਦਾ ਹੋ ਗਿਆ। ਔਰਤ ਸਾਥ ਨਹੀਂ ਦੇ ਸਕਦੀ। ਇਹ ਤਾਂ ਘਰ ਬਾਰ ਉਜਾੜੂ ਹੈ। ਇਹ ਫਿਰ ਨਿਆਣਿਆਂ ਦੀ ਕੀ ਲੋੜ? ਤੇ ਤਾਂ ਕਹਿੰਦਾ ਕੋਈ ਕਿਸੇ ਦਾ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਭੈਣ ਨਹੀਂ, ਕੋਈ ਭਾਈ ਨਹੀਂ, ਕੋਈ ਧੀ ਨਹੀਂ, ਕੋਈ ਪੁੱਤ ਨਹੀਂ, ਇੱਥੇ ਕੁਛ ਨਹੀਂ ਕਿਸੇ ਦਾ, ਕੋਈ ਘਰ ਵਾਲੀ ਨਹੀਂ। ਇਹ ਕਹਿਣ ਲੱਗ ਗਿਆ, ਉਹਨੂੰ ਸੱਟ ਵੱਜੀ ਇਸ ਗੱਲ ਦੀ, ਭਰਮ ਪੈਦਾ। ਉਹ ਇਹ ਨਹੀਂ ਸਮਝੀ ਵੀ ਆਤਮਾ ਦੇ ਲੈਵਲ ਦੀ ਗੱਲ ਕਰਦਾ ਕਿ ਸਰੀਰ ਦੇ ਦੀ ਕਰਦਾ। ਆਹ ਭਰਮ ਪੈਦਾ ਹੋਇਆ। ਉਹ ਆਤਮਾ ਸਰੀਰ ਦੀ ਨਹੀਂ ਗੱਲ ਜਾਣਦੀ। ਉਹ ਕਹਿੰਦੀ ਉਹ ਤਾਂ ਸਰੀਰ ਦੀ ਉਹ ਜਾਣਦੀ ਹੈ, ਇੱਕੋ ਪੜ੍ਹਾਈ ਜਾਣਦੇ, ਦੂਈ ਜਾਣਦੀ ਹੋਈ ਨਹੀਂ। ਉਹਨਾਂ ਨੂੰ ਭਰਮ ਪੈਦਾ ਹੋ ਗਿਆ। ਔਰਤ ਨਹੀਂ ਸਾਥ ਦੇਊਗੀ ਇੱਥੇ, ਇਹਦੇ ਵਿੱਚ ਸਿੱਧੀ ਆ ਗਈ, ਕਲੀਅਰ ਕੱਟ ਗੱਲ। ਹੂਰ ਨੂੰ ਕਿਉਂ ਭਰਮ ਹੋ ਗਿਆ? ਦੇਖੋ, ਜਿਹੜੇ ਜੰਗ ਦੇ ਵਿੱਚ ਚੰਡੀ ਦੇ ਵਿੱਚ ਜਾਂ ਦਿਖਾਏ ਨੇ ਲੜਦੇ, ਉੱਥੇ ਹੂਰਾਂ ਲਈ ਫਿਰਦੀਆਂ ਨੇ ਹਰ ਵਰ ਨੂੰ, ਕਿਉਂਕਿ ਸੰਸਾਰੀ ਲੜਾਈ ਲੜ ਰਹੇ ਨੇ। ਉਹ ਰਾਜ ਖੋਹਣ ਦੀ ਲੜਾਈ ਲੜ ਰਹੇ ਨੇ ਵੀ ਅੱਗੇ ਜਨਮ 'ਚ ਆਪਾਂ ਇਕੱਠੇ ਫੇਰ ਪੈਦਾ ਹੋਵਾਂਗੇ, ਮੈਂ ਰਾਣੀ ਬਣੂ, ਤੂੰ ਰਾਜਾ ਬਣੀ। ਉਸ ਲੜਾਈ ਦੇ 'ਚ ਨਾਲ ਫਿਰਦੀਆਂ ਨੇ, ਇਹ ਲੜਾਈ 'ਚ ਨਾਲ ਨਹੀਂ ਫਿਰਦੀਆਂ। ਉੱਥੇ ਦਿਖਾਈਆਂ ਹੋਈਆਂ ਨੇ ਜਗ੍ਹਾ ਜਗ੍ਹਾ ਜੰਗ 'ਚ ਹੂਰਾਂ ਤੋੜਦੀਆਂ ਨੇ। ਹਾਰ ਪਾਉਣ ਨੂੰ ਪਹਿਲਾਂ ਹੀ ਜਿਹੜੇ ਜਾਂਦੇ ਨੇ ਸ਼ਹੀਦ ਹੋ ਕੇ। ਇੱਥੇ ਹੂਰ ਨੇੜੇ ਨਹੀਂ ਆ ਰਹੀ ਪ੍ਰਮਤ ਹੈ ਹੂਰੇ, ਕਿਉਂਕਿ ਇਹ ਵੀ ਸੂਰ ਹੈ, ਉਹ ਵੀ ਉਹ ਸੰਸਾਰੀ ਸੂਰਮਾ, ਇਹ ਨਿਰਾਕਾਰੀ ਸੂਰਮਾ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਉਹ ਦੀਨ ਕੇ ਹੇਤ ਲੜਦਾ, ਉਹ ਜ਼ਮੀਨ ਕੇ ਹੇਤ ਲੜਦਾ। ਉਹ ਤਾਂ ਜ਼ਮੀਨ ਕੇ ਹੇਤ ਲੜਦਾ, ਦੀਨ ਕੇ ਹੇਤ ਲੜਦਾ ਨਹੀਂ। ਜ਼ਮੀਨ ਕੇ ਹੇਤ ਵਾਲੇ ਨੂੰ ਹੋਰ ਪਸੰਦ ਕਰਦੀ ਹੈ, ਦੀਨ ਕੇ ਹੇਤ ਵਾਲੇ ਨੂੰ ਨਹੀਂ ਪਸੰਦ ਕਰਦੀ। ਉਹ ਨਹੀਂ ਪਸੰਦ ਕਰਦੀ। ਜੇ ਕਰਦੇ ਹੁੰਦੀ ਤਾਂ ਨੌਵੇਂ ਪਾਤਸ਼ਾਹ ਕਿਉਂ ਲਿਖਦੇ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਣੀ। ਹੋਰ ਵੀ ਪੰਕਤੀਆਂ ਬਹੁਤ ਨੇ, ਬਹੁਤ ਹੀ ਇੰਪੋਰਟੈਂਟ ਔਰ ਗਹਿਰਾਈ ਦੀ ਗੱਲ ਹੈ। ਕਹਿ ਤਾਂ ਸਭ ਕੁਛ, ਕਹਿਆ ਕੁਛ ਵੀ ਨਹੀਂ। ਇਹ ਤਾਂ ਹੁਣ ਬੁੱਝਣ ਵਾਲੀ ਗੱਲ ਹੈ ਨਾ। ਜੇ ਇਹਨੂੰ ਵਿਚਾਰੀਏ ਤਾਂ ਸਭ ਕੁਝ ਕਹਿਤਾ। ਹਾਂਜੀ, ਰਾ ਰਿਜਤ ਚਿੱਤ ਤਾਂ ਤਜਤ ਬਿੱਤ। ਰਾ ਰਿਜਤ ਚਿੱਤ, ਚਿੱਤ ਜਿਹੜਾ ਹੈ, ਚਿੱਤ ਤਾਂ ਰੀਝ ਰਿਹਾ, ਮਨ ਨਹੀਂ ਰੀਝ ਰਿਹਾ। ਜਿਹੜੇ ਮਨਮੁਖ ਨੇ ਉਹਨਾਂ ਨੂੰ ਗੱਲ ਨਹੀਂ ਹਜ਼ਮ ਹੋਈ। ਜਿਹੜੇ ਮਨ ਦੇ ਲੈਵਲ ਤੇ ਜਿਉਂਦੇ ਨੇ, ਪੂਰਾ ਤਾਂ ਮਨ ਦੇ ਲੈਵਲ ਤੇ ਜਿਉਂਦੀਆਂ ਨੇ। ਇੱਕ ਚਿੱਤ ਦੇ ਲੈਵਲ ਤੇ ਜਿਉਂਦਾ, ਅੰਤਰਾਤਮਾ ਦੇ ਲੈਵਲ ਤੇ ਜਿਉਂਦਾ। ਅੰਤਰਾਤਮਾ ਤੇ ਲੈਵਲ ਤੇ ਜਿਹੜੇ ਜਿਉਂਦੇ ਨੇ, ਉਹਨਾਂ ਨੂੰ ਅੰਤਰਾਤਮਾ ਦੀ ਆਵਾਜ਼ ਹਜ਼ਮ ਹੁੰਦੀ ਹੈ। ਮਨਮੁਖ ਕਹਿੰਦੇ ਤਾਂ ਅੰਤਰਾਤਮਾ ਦੀ ਆਵਾਜ਼ ਨੂੰ ਚੰਗਾ ਹੀ ਨੇ, ਪਰ ਅੰਦਰੋਂ ਹਜ਼ਮ ਨਹੀਂ ਹੁੰਦੀ। ਭ੍ਰਮਤ ਹੋ ਜਾਂਦੇ ਨੇ, ਭਰਮ ਦੀਦਾ ਨਹੀਂ ਹੁੰਦਾ। ਅੰਦਰੋਂ ਨਹੀਂ ਮੰਨਦੇ ਹੁੰਦੇ, ਹਾਂ ਕਰੀ ਜਾਂਦੇ, ਇਨਕਾਰ ਵੀ ਨਹੀਂ ਕਰਦੇ। ਗੁਰਮਾਣੀ ਨੂੰ ਕੋਈ ਇਨਕਾਰ ਵੀ ਨਹੀਂ ਕਰਦਾ, ਪਰ ਮੰਨਦਾ ਵੀ ਪਤੰਦਰ ਕੋਈ ਨਹੀਂ, ਕੋਈ ਵਿਰਲਾ ਹੀ ਮੰਨਦਾ। ਉਹ ਕੋਈ ਨਹੀਂ, ਉਹ ਕਹਾਂਗੇ 1-2% ਜੇ ਮੰਨ ਗਏ, ਆਪਾਂ ਤਾਂ ਕੋਈ ਨਹੀਂ ਕਹਾਂਗੇ। ਜੇ 99 ਨਾ ਮੰਨੇ, ਇੱਕ ਮੰਨ ਗਿਆ ਕੋਈ। ਅੱਬਲ ਦਾ ਕੋਟਨ ਮੈਂ ਨਾਨਕ ਕਹੂ ਹੈ,
ਨਾਰਾਇਣ ਜਹ ਚੀਤ। ਚਲੋ ਜੇ ਬਿਰਲੇ ਬਿਰਲੇ ਮੰਨ ਵੀ ਗਏ ਤੇ ਬਹੁਤੇ ਨਾ ਮੰਨੇ। ਬਿਰਲਾ ਬਿਰਲਾ ਜੇ ਖੇਤ ਜੰਮੇ ਉਹ ਤਾਂ ਵਾਹ ਦਿੰਦੇ ਨੇ, ਅਗਲਾ ਕਹਿੰਦਾ ਦੁਬਾਰਾ ਬੀਜ ਲਓ। ਬਿਰਲਾ ਬਿਰਲਾ ਕੋਈ ਜੰਮਿਆ ਹੋਵੇ ਟਾਂਡਾ, ਅਗਲਾ ਕਹਿੰਦਾ ਇਹਨੂੰ ਬਾਹੋ ਪਰੇ ਚੱਜ ਦੁਬਾਰਾ ਬੀਜੋ। ਕੋਈ ਰੱਖਦਾ ਫਸਲ ਬਿਰਲੀ ਬਿਰਲੀ? ਇਹ ਤਾਂ ਪਰਮੇਸ਼ਰ ਪਾੜ ਲੈਂਦੇ ਬਿਰਲੀ ਬਿਰਲੀ ਨੂੰ ਵੀ। ਉਹ ਕਹਿੰਦਾ ਉਹਨੂੰ ਬਿਰਲਾ ਹੀ ਚੰਗੇ ਨੇ। ਬਿਰਲਾ ਬੂਟਾ ਮੋਟਾ ਹੋ ਜਾਂਦਾ, ਭਾਰੀ ਮਰ ਜਾਂਦਾ ਕਿ ਚੰਗਾ ਜ਼ਰੂਰ ਆਲੇ ਦੁਆਲੇ ਇੰਨੇ ਕੁ ਸੁੱਖ ਜ਼ਰੂਰ ਚਾਹੀਦਾ ਇਹਦੇ ਆਲੇ ਦੁਆਲੇ। ਹਾਂਜੀ, ਤਜਤ ਬਿੱਤ ਤਾ ਤਜਤ ਬਿੱਤ। ਕਿਉਂਕਿ ਜਿਹੜੇ ਦੂਏ ਨੇ ਉਹਨਾਂ ਨੇ ਬਿੱਤ ਤਿਆਗਤਾ ਆਪਣਾ। ਦੇਖੋ ਦੋਹਾਂ ਨੇ ਤਿਆਗਤਾ ਬਿੱਤ, ਬਿੱਤ ਛੱਡਤਾ ਆਪਣਾ। ਜਿਹੜਾ ਉਹਨਾਂ ਦਾ ਵਿਚਾਰ ਸੀ ਨਾ, ਬਿੱਤ ਜਿੰਨਾ ਕੋ ਉਹਨਾਂ ਦਾ ਬਿੱਤ ਸੀ, ਜਿੰਨੀ ਕੋ ਉਹਨਾਂ ਦੀ ਬੁੱਧੀ ਸੀ, ਬੁੱਧੀ ਸੀ ਜਿੰਨੀ ਕੋ ਉਹਨਾਂ ਦੀ ਬਿੱਤ ਤੇ ਬਾਹਰ ਹੋ ਗਈ ਗੱਲ। ਜਿਹੜੇ ਗੁਰਮੁਖ ਉਹਨਾਂ ਦੇ ਬਿੱਤ ਤੇ ਬਾਹਰ, ਉਹਨਾਂ ਨੇ ਆਪਣਾ ਬਿੱਤ ਤਿਆਗਤਾ। ਮੇਰੀ ਮੱਤ ਥੋੜੀ, ਆਪਣੀ ਮੱਤ ਛੱਡ ਕੇ ਇਹ ਮੰਨ ਲਈ ਵੀ ਇਹੀ ਗੱਲ ਠੀਕ। ਉਹ ਸਮਰੱਥ ਦੀ ਗੱਲ ਹੈ। ਆਪਣੀ ਬੁੱਧੀ 'ਚ ਜੋ ਅੱਜ ਸਹੀ ਸੁਣਿਆ ਉਹ ਤਾਂ ਫਿਰ ਉਹੋ ਜਿਹਾ ਹੀ ਆ। ਉਹ ਤਾਂ ਥੋੜਾ ਉਹਦੇ ਨਾਲ ਤਾਂ ਮੇਰੀ ਤਸੱਲੀ ਹੈ ਹੀ ਨਹੀਂ। ਇਹ ਗੱਲ ਲੈ ਲਓ, ਆਪਣੇ ਵਾਲੀ ਡੋਲ ਦੋ। ਭਾਂਡਾ ਤੋਂ ਉਲਟਤਾ, ਭਾਂਡਾ ਤੋਂ ਇਹ ਸਾਫ਼ ਕਰ ਲਿਆ, ਜੋ ਪਹਿਲਾ ਗਿਆਨ ਸੀ ਡੋਲ ਦਿੱਤਾ, ਧੋ ਕੇ ਸਾਫ਼ ਕਰਕੇ ਫੇਰ ਪਾਉਣ ਲੱਗੇ ਨੇ। ਪਹਿਲਾ ਛੱਡਤਾ, ਪਹਿਲਾ ਗਿਆਨ ਛੱਡਤਾ। ਛ ਛਕਤ ਜਛ ਬਹੁ ਭ੍ਰਮਤ ਪਛ। ਛ ਛਕਤ ਜਛ, ਜਛ ਵੀ ਜੱਛਾਂ ਦੇ ਵੀ ਪ੍ਰਭਾਵ ਹੋ ਰਿਹਾ ਹੈ। ਜੱਛ ਹੁੰਦੇ ਨੇ ਜਿਹੜੇ ਗਾਉਣ ਵਾਲੇ, ਵਜਾਉਣ ਵਾਲੇ ਰਾਗੀ। ਦੇਖੋ ਉਹ ਜਿਹੜਾ ਕਹਿੰਦਾ ਨਾ, ਮੈਂ ਉਹ ਬੱਕਰੇ ਦੀ ਗੱਲ ਤਾਂ ਹੀ ਸੁਣਾਈ ਸੀ। ਉਹ ਗੁਰਬਾਣੀ ਨਹੀਂ ਜਾਣਦਾ, ਲੇਕਿਨ ਬੋਲ ਕਿੱਥੇ ਰਿਹਾ? ਜਿਹੜਾ ਉੱਥੇ ਬੋਲ ਰਿਹਾ ਫਿਰ ਤੋਂ ਮੈਂ ਕੀ ਜਗ੍ਹਾ ਤੂੰ ਕੀ ਸਦਾ ਆਉਣ ਲੱਗੀ। ਜਦ ਉਹਨੂੰ ਤੂੰ ਕੀ ਸਹੀ ਦੱਸੀ, ਉਹਦੇ ਫੱਟ ਦੋਹਾਂ ਚ ਆ ਗਈ। ਉਹਨੇ ਕਿਹਾ ਵੀ ਹਾਂ ਆਏ। ਮੈਂ ਔਰ ਤੂੰ ਦੇ ਵਿੱਚ ਤਾਂ ਉਹ ਵੀ ਫਰਕ ਜਾਣਦਾ ਸੀ ਵੀ ਮਾੜਾ ਹੈ, ਪਰ ਸਾਰੀ ਤੂੰ ਦੀ ਕਹਾਣੀ ਜਦ ਦੱਸੀ, ਮੈਂ ਔਰ ਤੂੰ ਦੇ ਵਿਚਾਲੇ ਦੀ ਕਹਾਣੀ ਦੱਸੀ, ਉਹਨੂੰ ਹੋਰ ਕਲੀਅਰ ਹੋਈ ਉਹੀ ਕਹਾਣੀ। ਉਹ ਵੀ ਛਕਿਆ, ਉਹਨੂੰ ਵੀ ਆਨੰਦ ਆਇਆ। ਛ ਛਕਤ ਜਛ, ਜੱਛ ਨੂੰ ਵੀ ਆਨੰਦ ਆਇਆ ਵੀ ਹਾਂ ਅੱਜ ਗੱਲ ਮੈਨੂੰ ਹੋਰ ਗਾਹਾਂ ਦੀ ਮਿਲੀ ਹੈ। ਉਹ ਲੋਕਾਂ ਨੂੰ ਸੁਣਾ ਰਿਹਾ ਸੀ ਗਾ ਕੇ, ਲੋਕ ਪ੍ਰਭਾਵਿਤ ਹੋ ਰਹੇ ਸੀ ਉਸ ਗੱਲ ਤੇ। ਪਰ ਜਦ ਉਹਨੂੰ ਹੋਰ ਕਲੀਅਰ ਹੋਈ ਹੈ ਦੋ ਜ਼ਿਆਦਾ, ਉਹਨੇ ਕਿਹਾ ਵੀ ਹੁਣ ਮੈਂ ਜ਼ਿਆਦਾ ਕਲੀਅਰ ਕਰ ਸਕਦਾ ਲੋਕਾਂ ਨੂੰ। ਗੱਲ ਤਾਂ ਜੋ ਮੈਂ ਕਹੀ ਉਹੀ ਠੀਕ ਹੈ। ਉਸੇ ਦੀ ਗੱਲ ਦੀ ਪ੍ਰੋੜਤਾ ਕਰਦੀ ਹੈ ਬਾਣੀ। ਜੇ ਮੇਰੀ ਗੱਲ ਦੀ ਉਹ ਪ੍ਰੋੜਤਾ ਕਰੇ ਕੋਈ, ਤਾਂ ਮੈਨੂੰ ਉਹ ਚੰਗਾ ਹੀ ਲੱਗੂਗਾ। ਆਮ ਤੌਰ 'ਤੇ ਕਵੀ ਠੋਸ ਗੱਲਾਂ, ਸਟੈਂਡਰਡ ਦੀਆਂ ਗੱਲਾਂ ਕਰਦੇ ਹੁੰਦੇ ਨੇ, ਆਮ ਦੁਨੀਆ ਤੋਂ ਉੱਚੀਆਂ ਗੱਲਾਂ ਕਰਦੇ ਹੁੰਦੇ ਨੇ। ਜਦ ਉਹਨੂੰ ਹੋਰ ਉੱਚੀ ਗੱਲ ਦਾ ਪਤਾ ਲੱਗੇ ਤਾਂ ਉਹ ਹਮੇਸ਼ਾ 52 ਕਵੀ ਤਾਂ ਰੱਖੇ ਸੀ। ਕਵੀ ਐਕਸਟਰਾ ਆਰਡੀਨਰੀ ਦਿਮਾਗ ਬੁੱਧੀ ਹੁੰਦੀ ਹੈ ਉਹਦੀ, ਆਮ ਆਦਮੀ ਵਰਗੀ ਬੁੱਧੀ ਨਹੀਂ ਹੁੰਦੀ। ਨਾ ਉਹ ਸੰਸਾਰ ਨਾਲ ਜੁੜਿਆ ਹੁੰਦਾ, ਨਾ ਉਹ ਨਿਰਾਕਾਰ ਨਾਲ ਜੁੜਿਆ ਹੁੰਦਾ, ਵਿਚਾਲੇ ਹੁੰਦਾ ਕਵੀ। ਕਮ ਸੇ ਕਮ ਧਰਤੀ ਤੇ ਤਾਂ ਨਹੀਂ ਬੈਠਾ, ਆਕਾਸ਼ 'ਚ ਤਾਂ ਉੱਡਦਾ ਹੈ। ਆਕਾਸ਼ ਵਾਲੇ ਨੂੰ ਹੋਰ ਆਕਾਸ਼ 'ਚ ਲੈ ਗਏ। ਉਹ ਵੀ ਉਡਾਰੀ ਹੁੰਦੀ ਹੈ ਨਾ ਉਹਦੀ। ਅਗੇ ਜਹਾਂ ਨਾ ਪਹੁੰਚੇ ਰਵੀ ਤਾਂ ਪਹੁੰਚੇ ਕਵੀ। ਇਹ ਤਾਂ ਆਪੇ ਕਹਿੰਦੇ ਨੇ। ਉਹ ਕਹਿੰਦੇ ਜਿੱਥੇ ਨਹੀਂ ਹੈਗਾ ਰਵੀ, ਚੱਲ ਉੱਥੇ ਕਵੀ। ਚੱਲ ਤੈਨੂੰ ਉੱਥੇ ਲੈ ਚੱਲਾਂ ਜਿੱਥੇ ਰਵੀ ਵੀ ਹੈ ਨਹੀਂ, ਸੂਰਜ ਨਹੀਂ ਚੰਦ, ਜਿੱਥੇ ਸੂਰਜ ਨਹੀਂ ਚੰਦ। ਤੇ ਉਹ ਕਹਿੰਦੇ ਹਾਂ ਵੀ ਉਹ ਦੇਸ਼ 'ਚ ਲੈ ਚੱਲ ਜਿੱਥੇ ਰਵੀ ਹੈ ਹੀ ਨਹੀਂ। ਚੱਲ ਉੱਥੇ ਲੈ ਤੇ ਚੱਲਾਂ ਤੈਨੂੰ ਕਵੀ। ਉਹ ਐਂ ਕਹਿੰਦਾ ਜਦ ਉਹ ਕਹਿੰਦਾ ਤਿਆਰ ਆ ਮੈਂ। ਉਹ ਤਾਂ ਪਹਿਲਾਂ ਹੀ ਜ਼ਮੀਨ ਨਾਲ ਜੁੜੇ ਨਹੀਂ ਹੁੰਦੇ, ਉਹ ਪਹਿਲਾਂ ਤਾਂ ਜ਼ਮੀਨ ਨਹੀਂ ਜੁੜਿਆ ਹੋਇਆ। ਹਾਂਜੀ, ਪਾ ਭ੍ਰਮਤ ਪਛ। ਆ ਦੇਖੋ, ਮੁਰਗੇ ਦੀ ਕੁੱਕੜ ਦੀ ਉਡਾਰੀ ਵਾਲੇ ਪਸ਼ੂ ਇਹ ਭ੍ਰਮਤ ਹੋ ਗਏ, ਪੰਡਤ ਭ੍ਰਮਤ ਹੋ ਗਿਆ। ਇਹ ਪਛ ਨੇ, ਜਿਹੜੇ ਰਾਈਟਰ ਨੇ ਨਾ, ਵਿਦਵਾਨ ਨੇ, ਇਹ ਪਛ ਨੇ। ਪੰਛੀ ਤਾਂ ਹੈ, ਪਛ ਪੰਛੀ ਨੂੰ ਕਹਿੰਦੇ ਨੇ। ਉਹ ਜਿਹੜਾ ਹੈਗਾ ਈਗਲ ਹੈ, ਇਹ ਹੰਸ ਹੈ। ਕਵੀ ਹੰਸ ਹੈ, ਹੰਸ ਹੈ, ਪਰਮਹੰਸ ਨਹੀਂ ਹੈ। ਪਰ ਪਰਮਹੰਸ ਨਹੀਂ, ਗੁਰਮੁਖ ਪਰਮਹੰਸ ਹੈ।
ਗੁਰਮੁਖ ਦਾ ਪਰਮਹੰਸ ਹੈ। ਹੰਸ ਦੋਏ ਨੇ। ਜਿਹੜਾ ਕਹਿੰਦਾ ਮੰਦਰ ਢਾਹ ਦੇ ਮਸਜਿਦ ਢਾਹ ਦੇ, ਹੰਸ ਹੈਗਾ, ਪਰਮਹੰਸ ਨਹੀਂ ਹੈ। ਉਹ ਕਹਿੰਦੇ ਨਾ ਮੰਦਰ ਢਾਹ ਨਾ ਮਸਜਿਦ ਢਾਹ, ਇੱਥੇ ਦੀ ਵਿਚਾਰਧਾਰਾ ਢਾਹ ਦੇ। ਵਿਚਾਰਧਾਰਾ ਢਾਹ ਦੇ, ਮੰਦਰ ਮਸਜਿਦ ਰੱਖ ਲੈ। ਬੰਦੇ ਇਕੱਠੇ ਹੋਣਗੇ, ਵਿਚਾਰਧਾਰਾ ਹੋਰ ਦੇ। ਸਕੂਲ ਕਿਉਂ ਢਾਉਣੇ ਨੇ? ਐਜੂਕੇਸ਼ਨ ਬਦਲ ਦੇ। ਸਕੂਲ ਕਾਹਦੇ ਢਾਹ ਦਈਏ, ਨਵੇਂ ਬਣਾਈਏ। ਪੜ੍ਹਾਈ ਬਦਲ ਦੋ, ਸਕੂਲ ਨਹੀਂ ਢਾਉਣ ਦੀ ਲੋੜ। ਵਿਚਾਰਧਾਰਾ ਬਦਲ ਦੋ, ਐਜੂਕੇਸ਼ਨ ਬਦਲ ਦੋ, ਵਿਸ਼ਾ ਬਦਲ ਦੋ। ਮਾਇਆ ਦਾ ਵਿਸ਼ਾ ਛੱਡ ਕੇ ਨਿਰਾਕਾਰੀ ਵਿਸ਼ਾ ਪੜ੍ਹਾਉਣ ਲੱਗ ਜਾਓ। ਬੰਦੇ ਆਉਣ, ਇਕੱਠੇ ਹੋਣ, ਵਿਸ਼ਾ ਬਦਲਿਆ ਜਾਵੇ। ਪਰ ਇੰਨਾ ਕੇ ਫਰਕ ਹੈ ਹੰਸ ਔਰ ਪਰਮਹੰਸ ਦਾ, ਕਵੀ ਦਾ ਅਰ ਗੁਰੂ ਦਾ। ਇਹ ਫਰਕ। ਹਾਂਜੀ, ਉਹ ਤਾਂ ਕਹਿੰਦਾ ਕਿ ਗਾਹਾਂ ਦੀ ਗੱਲ ਦਾ ਉਹਨੂੰ ਪਤਾ ਨਹੀਂ, ਉਹਦੀ ਗੱਲ ਅਧੂਰੀ, ਉਹ ਸੁਣਦੇ ਨਹੀਂ। ਜਿਹੜੀ ਸੁਣਦੇ ਨੇ ਉਹਨੂੰ ਪਤਾ ਇਹ ਨੁਕਸਾਨ ਕਰਦਾ। ਉਹ ਕਹਿੰਦਾ ਇਹਨੂੰ ਢਾਏ ਦੋ, ਇੱਥੇ ਜਾਣੇ ਨਾ ਲੋਕ, ਤਾਂ ਕਹਿੰਦਾ। ਹਾਂਜੀ, ਭਰਮਤ ਪਛ, ਉਹਨਾਂ ਨੂੰ ਭਰਮ ਹੋ ਗਿਆ, ਪੱਛਾਂ ਨੂੰ, ਬਈ ਸਾਡੀ ਮਤ ਗਈ। ਉਹ ਪਛ ਕੌਣ ਸੀ? ਪਛ ਕਾਜੀ, ਪਛ ਬਾਹਮਣ। ਉਹ ਜਿਹਨਾਂ ਨੇ ਗੋਲ ਬਣਾਇਆ ਅਨੰਦਪੁਰ ਸਾਹਿਬ, ਉਹਨਾਂ ਨੂੰ ਭਰਮ ਹੋ ਗਿਆ। ਉਹਨਾਂ ਨੂੰ ਭਰਮ ਹੋ ਗਿਆ ਵੀ ਸਾਡੇ ਵਾਲੀ ਮਤ ਤਾਂ ਗਈ, ਸੱਤ ਬਾਗੀ ਜਾਣਗੇ ਲੋਕ। ਐ ਨਹੀਂ ਵੀ ਅਸੀਂ ਗਿਆਨ ਲੈ ਕੇ ਗੁਰੂਏ ਬਣੇ ਰਹੀਏ, ਵੀ ਅਸੀਂ ਵੀ ਗਿਆਨ ਹੋਰ ਲੈ ਲਈਏ। ਲੋਕ ਤਾਂ ਸਾਡੇ ਨੂੰ ਥੱਲੇ ਹੀ ਰਹਿਣਗੇ। ਭਰਮ ਪੈਦਾ ਹੋ ਗਿਆ ਵੀ ਸਾਨੂੰ ਖਤਮ ਕਰਨ ਵਾਸਤੇ ਗੱਲ ਹੋ ਰਹੀ ਹੈ। ਐ ਨਹੀਂ ਸੋਚਿਆ ਵੀ ਤੁਹਾਨੂੰ ਸਤ ਜੀਵਨ ਦੇਣ ਵਾਸਤੇ ਗੱਲ ਹੋ ਰਹੀ ਹੈ। ਆਪਣੇ ਭਲੇ ਦੀ ਕਹੀ ਨੂੰ ਬੁਰਾ ਮੰਨ ਗਏ, ਕਹੀ ਭਲੀ ਬੁਰੀ ਲੱਗੀ। ਆ ਭਰਮ ਹੋ ਗਿਆ। ਹਾਂ, ਪਾ ਭਿਰਤ ਭੂਪ, ਕਿਉਂਕਿ ਪੱਛਾਂ ਦੇ ਹੱਥ 'ਚ ਹੁੰਦੇ ਨੇ ਭੂਪ ਵਿਦਵਾਨਾਂ ਦੇ। ਉਹ ਭਿੜ ਗਏ ਆ ਕੇ ਬਾਈ ਧਾਰੀਏ। ਪਾ ਭਿਰਤ ਭੂਪ, ਭੂਪਾਂ ਨੇ ਭੇਡ ਪੈਦਾ ਕਰ ਲਿਆ। ਉਹਨਾਂ ਨੂੰ ਕਹਿ ਦਿੱਤਾ ਤੈਨੂੰ ਤਾਂ ਸੁਣਦਾ ਰਾਜਾ ਨਹੀਂ ਮੰਨਦਾ। ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤੇ ਦਵਾਜਾ ਭਰਤੀ ਫੂਕ। ਕਹਾਣੀ ਹੈ, ਐਵੇਂ ਹੀ ਹੋਊਗਾ ਜਦ ਵੀ ਹੋਊਗਾ, ਪਰ ਹੋਈ ਵੀ ਹੈ। ਭਿੜੇ ਨਾ ਭੂਪ ਆ ਕੇ ਬਾਈ ਧਾਰੀਏ, ਛੱਡ ਵੀ ਆ ਜਾਂਦੇ ਨੇ, ਭਿੜ ਵੀ ਜਾਂਦੇ ਨੇ। ਅੰਦਰੋਂ ਭੇੜ ਨਹੀਂ ਛੱਡਿਆ। ਪੌਂਡੇ ਜਿਹੜਾ ਸੀ ਪੈਂਡੇ ਖਾਂ ਨਾਲ ਰਿਹਾ ਗੁਰੂ ਸਾਹਿਬ ਦੇ, ਲੇਕਿਨ ਆਪਣੀ ਤਾਕਤ ਦਾ ਹੰਕਾਰ ਨਹੀਂ ਛੱਡਿਆ। ਆਖਰ ਛੇਵੇਂ ਪਾਤਸ਼ਾਹ ਦੇ ਨਾਲ ਹੀ ਜੰਗ ਕੀਤੀ, ਛੇਵੇਂ ਪਾਤਸ਼ਾਹ ਦੇ ਹੱਥੋਂ ਹੀ ਮਾਰਿਆ ਗਿਆ। ਪਤਾ ਉਹ ਨਹੀਂ ਮੰਨਿਆ ਵੀ ਇਹ ਸ਼ਕਤੀ ਹੈ, ਕੋਈ ਸ਼ਕਤੀ ਨਹੀਂ ਮੰਨੀ, ਸਰੀਰਕ ਸ਼ਕਤੀ ਨੂੰ ਮੰਨਿਆ। ਉਹ ਜਿਹੜੀ ਬੁੱਧ ਬਲ ਸੀ ਉਹਨੂੰ ਮੰਨਿਆ ਹੀ ਨਹੀਂ, ਨਹੀਂ ਮੰਨਿਆ। ਇਹ ਜਿਹੜੇ ਸੂਰ ਸੀ, ਇਹੋ ਜਿਹੇ ਸੂਰ ਸੀ, ਉਹ ਵੀ ਨੈਗੇਟਿਵ ਨੇ। ਸਰੀਰਕ ਲੈਵਲ ਨੂੰ ਇਹ ਸੂਰਮਾ ਸਮਝਦੇ ਨੇ। ਭੰਗਾਣੀ ਸਾਹਿਬ ਦੇ ਜੰਗ ਦੇ ਵਿੱਚ ਉਹ ਜਿਹੜਾ ਪੈਂਡੇ ਖਾਂ, ਨਾ ਪੈਂਡੇ ਖਾਂ ਨਹੀਂ, ਉਹ ਹਿਆਤ ਖਾਂ, ਉਹਨੇ ਉਹੀ ਕੀ ਕੰਮ ਕੀਤਾ ਪਠਾਣਾਂ। ਇਹ ਕੀ ਕਰ ਲੈਣਗੇ ਬਾਈ ਧਾਰੀ ਰਾਜਾ, ਉਹਨਾਂ ਨਾਲ ਰਲ ਜਾਓ, ਇਹਨਾਂ ਨੂੰ ਤਾਂ ਆਪਾਂ ਮਾਰੇ ਲਵਾਂਗੇ। ਕੀ ਹੋਇਆ ਫਿਰ? ਹੋਇਆ ਉਹਦਾ ਉਲਟ। ਕੋਲ ਰਿਹਾ, ਸਭ ਕੁਝ ਦੇਖ ਲਿਆ, ਭਰਮ ਨਹੀਂ ਗਿਆ। ਨਾਲ ਲੈ ਕੇ ਚੱਲਣਾ ਇਤਿਹਾਸ ਨੂੰ ਔਰ ਇਹਨੂੰ, ਦੋਏ ਗੱਲਾਂ ਚੱਲਣ। ਇਤਿਹਾਸ ਹੈ ਨਾ, ਇਹ ਇਤਿਹਾਸ ਹੈ ਚੱਲਦਾ। ਪ੍ਰੈਕਟੀਕਲ 'ਚ ਦੇਖੋ ਨਾ ਕੀ ਹੋਇਆ। ਪਾ ਭਿਰਤ ਭੂਪ, ਨਵ ਨਿਰਖ ਰੂਪ। ਨਵ ਨਿਰਖ ਰੂਪ, ਰੂਪ ਕੀ ਦੇਖਿਆ? ਉਹ ਨਵੀਂ ਗੱਲ ਦੇਖ ਲਈ ਨਾ, ਨਵਾਂ ਰੂਪ ਦੇ ਦਿੱਤਾ ਨਾ ਉਹਨੂੰ। ਨਹੀਂ ਮਤ ਨੂੰ ਦੱਤ ਨੇ ਨਵਾਂ ਗਿਆਨ, ਨਵਾਂ ਰੂਪ ਆ ਗਿਆ ਦੱਤ ਦਾ। ਸਮਾਧੀ ਵਾਲਾ ਰੂਪ ਛੱਡਤਾ, ਬੋਲ ਚਾਲ ਬਦਲ ਗਈ, ਗਿਆਨ ਬਦਲ ਗਿਆ, ਵਿਚਾਰ ਧਾਰਾ ਨਵੀਂ ਦੇਣ ਲੱਗ ਗਿਆ। ਜਦ ਬੋਲਣ ਲੱਗ ਗਿਆ
ਵਿਰੁੱਧ ਰਾਜਿਆਂ ਤੇ ਪਹਿਲਾਂ ਸਾਰਿਆਂ ਦੇ ਸਿਰ ਪੜੋਸਦਾ ਤਾਂ ਫਿਰ ਕਹਿਣ ਲੱਗ ਗਿਆ ਤੁਸੀਂ ਕੀ ਕਰਦੇ ਹੋ, ਇਨਸਾਫ ਕਿਉਂ ਨਹੀਂ ਕਰਦੇ, ਇਹ ਨਹੀਂ ਕਰਦੇ, ਉਹ ਨਹੀਂ ਕਰਦੇ। ਫਿਰ ਇੰਟਰਵਿਊ ਲੈਣ ਲੱਗ ਗਿਆ, ਸਵਾਲ ਜਵਾਬ ਕਰਨ ਲੱਗ ਗਿਆ, ਸ਼ਿਕਾਇਤਾਂ ਸੁਣਨ ਲੱਗ ਗਿਆ। ਫਿਰ ਤਾਂ ਟਕਰਾਅ ਤਾਂ ਹੋਣਾ ਹੀ ਸੀ। ਜਿੰਨਾ ਚਿਰ ਬੋਲਦਾ ਨਹੀਂ ਸੀ, ਕਿਸੇ ਦੀ ਸੁਣਦਾ ਨਹੀਂ ਸੀ, ਬੋਲਦਾ ਨਹੀਂ ਸੀ, ਦਰਸ਼ਨ ਦਿੰਦਾ ਫਿਰਦਾ ਸੀ ਨਾ। ਜਦ ਬੋਲਣ ਲੱਗ ਗਿਆ, ਗੱਲਾਂ ਕਰਨ ਲੱਗ ਗਿਆ, ਲੋਕ ਵੀ ਗੱਲਾਂ ਕਰਨ ਲੱਗ ਗਏ, ਇੱਕ ਦੂਏ ਦੀਆਂ ਸ਼ਿਕਾਇਤਾਂ ਵੀ ਕਰਨ ਲੱਗ ਗਏ। ਇਹ ਮੱਥਾ ਹੀ ਟੇਕਦਾ ਜੀ, ਇਹ ਹੈ ਬਹੁਤ ਬੁਰਾ। ਮੱਥਾ ਤਾਂ ਰੋਜ਼ ਟੇਕਦੇ ਨੇ, ਗੁਰਦੁਆਰੇ ਆ ਕੇ ਆਦਤਾਂ ਛੱਡਦੇ ਨਹੀਂ। ਜਦ ਸ਼ਿਕਾਇਤਾਂ ਹੋਣ ਲੱਗ ਗਿਆ, ਉਹਨਾਂ ਨੂੰ ਪੁੱਛ ਪਛਾਈ ਹੋਣ ਲੱਗ ਗਈ, ਫਿਰ ਬੁਰਾ ਲੱਗਣ ਲੱਗ ਗਿਆ। ਜਿੰਨਾ ਚਿਰ ਨਹੀਂ ਸੀ ਕਿਸੇ ਨੂੰ ਪੁੱਛਦਾ ਬੋਲਦਾ, ਉਹਨੇ ਚ ਪਰਮੇਸ਼ਰ ਕਿਉਂ ਚੰਗਾ ਲੱਗਦਾ ਸਭ ਨੂੰ, ਪੁੱਛ ਪਛਾਈ ਨਹੀਂ ਨਾ ਕਰਦਾ। ਗੁਰੂ ਗ੍ਰੰਥ ਸਾਹਿਬ ਕਿਉਂ ਚੰਗਾ ਲੱਗਦਾ, ਪੁੱਛ ਪਛਾਈ ਨਹੀਂ ਕਰਦਾ। ਜਿਹੜਾ ਉਹਦੀ ਬਿਆਪ ਤੇ ਪੁੱਛ ਪਛਾਈ ਕਰਿਆ ਫਿਰ ਬੁਰਾ। ਇਹ ਜਿਹਾ ਚੰਗਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਮਾਲਾ ਪਾਤਾ, ਮੱਥਾ ਟੇਕਦਾ, ਮੁੜਿਆ ਹੈ। ਜੋ ਕੋਈ ਚੜਾਇਆ ਆਪਣਾ ਸੁੱਖਿਆ ਹੈ ਵੀ ਤੂੰ ਦੇ ਦੀ ਸਾਨੂੰ, ਦਵੇ ਚਾਹੇ ਨਾ ਦਵੇ। ਜੇ ਮਿਲ ਜਾਂਦੇ ਨੇ ਪਰ ਹੋ ਜਾਂਦਾ, ਉਹਨਾਂ ਨੂੰ ਵੀ ਮਿਲ ਗਏ। ਜੇ ਨਾ ਮਿਲੇ ਤਾਂ ਕਹਿੰਦੇ ਸਾਡੀ ਅਰਦਾਸ ਠੀਕ ਨਹੀਂ ਹੋਈ, ਸਾਡੇ ਮਨ 'ਚ ਫਰਕ ਸੀ। ਹਾਂਜੀ, ਪਾ ਭਿੜਤ ਭੂਪ ਨਵ ਨਿਰਖ ਰੂਪ। ਨਵ ਨਿਰਖ ਰੂਪ ਭਾਈ ਉਹਨਾਂ ਨੇ ਕਿਹਾ ਵੀ ਰਾਜਾ ਤਾਂ ਹੁਣ ਇਹ ਹੈ, ਫਿਰ ਜੇ ਸਾਡੀ ਪੁੱਛ ਪਛਾਈ ਕਰਦਾ, ਨਵਾਂ ਰੂਪ ਹੋ ਗਿਆ ਨਾ। ਕੋਈ ਹਰ ਸਮਾਨ ਨਹੀਂ, ਰਾਜਾ ਰਾਜਾ ਆਪ ਹੋ ਗਿਆ। ਹੁਣ ਬਈ ਸਜਦਾ ਰਾਜ ਕਰੋ, ਬਈ ਇਨਸਾਫ ਦਾ ਰਾਜ ਕਰੋ, ਐ ਨਾ ਕਰੋ, ਉਹ ਨਾ ਕਰੋ। ਪਾਬੰਦੀ ਹੋਣ ਲੱਗੀ, ਪਾਬੰਦੀ ਨੂੰ ਤਾਂ ਕੋਈ ਨਹੀਂ ਬਰਦਾਸ਼ਤ ਕਰਦਾ। ਤੁਸੀਂ ਚੁੱਪ ਕਰੇ, ਲੋਕਾਂ ਦਾ ਸਰਪ੍ਰਸਤੀ ਜੋ ਸਭ ਮੱਥਾ ਟੇਕ ਕੇ ਜਾਈ ਜਾਂਦੇ ਨੇ। ਜੇ ਬੋਲੋਗੇ, ਉਹਨਾਂ ਨੂੰ ਕਹੋਗੇ ਔਗਣ ਦੂਰ ਕਰੋ, ਇਹ ਕਰੋ, ਉਹ ਕਰੋ। ਨਿਆਣੇ ਨੂੰ ਤੁਸੀਂ ਕੁਛ ਨਾ ਕਹੋ, ਜੋ ਸ਼ਰਾਰਤ ਕਰਦਾ ਕਰੀ ਜਾਵੇ, ਟੌਫੀਆਂ ਦੀ ਮੁੱਠੀ ਦੇਈ ਜਾਓ, ਤਾਂ ਸਾਰੇ ਨਿਆਣੇ ਖੁਸ਼ ਨੇ ਤੁਹਾਡੇ ਨਾਲ। ਪੜ੍ਹਨ ਨਾ ਪੜ੍ਹਨ ਕੁਛ ਨਾ ਕਹੋ, ਤੁਸੀਂ ਸਾਰੇ ਖੁਸ਼ ਨੇ। ਉਹ ਕਹਿੰਦੇ ਆ ਬਾਬਾ ਸਾਹਿਬ ਨੂੰ ਚੰਗਾ, ਜੇ ਉਹਨਾਂ ਨੂੰ ਕਹਿਣਾ ਨਹੀਂ ਆਪਾਂ ਨੂੰ ਕੁਛ, ਉਹ ਚੰਗਾ ਹੈ, ਚੰਗਾ ਨਹੀਂ ਹੈ। ਉਹ ਆਪਣੇ ਆਪ ਨੂੰ ਲੋਕਾਂ 'ਚ ਚੰਗਾ ਬਣਨਾ, ਲੋਕਾਂ ਤੋਂ ਚੰਗਾ ਕਹਾਉਣਾ, ਤਾਂ ਹੀ ਹੈ ਦੁਨੀਆ ਦੀਆਂ ਵਡਿਆਈਆਂ ਅੱਗੇ ਸਿੱਖੋ ਜਾ। ਇਹ ਚੰਗਾ ਨਹੀਂ ਹੈ। ਇਹ ਸੰਤ ਕਹਿੰਦੇ ਨੇ ਬੋਲੋ ਹੀ ਨਾ, ਬੋਲੇ ਤੇ ਬੁਰਾਈ ਆਊਗੀ। ਕਿਉਂ ਕਾਹਦੇ ਫਿਰ ਤੁਸੀਂ ਪਰਉਪਕਾਰ ਕਿਵੇਂ ਕਰ ਦੋਗੇ? ਇੱਕ ਪਾਸੇ ਕਹਿੰਦੇ ਸੰਤ ਜਨ ਪਰਉਪਕਾਰੀ ਆਏ, ਪਰਉਪਕਾਰ ਜ਼ਿਆਦਾ ਜਦ ਔਗਣਾ ਛਡਾ ਕੇ ਉਹਨਾਂ ਨੂੰ ਗੁਣਾ ਵੱਲ ਲੈ ਕੇ ਜਾਵੋ। ਜੇ ਪਸ਼ੂ ਚਾਲਨੇ ਨੇ, ਡੰਡਾ ਹੱਥ 'ਚ ਰੱਖਣਾ ਪਊਗਾ। ਫਸਲਾਂ ਬਚਾ ਕੇ ਫਸਲਾਂ ਦੀ ਤੋੜੀ ਪਸ਼ੂਆਂ ਨੇ ਖਾਣੀ ਹੈ। ਜੇ ਚਰੀਆਂ ਵੀ ਨੇ ਛੋਟੀਆਂ ਛੋਟੀਆਂ ਗੋਡੇ ਗੋਡੇ, ਉਹ ਵੀ ਪਸ਼ੂਆਂ ਨੇ ਖਾਣੀਆਂ ਨੇ, ਆਦਮੀ ਨੇ ਨਹੀਂ ਖਾਣੀਆਂ। ਪਰ ਪਸ਼ੂ ਨੂੰ ਗਿਆਨ ਨਹੀਂ ਹੈਗਾ, ਉਹ ਗੋਡੇ ਗੋਡੇ ਨੂੰ ਛਕ ਜਾਣਗੇ ਇੱਕੋ ਦਿਨ 'ਚ, ਫਿਰ ਚਾਹੇ ਭੁੱਖੇ ਹੀ ਮਰਨ। ਤਾਂ ਪਸ਼ੂ ਨੇ, ਇਹ ਸੰਸਾਰ ਦੇ ਲੋਕ ਪਸ਼ੂ ਨੇ। ਇਹ ਜਿਹੜੇ ਜਨ ਪਰਉਪਕਾਰੀ ਹੁੰਦੇ ਨੇ, ਇਹ ਡੰਡਾ ਲੈ ਕੇ ਚਰਾਉਣ ਆਉਂਦੇ ਨੇ। ਇਹਨਾਂ ਨੂੰ ਕੀ ਖਾਣਾ ਕੀ ਨਹੀਂ ਖਾਣਾ, ਉਹ ਤੁਹਾਡਾ ਭੋਜਨ ਗਿਆਨ ਹੈ। ਤੁਸੀਂ ਕੌਣ ਹੋ, ਉਹਨਾਂ ਨੂੰ ਉਹਨਾਂ ਦੀ ਪਛਾਣ ਕਰਾਉਣੀ। ਇਹ ਤਾਂ ਪਸ਼ੂ ਨੇ। ਬਾਕੀ ਤਾਂ ਲੀਡਰ ਵੀ ਪਸ਼ੂ ਹੈ ਸਮਝਦੇ ਨੇ ਇਹਨਾਂ ਨੂੰ ਸੰਸਾਰੀ, ਡਮ ਡਰਿਵਨ ਕੈਟਲ, ਜਿਹੜੇ ਬੋਲਦੇ ਨਹੀਂ ਨਾ। ਡੰਡਾ ਸਰਕਾਰ ਕੋਲ ਹੈ, ਇਹ ਡਮ ਡਰਿਵਨ ਕੈਟਲੇ ਰਹਿੰਦੇ ਨੇ, ਸਾਰੇ ਪਸ਼ੂ ਰਹਿੰਦੇ ਨੇ। ਸੰਸਾਰ ਹਮੇਸ਼ਾ ਪਸ਼ੂ ਰਹਿੰਦਾ ਹੈ। ਚਾਹੇ ਰਾਜ ਕਿਸੇ ਧਰਮੀ ਰਾਜੇ ਦਾ ਹੋਵੇ, ਚਾਹੇ ਰਾਜ ਕਿਸੇ ਅਧਰਮੀ ਰਾਜੇ ਦਾ ਹੋਵੇ। ਧਰਮੀ ਰਾਜਾ ਇਹਨਾਂ ਨੂੰ ਕੁਛ ਸੁਧਾਰ ਕਰ ਦਿੰਦਾ। ਧਰਮੀ ਰਾਜੇ ਦੇ ਰਾਜ ਵਿੱਚ ਸਾਰੇ ਸੁਖੀ ਹੁੰਦੇ ਨੇ, ਲੋਕ ਸੁਖੀ, ਪਰ ਲੋਕ ਸਹਿਲੇ ਹੁੰਦੇ ਚਲੇ ਜਾਂਦੇ ਨੇ। ਬੁਰੇ ਰਾਜਾਂ ਦੇ ਰਾਜ 'ਚ ਇੱਥੇ ਵੀ ਦੁਖੀ ਰਹਿੰਦੇ ਨੇ। ਦੁਖੀ ਇੱਥੇ ਤਾਂ ਰਹਿੰਦੇ ਨੇ
ਜਦੋਂ ਬੜੇ ਬੜੇ ਕਪਲੇ ਦੇਖਦੇ ਨੇ ਮਨ ਤਾਂ ਦੁਖੀ ਹੁੰਦਾ ਨਾ, ਚਾਹੇ ਇਹਨਾਂ ਦੀ ਜੇਬ ਚੋਂ ਨਹੀਂ ਗਏ ਪੈਸੇ, ਮਨ ਤਾਂ ਦੁਖੀ ਹੁੰਦਾ ਨਾ ਸਾਰਿਆਂ ਦਾ। ਮਨ ਦੁਖੀ ਹੋਣਾ ਹੀ ਦੁਖੀ ਨੇ, ਚਾਹੇ ਮੇਰਾ ਪਰਸਨਲ ਨੁਕਸਾਨ ਨਹੀਂ ਹੈ। ਜਦ ਦੇਖਿਆ ਇੱਥੇ 10 ਲੱਖ ਕਰੋੜ ਦਾ ਘਪਲਾ ਹੋ ਗਿਆ, ਜੇ ਜਿਹਦੀ ਜੇਬ ਚੋਂ ਨਹੀਂ ਜਾਂਦੇ ਉਹ ਵੀ ਦੁਖੀ ਹੈ। ਉਹ ਜਿਹੜਾ ਪਬਲਿਕ ਦਾ ਦੁੱਖ ਹੈ, ਪਬਲਿਕ ਦੇ ਲੋਕ ਸਾਰੇ ਸੰਤ ਨੇ, ਸੰਤਨ ਦੁੱਖ ਪਾਏ ਤੇ ਦੁਖੀ। ਫਿਰ ਪਰਮੇਸ਼ਰ ਦੁਖੀ ਹੁੰਦਾ, ਫਿਰ ਉਹ ਉੱਤੋਂ ਕੋਈ ਚਾਬੀ ਫੇਰਦਾ, ਉੱਤੋਂ ਫਿਰ ਟੇਢੀ ਮੇਢੀ ਨਿਗਾਹ ਕਰਦਾ ਉਹਨਾਂ ਤੇ, ਤਾਂ ਕੋਈ ਗੱਲ ਫਿਰ ਸੁਧਾਰ ਆਉਂਦਾ। ਹਾਂਜੀ, ਚਰਪਟ ਛੰਦ ਗਲਿਤੰ ਜੋਗੰ ਦਲਿਤੰ ਭੋਗੰ। ਗਲਿਤੰ ਜੋਗੰ, ਜੋਗਨ ਦੇ ਨਸ਼ੇ 'ਚ ਚੂਰ ਹੈ। ਗਲਿਤੰ ਜੋਗੰ, ਜੋਗ ਦੇ ਵਿੱਚ ਆਪਣਾ ਗੁੜਚਾ, ਜਿਹੜੇ ਭੋਗ ਨੇ ਨਾ ਸਰੀਰ ਦੇ ਹੋਣਗੇ, ਮਨ ਦੇ ਭੋਗ ਦਲਿਤ, ਮਨ ਨਾਲ ਭੋਗਾਂ ਦਾ ਕੋਈ ਸੰਬੰਧ ਨਹੀਂ। ਦਲਿਤ ਭੋਗੰ, ਮਨ ਕਰਕੇ ਜੋਗ ਜਿਹੜਾ ਨਾਮ ਨਾਲ ਹੈ, ਗਿਆਨ ਯੋਗ ਹੈ, ਮਨ ਦਾ ਜੋਗ ਗਿਆਨ ਨਾਲ ਹੈ। ਸੱਚ ਖਾਣਾ, ਸੱਚ ਪਹਿਨਣਾ, ਗਿਆਨ ਪ੍ਰਾਪਤ ਕਰਨਾ, ਉਹਦੀ ਖੁਰਾਕ ਹੈ। ਭੋਗ ਸਰੀਰ ਦੀ ਖੁਰਾਕ ਹੈ। ਉਹ ਦੋਹਾਂ ਦੇ ਵਿਚਾਲੇ ਕਹਿਣ ਪੱਥਰ ਦੀ ਦੀਵਾਰ ਖਿੱਚਦੀ, ਐਦਾਂ ਨਹੀਂ ਬਣ ਸਕਦੇ ਭੋਗ। ਸੰਤੋਖ ਦੀ ਲਾਈਨ ਖਿੱਚਦੀ ਵਿਚਾਲੇ। ਠੀਕ ਹੈ, ਬਾਹਰ ਲੋੜ ਹੈ, ਉਹ ਪਰੇ ਹੈ। ਮੋਦੀ ਖਾਨਾ ਜੋ ਕੁਛ ਆਉਂਦਾ ਉਹ ਪਰੇ ਹੀ ਰੱਖੀ ਜਾਓ ਜਮਾ। ਸੰਗਤ ਦਾ ਹੈਗਾ, ਸੰਗਤ ਨੇ ਛਕਣਾ, ਸੰਗਤ ਲਿਆਉਂਦੀ ਹੈ। ਪਰਮੇਸ਼ਰ ਦੀ ਲਿਆਉਂਦਾ ਪਰਮੇਸ਼ਰ ਦਾ ਹੀ ਹੈ। ਵੈਸੇ ਤਾਂ ਸਭ ਕੁਝ ਸੰਗਤ ਦਾ ਵੀ ਨਹੀਂ, ਸੰਗਤ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਭਾਈ ਲੋੜ ਹੈ, ਤੁਹਾਨੂੰ ਲੋੜ ਹੈ, ਤੁਸੀਂ ਛਕਣੀ ਹੈ। ਵਿੱਚੋਂ ਅਸੀਂ ਵੀ ਛਕਿਆ ਆਵਾਂਗੇ ਗੱਫਾ ਲੰਗਰ ਉਹਨਾਂ ਕੇ। ਉਹ ਬਾਹਰ ਹੈ, ਅਲੱਗ ਹੈ, ਇੱਥੇ ਨਹੀਂ ਆਊਗਾ ਉਹ। ਹੁਣ ਗੱਲ ਕੀ ਹੈ, ਜਿੱਥੇ ਗੁਰੂ ਦੀ ਗੱਲ ਕਰਨੀ ਹੈ ਮਾਇਆ ਤਾਂ ਉੱਥੇ ਲੈ ਆਉਂਦੀ। ਕੌਣ ਗੁਰੂ ਦੀ ਗੱਲ ਕਰੇ, ਕੌਣ ਮਾਇਆ ਤੋਂ ਪੱਲਾ ਛਡਾਵੇ। ਗੱਲ ਗੁਰੂ ਦੀ ਚੱਲਦੀ ਹੈ, ਵਿੱਚ ਮਾਇਆ ਵਾਲੇ ਉੱਠਦੇ ਹੀ ਜਾਂਦੇ ਨੇ। ਸੁਣਦਾ ਕਿਸੇ ਨੂੰ ਦਿੰਦੇ ਹੀ ਨਹੀਂ। ਉਹ ਤਾਂ ਤੁਸੀਂ ਮਿਕਸਅਪ ਕਰਤਾ ਦੋਏ, ਕੋਈ ਸੁਣੇ ਨਾ ਲਵੇ। ਉਹ ਲੈਣ ਲਾਤੀ ਪੈਸੇ ਦੇਣ ਵਾਲੇ ਨੇ। ਉਹ ਜਿਹੜੇ ਸੁਣ ਗਏ ਨੇ ਉਹਨਾਂ ਨੂੰ ਨਹੀਂ ਸੁਣਨ ਦਿੰਦੇ ਤੁਸੀਂ, ਤਾਂ ਉਹਨਾਂ ਦਾ ਵੀ ਧਿਆਨ ਡਾਇਵਰਟ ਕਰਦੇ ਹੋ। ਇਹ ਧਰਮ ਹੈ, ਇਹ ਤਾਂ ਮੂਰਖਾਂ ਦਾ ਧਰਮ ਨਹੀਂ ਹੈ, ਛਾਤਰਾਂ ਦਾ ਧਰਮ ਹੈ। ਮੂਰਖਾਂ ਦਾ ਧਰਮ ਤਾਂ ਵਧੀਆ ਹੁੰਦਾ, ਮੂਰਖਾਂ ਦਾ ਧਰਮ ਵਧੀਆ ਹੁੰਦਾ। ਇਹੋ ਜਿਹਾ ਘਟੀਆ ਧਰਮ ਮੂਰਖਾਂ ਦਾ ਨਹੀਂ ਹੁੰਦਾ। ਮੂਰਖ ਜਾਂਦੇ ਨੇ, ਖੀਰ ਬਣਾ ਕੇ ਲੈ ਜਾਂਦੇ ਨੇ, ਕੜਾਹ ਪ੍ਰਸ਼ਾਦ ਬਣਾ ਕੇ ਲੈ ਜਾਂਦੇ ਨੇ, 10ਵੀਂ ਵਾਲੇ ਦਿਨ ਦੀਵਾ ਲੈ ਜਾਂਦੇ ਨੇ ਘਿਓ ਦਾ, ਆਟੇ 'ਚ ਦਾ ਬਣਾ ਕੇ। ਉਹ ਸ਼ਹੀਦ 'ਤੇ ਜਾ ਕੇ ਮੱਥਾ ਟੇਕ ਕੇ ਉੱਥੇ ਉਹ ਜਿਹੜਾ ਕੜਾਹ ਪ੍ਰਸ਼ਾਦ ਹੁੰਦਾ, ਉਹ ਜਿਹੜਾ ਕੋਈ ਰਾਹ 'ਚ ਆਉਂਦਾ ਕੋਈ ਮਿਲ ਜੇ ਉਹਨੂੰ ਦਿੰਦੇ ਚਲੇ। ਇਹ ਮੂਰਖਾਂ ਦਾ ਧਰਮ ਹੈ। ਨਾ ਉੱਥੇ ਕੋਈ ਉਪਦੇਸ਼ ਹੈ, ਨਾ ਉੱਥੇ ਕੋਈ ਗੱਲ ਹੈ। ਇਹ ਮੂਰਖਾਂ ਦਾ ਧਰਮ ਹੈ। ਉਹ ਦਿੱਤਾ ਹੀ ਹੈ, ਆਸਥਾ ਹੈ ਉਹਨਾਂ ਦੀ, ਜਿਹੇ ਜੀ ਵੀ ਸੁਣ ਲਈ। ਮੂਰਖ ਸੀ, ਸੁਣ ਲਈ ਆਸਥਾ, ਚਲੋ ਕੁਝ ਦੇ ਹੀ ਆਏ, ਪੁੰਨੇ ਕਰਿਆ। ਜਿਹੜਾ ਵੀ ਮਿਲ ਗਿਆ, ਚਾਹੇ ਦੁਸ਼ਮਣ ਦਾ ਬੱਚਾ ਮਿਲ ਗਿਆ ਉਹਨੂੰ ਵੀ ਦੇ ਦੇਣਾ। ਕਮ ਸੇ ਕਮ ਉਨੀ ਦੇਰ ਵਾਸਤੇ ਦਾ ਮਨ ਸਾਫ਼ ਹੈ ਨਾ ਉਹਨਾਂ ਦਾ, ਉਨੀ ਦੇਰ ਵਾਸਤੇ ਤਾਂ ਉਹ ਮੁਕਤ ਨੇ। ਕੋਈ ਮਿਲ ਗਿਆ, ਦੁਸ਼ਮਣ ਵੀ ਮਿਲ ਗਿਆ ਜਿਹਦੇ ਨਾਲ ਬੋਲਦੇ ਨਹੀਂ, ਪ੍ਰਸ਼ਾਦ ਉਹਨੂੰ ਵੀ ਦੇ ਦੇਣਾ ਔਰ ਉਹਨੇ ਲੈ ਵੀ ਲੈਣਾ। ਉਹ ਚਾਹੇ ਬੋਲਦੇ ਨਹੀਂ ਹਨ, ਉਹ ਲੈਣ ਵਾਲੇ ਨੇ ਲੈ ਵੀ ਲੈਣਾ। ਉਹਨਾਂ ਨਹੀਂ ਕਹਿਣਾ ਵੀ ਹੁਣ ਦੁਸ਼ਮਣੀ ਵਾਲੀ ਗੱਲ ਨਹੀਂ, ਹੁਣ ਪ੍ਰਸ਼ਾਦ ਦੀ ਗੱਲ ਹੈ। ਤੇ ਇਹ ਤਾਂ ਮੂਰਖਾਂ ਦਾ ਧਰਮ ਹੈ। ਇਹਨਾਂ ਨੂੰ ਦੋ ਵੀ ਚੰਗਾ। ਇਹਨਾਂ ਨੇ ਦੇਖਣਾ 100 ਰੁਪਇਆ ਲੈ ਗਿਆ, ਇਹਨੂੰ ਉਹ ਦੇਣਾ, ਸਰੂਪਾ ਦੇਣਾ। ਉਹ ਧਿਆਨ ਰੱਖਣਾ। ਤੁਸੀਂ ਕੀਰਤਨ ਸੁਣ ਰਹੇ ਹੋ, ਧਿਆਨ ਰੱਖ ਰਹੇ ਹੋ।
ਫਿਰ ਕਹਿੰਦੇ ਚੌਪਈ ਦਾ ਪਾਠ ਭੁੱਲ ਗਏ। ਥੋੜੇ ਯਾਦ ਕੀ ਹੈ? ਮਾਇਆ ਨਹੀਂ ਭੁੱਲ ਸਕਦੇ ਉੱਥੇ, ਗੱਲ ਮਾਇਆ ਦੀ ਹੈ। ਮਾਇਆ ਪ੍ਰਧਾਨ ਹੈ, ਮਾਇਆ ਨਹੀਂ ਭੁੱਲ ਸਕਦੇ। ਸਰੋਪੇ ਭੁੱਲ ਕੇ ਦਿਖਾਉਣ, ਜਾਂ ਪੈਸੇ ਭੁੱਲ ਕੇ ਦਿਖਾਉਣ, ਨਾ ਸਰੋਪੇ ਦੇਣ। ਜੇ ਪੈਸੇ ਲੈ ਲੈ, ਸਰੋਪੇ ਦਿੱਤੇ ਨਹੀਂ। ਸਰੋਪੇ ਗਣਨੇ ਨੇ ਸ਼ਾਮ ਨੂੰ, ਇੰਨੇ ਸਰੋਪੇ ਗਏ ਨੇ, ਇੰਨੇ 100 ਦੇ ਨੋਟ ਲਿਆਓ, ਕਿੱਥੇ ਨੇ? ਇਹ ਅਕਾਊਂਟ ਉੱਥੇ ਕਿੰਨੇ ਦਫ਼ਤਰ ਨੇ, ਸਭ ਅਕਾਊਂਟ ਚੱਲਦਾ ਉੱਥੇ, ਪਰਚੀਆਂ ਚੱਲਦੀਆਂ ਨੇ। ਉਹਦਾ ਹੁੰਦਾ, ਇਹ ਨਹੀਂ ਹੁੰਦਾ ਹਿਸਾਬ ਕਿੰਨੇ ਆਦਮੀ ਸੁਣ ਕੇ ਗਏ, ਕਿੰਨੇ ਨੂੰ ਲਾਭ ਹੋਇਆ। ਕੋਈ ਰਿਕਾਰਡ ਨਹੀਂ ਹੈ। ਜਿਹੜੀ ਗੱਲ ਦਾ ਰਿਕਾਰਡ ਹੈ ਕੋਈ ਨਹੀਂ, ਜਿਹੜਾ ਤੁਹਾਡਾ ਟਾਰਗੇਟ ਹੈ ਕੋਈ ਨਹੀਂ ਹੈ ਧਰਮ ਦਾ, ਪੜ੍ਹਾਉਣ ਦਾ। ਤੂੰ ਤਾਂ ਰਿਜ਼ਲਟ ਕੀ ਆਉਣਾ ਸੀ? ਰਿਜ਼ਲਟ ਇਹ ਹਾਈ ਕੋਰਟ ਲੈ ਕੇ ਦਿੱਤਾ, ਐਸਾ ਧਰਮ ਐਸਾ ਕੋਈ ਹੈ ਹੀ ਨਹੀਂ। ਠੀਕ ਹੈ, ਵਧੀਆ ਹੋਇਆ, ਨੇੜੇ ਹੀ ਭੋਗ ਪਾਤਾ। ਹਾਂਜੀ, ਗ੍ਰੰਥ ਜੋਗਨ ਦਲਿਤ ਭੋਗਨ, ਦਲਿਤ ਭੋਗਨ, ਭੋਗਾਂ ਨੂੰ ਦਲਿਤ ਉਲਟ ਗੱਲ ਹੈ, ਦਲ ਰਿਹਾ। ਇਹਨਾਂ ਨੇ ਕੀਤਾ ਜੋਗ ਦਲਿਤ ਕਰਕੇ ਭੋਗ ਚ ਗਲਤ ਹੋ ਗਏ। ਹਾਂ, ਇਹ ਭੋਗ ਜਗੜਤ ਨੇ ਜੋਗ ਨੂੰ ਨਾਸ ਕੀਤਾ ਹੋਇਆ। ਕਰਨਾ ਸੀ ਭੋਗ ਨੂੰ ਨਾਸ, ਜੋਗ ਦੇ ਵਿੱਚ ਗੜੁੱਚ ਰਹਿਣਾ ਸੀ, ਗੁਰਬਾਣੀ ਨਾਲ ਜੁੜੇ ਰਹਿਣਾ ਸੀ। ਜਿਹੜੀ ਗੱਲ ਗੁਰਬਾਣੀ ਨਾਲ ਜੁੜਨ 'ਚ ਵਿਘਨ ਪਾਉਂਦੀ ਹੈ, ਉਹਨੂੰ ਗੁਰਦੁਆਰੇ ਤੋਂ ਪ੍ਰਕਰਮਾਂ ਤੋਂ ਬਾਹਰ ਭੇਜਣਾ ਚਾਹੀਦਾ ਸੀ। ਉਹਨੇ ਕਿਹਾ ਗੁਰੂ ਰਾਮਦਾਸ ਸਰਾਂ ਦੇ ਉਰੇ ਨਹੀਂ ਉਤਰਨਾ। ਅੱਬਲ ਤਾਂ ਉਹ ਜਿਹੜਾ ਮੇਨ ਗੇਟ ਹੈ ਉਹ ਤੇ ਹੀ ਅੰਦਰ ਨਹੀਂ ਆਉਣਾ। ਗੁਰੂ ਰਾਮਦਾਸ ਸਰਾਂ 'ਚ ਵੀ ਕਿਉਂ ਆਵੇ, ਸਾਡੇ ਏਰੀਏ 'ਚ ਕਿਉਂ ਆਵੇ? ਉਹਨੂੰ ਕਿਹਾ ਪਰੇ ਪਰੇ ਰਹਿ, ਜਿਹੜੀਆਂ ਬਾਹਰ ਵਾਲੀਆਂ ਪ੍ਰਕਰਮਾਂ ਨੇ ਉਹਦੇ ਵੀ ਬਾਹਰ ਰਹਿ। ਕਰਨਾ ਸੀ ਕੀ ਕਰਦੇ ਹੋ ਤੁਸੀਂ? ਕੀ ਫਿਰ ਭਾਲਦੇ ਹੋ ਉੱਥੇ ਤੁਸੀਂ? ਧਰਮ ਉੱਥੇ ਕਿੱਥੋਂ ਆਜੂ? ਧਰਮ ਕਰਤਾ ਦਾ ਬੈਨ ਲਾਇਆ ਤੁਸੀਂ। ਭਗਵੇ ਭੇਸਨ ਸੁਫਲੇ ਦੇਸਨ, ਜਾਂ ਤਾਂ ਮੰਨਣ ਤੇ ਹਟ ਜਾਣ ਦਸਮ ਗ੍ਰੰਥ ਨੂੰ ਵੀ ਅਸੀਂ ਨਹੀਂ ਮੰਨਦੇ, ਇਹ ਜਵਾਬ ਦੇਣ ਦਸਮ ਗ੍ਰੰਥ ਚੋਂ ਹੀ। ਹੁਣ ਇਹਦੇ ਜਵਾਬ ਦੇਣ ਕੀ ਗੱਲ ਸੀ? ਇਸੇ ਕਰਕੇ ਤੁਸੀਂ ਉੱਥੇ ਚੱਕਿਆ ਪ੍ਰਕਾਸ਼, ਵੀ ਇਹ ਤਾਂ ਸਿੱਧਾ ਹੀ ਮਾਰਦਾ ਥਪੇੜੇ, ਤਾਂ ਚੱਕਿਆ। ਜਦੋਂ ਚਾਹਾਂਗੇ ਪ੍ਰਕਾਸ਼ ਕਰ ਦਾਂਗੇ, ਕੋਈ ਰੋਕ। ਇਹਨਾਂ ਨੇ ਤਾਂ ਭੱਜ ਜਾਣਾ ਛੱਡ ਕੇ। ਜੇ ਅਸੀਂ ਕਹਿ ਤਾ ਨਾ ਵੀ ਅਸੀਂ ਆ ਕੇ ਪ੍ਰਕਾਸ਼ ਕਰਦੇ ਹਾਂ, ਮੈਨੂੰ ਪਤਾ ਬਾਹਰ 'ਚ ਭੱਜ ਗਏ ਸੀ ਸਾਰਾ ਛੱਡ ਕੇ। ਆ ਜਿਹੜਾ ਦਮਦਮਾ ਗੁਰਦੁਆਰਾ ਛੱਡ ਕੇ ਭੱਜ ਗਏ ਸੀ। ਜਾਂ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਮੈਂ ਦਰਸ਼ਨ ਕਰਨ ਆ ਗਿਆ, ਸਟੇਜ 'ਤੇ ਹੀ ਸੀ ਮੈਂ। ਇਹ ਕਹਿੰਦੇ ਜੇ ਪ੍ਰਤਾਪ ਸਿੰਘ ਕੈਰੋਂ ਸ਼ੇਰੇ ਪੰਜਾਬ ਹੈ ਤਾਂ ਦਰਸ਼ਨ ਕਰਕੇ ਦਿਖਾਵੇ ਇੱਥੇ। ਉਹ ਚੁੱਪ ਕਰਕੇ ਇਕੱਲਾ ਹੀ ਆ ਗਿਆ। ਮੈਨੂੰ ਪਤਾ ਹੈ, ਆ ਕੇ ਕਿਹਾ ਸਾਨੂੰ ਵੀ ਮੈਂ ਪੁਲਿਸ ਨਹੀਂ ਲੈ ਕੇ ਆਇਆ, ਮੈਨੂੰ ਐਂ ਕਿਹਾ। ਉਹ CID ਕਰਤੀ ਵੀ ਮਾਲਕ ਹੋਵੋ ਤੁਸੀਂ। ਇਹ ਮੈਨੂੰ ਕਹਿਣ ਦਰਸ਼ਨ ਨਹੀਂ ਕਰਨ ਦਿੰਦਾ, ਮੈਂ ਦਰਸ਼ਨ ਕਰਨੇ ਨੇ। ਪਹਿਲਾਂ ਤਾਂ ਕਹਿੰਦਾ ਮੈਂ ਸਟੇਜ 'ਤੇ ਜਾਣਾ, ਸਟੇਜ ਖਾਲੀ ਕਰਾਈ ਮੈਂ ਜਾ ਕੇ। ਸਟੇਜ 'ਤੇ ਖੜ੍ਹ ਕੇ ਉਹ ਕਮਿਸ਼ਨ ਨੂੰ ਵਿਚਾਲੇ ਹਟਾ ਕੇ ਮੈਨੂੰ ਕਹਿੰਦਾ ਹਟਾ ਦੇ, ਆਪ ਖੜਾ ਹੋ ਗਿਆ। ਉਹ ਦਸਤਾਰ ਦਿੱਤੀ ਜਹੇਦਾਰ ਨੇ, ਉਹਨੂੰ ਉੱਤੇ ਲਪੇੜ ਲਈ, ਪਤੰਦਰ ਨੇ ਪਹਿਲੀ ਦੇ ਚਿੱਟੀ ਦੇ ਉੱਤੇ ਨੀਲੀ ਲਪੇੜ ਲਈ, ਐਡਾ ਸਾਰਾ ਪਗੜ ਬਣਾ ਲਿਆ, ਸਾਡੇ ਵਿੱਚੇ ਰਲ ਗਿਆ। ਉਹ ਜਹੇਦਾਰ ਦੀ ਵੀ ਜਹੇਦਾਰ ਵੀ ਹੱਸ ਪਿਆ, ਉੱਥੇ ਬੈਠੇ ਬੈਠੇ ਨਹੀਂ ਬੰਨ ਲਿਆ। ਇਹ ਕੀ ਕਰਦਾ? ਚਲੋ ਮੌਜ ਹੁਣ ਐਂ ਥੋੜ੍ਹੀ ਕਹਿ ਸਕਦੇ ਵੀ ਨਾ ਲਪੇਟ। ਕਹਿੰਦਾ ਜਹੇਦਾਰ ਤੁਸੀਂ ਸਰੋਪਾ ਦਿੱਤਾ ਮੈਨੂੰ ਇੱਥੇ ਸਾਬੂ ਕੀ ਤਲਵੰਡੀ, ਮੈਂ ਤਾਂ ਉੱਤੇ ਹੀ ਹੁਣੇ ਸਜਾਊਂਗਾ। ਜਹੇਦਾਰ ਕਹਿੰਦੇ ਸਜਾ ਲੈ। ਉਹ ਪਹਿਲੇ ਦੇ ਉੱਤੇ ਹੀ ਸਜਾ ਲਿਆ, ਉੱਤੇ ਚਿੱਟਾ ਸੀ ਨਾ ਥੱਲੇ। ਹੁਣ ਉਹ 2 ਹੋ ਗਏ, ਏਡਾ ਸਾਰਾ ਤਾਂ ਹੋਏ ਜਾਣਾ ਸੀਗਾ। ਨਾਲੇ ਚਲੇ ਗਏ, ਉੱਥੇ ਜਾ ਕੇ ਕਹਿੰਦਾ ਵੀ ਉਹਨੇ ਛੇੜਤੀ ਵੀ ਕੱਲ੍ਹ ਕਿਹਾ ਕਬੀਸਰਾਂ ਨੇ ਕਹਿ ਦਿੱਤਾ ਕਿਤੇ ਸ਼ੇਰੇ ਪੰਜਾਬ ਕਹਾਉਂਦਾ ਇੱਥੇ ਵਿਸਾਖੀ 'ਤੇ ਆ ਕੇ ਦਿਖਾਵੇ, ਜਾਂ ਮੋਰਚਾ ਲੱਗਿਆ ਹੋਇਆ ਸੀ। ਉਹ ਕਹਿੰਦਾ ਮੈਂ ਆ ਗਿਆ, ਮੈਂ ਸਿਰਫ ਪ੍ਰਤਾਪ ਸਿੰਘ ਕਹਿ ਰਿਹਾ ਕਿ ਜੱਟ ਹਾਂ, ਮੈਂ ਪੰਜਾਬ ਦਾ ਚੀਫ ਮਿਨਿਸਟਰ ਬਣ ਕੇ ਨਹੀਂ ਆਇਆ, ਮੇਰੇ ਨਾਲ ਕੋਈ ਪੁਲਿਸ ਨਹੀਂ ਆਈ। ਪੁਲਿਸ ਨੇ ਸੀਟੀਆਂ ਵਜਾ, ਪਹਿਲਾਂ ਪੁਲਿਸ ਵਾਲਿਆਂ ਨੇ ਵੀ ਨਹੀਂ ਦੇਖਿਆ। ਜਾਂ ਉੱਠ ਕੇ ਕਿਹਾ ਮੈਂ ਪ੍ਰਤਾਪ ਸਿੰਘ ਕਹਿ ਰਿਹਾ ਤਾਂ ਪਛਾਣਾ, ਪੱਗ ਦੂਈ ਸੀ ਨਾ ਦਸਤਾਰ ਉੱਤੇ ਬੰਨੀ ਹੋਈ, ਪਛਾਣਿਆ ਉਹਨਾਂ ਨੇ ਵੀ ਨਹੀਂ ਹੈ। ਉਹਨਾਂ ਨੇ ਵਜਾਤੀਆਂ ਸੀਟੀਆਂ,
ਸਾਰੀ ਪੁਲਿਸ ਇਕੱਠੀ ਹੋ ਗਈ। ਕਹਿੰਦਾ ਖਬਰਦਾਰ ਜੇ ਕੋਈ ਮੇਰੇ ਨਾਲ ਆਇਆ, ਨੇੜੇ ਆਇਆ, ਮੈਂ ਦਰਸ਼ਨ ਕਰਨ ਜਾਣਾ। ਖਾਲਸਾ ਪੰਥ ਹੋਵੇ ਮੇਰੇ ਨਾਲ ਮਾਲਕ, ਤੁਹਾਡੀ ਕੀ ਲੋੜ ਹੈ ਮੈਨੂੰ? ਪਿੱਛੇ ਹਟੋ, ਮੈਂ ਸਸਪੈਂਡ ਕਰ ਦੂੰ ਜਿਹੜਾ ਮੇਰੇ ਨਾਲ ਹੈ। ਉਹ ਡਰ ਨਹੀਂ ਰਹੇ ਉਹ ਪੁਲਿਸ ਵਾਲਿਆਂ ਨੇ, ਫਿਰ ਵੀ ਉਹ ਦੂਰ ਰਹੇ ਨੇ ਬਹੁਤ ਵਿਚਾਰੇ। ਗੁਰਦੁਆਰੇ ਦੇ ਅੰਦਰ ਨਹੀਂ ਕੋਈ ਵੜਿਆ। ਉਹ ਸਿੰਘ ਸਾਰੇ ਅਸੀਂ ਕਿਹਾ ਭਾਈ ਹਥਿਆਰਬੰਦ ਹੋ ਕੇ ਆ ਗਏ, ਸਾਰੀਆਂ ਹਥਿਆਰ ਚੱਕ ਕੇ ਸਾਰੀ ਚਲਿਆ ਗਿਆ ਨਾਲ ਸਰੋਵਰ ਤੇ ਗਿਆ। ਜਦ ਇਸ਼ਨਾਨ ਤਾਂ ਕਿਹਨੇ ਕਰਨਾ ਸੀ, ਚੂੜਾ ਲਿਆ, ਛਿੱਟਾ ਜਿਹਾ ਮਾਰਿਆ, ਇੱਧਰ ਉੱਧਰ ਜਾ ਕੇ ਆਪਣੇ ਤਖਤ ਸਾਹਿਬ ਬਾਅਦ 'ਚ ਬਣਿਆ ਤਖਤ, ਉਦੋਂ ਹੈ ਨਹੀਂ ਤਖਤ ਬਣਿਆ। ਇਹ ਸਾਰੇ ਛੱਡ ਕੇ ਭੱਜ ਗਏ ਸੀ ਤਖਤ। ਉਦੋਂ ਪ੍ਰਕਾਸ਼ ਹੁੰਦਾ ਸੀ ਤਖਤ ਤੇ, ਦੱਸੋ ਇੱਥੇ ਵੀ ਇਹਨਾਂ 'ਚ ਹਿੰਮਤ ਹੈ। ਜਦੋਂ ਚਾਹਾਂਗੇ ਪ੍ਰਕਾਸ਼ ਕਰ ਦਾਂਗੇ। ਹਾਲੇ ਅਸੀਂ ਜਾਣ ਕੇ ਨਹੀਂ ਸੀ ਕਰਦੇ, ਸੰਗਤ ਦਾ ਡਰ ਸੀ, ਇਹਨਾਂ ਦਾ ਕੋਈ ਡਰ ਨਹੀਂ ਸੀ। ਸੰਗਤ ਨੂੰ ਨਹੀਂ ਗਿਆਨ ਸੀ, ਨਾ ਦਸਮ ਦਾ ਪਤਾ ਸੀ, ਨਾ ਆਦ ਦਾ ਪਤਾ ਸੀ। ਔਰ ਇਹਨਾਂ ਤੇ ਵਿਸ਼ਵਾਸ ਸੀ ਵੀ ਨਿਹੰਗ ਸਿੰਘ ਸਦਾਈ ਨੇ, ਇਹ ਕਾਂਗਰਸ ਨਾਲ ਰਲੇ ਹੋਏ ਨੇ, ਇਹ ਕੁਛ ਨਹੀਂ ਕਰਦੇ ਪੰਥ ਖਾਤਰ, ਇਹੀ ਕਰਦੇ ਨੇ ਪੰਥ ਖਾਤਰ ਸਭ ਕੁਛ। ਹੁਣ ਹੌਲੀ ਹੌਲੀ ਸੰਗਤ ਨੂੰ ਪਤਾ ਲੱਗ ਗਿਆ ਵੀ ਇਹ ਕੀ ਕਰਦੇ ਨੇ, ਪੰਥ ਖਾਤਰ ਕਰਦੇ ਨੇ ਕਿ ਆਪਣੇ ਨਿਆਣਿਆਂ ਖਾਤਰ ਕਰਦੇ ਨੇ, ਕਿ ਤਲਵਾਰਾਂ ਚਲਾਉਂਦੇ ਨੇ ਉੱਥੇ ਜਿਵੇਂ ਚਲਾਈਆਂ ਨੇ ਦਿੱਲੀ। ਹੁਣ ਕੋਈ ਲੁਕੀ ਹੋਈ ਗੱਲ ਨਹੀਂ ਰਹਿ ਗਈ। ਤੇ ਹੁਣ ਦਸਮ ਗ੍ਰੰਥ ਦੇ ਅਰਥ ਵੀ ਕਰਤੇ, ਭੁਲੇਖੇ ਦੂਰ ਕਰਤੇ। ਜਿਹਦਾ ਸਿਆਣੇ ਹੋਣਗੇ ਤਾਂ ਆਪੇ ਪ੍ਰਕਾਸ਼ ਕਰ ਦੇਣਗੇ। ਇਹ ਵੀ ਗੁਰੂ ਵਾਲੇ ਨੇ, ਇਹ ਕਿਹੜਾ ਗੁਰੂ ਤੋਂ ਬਾਕੀ ਨੇ, ਗੁਰੂ ਇਹਨਾਂ ਦਾ ਨਹੀਂ ਹੈ। ਜੇ ਗੁਰੂ ਵਾਲੇ ਨਹੀਂ ਹੈਗੇ, 1 ਸਾਲ ਦੇਖ ਲੈਂਦੇ ਆ, ਹੋਰ ਟਾਈਮ ਦੇ ਦਿੰਦੇ ਆ ਸਾਲ ਦਾ, ਸਾਲ ਭਰ ਅਰਥ ਚੱਲਣੇ ਹੀ ਨੇ। ਜਿਹੜੀ ਸ਼ੰਕਾ ਉਹ ਨਿਵਰਤ ਕਰ ਲੈਣ ਬੰਦੇ ਬਣ ਕੇ। ਜਿਵੇਂ ਚੱਕਿਆ ਸੀ, ਚਕਾਇਆ ਕੀ ਨਹੀਂ ਸੀ, ਚਕਾਇਆ ਸੀ ਸਾਧ ਨੇ। ਉਹ ਸਾਧ ਸੀ ਨਾ ਬੀਕਾਨੇਰ ਵਾਲਾ, ਫਤਿਹ ਸਿੰਘ, ਫਤਿਹਦੀਨ ਸੀ। ਫਤਿਹ ਸਿੰਘ ਕਿੱਥੇ ਸੀ? ਫਤਿਹਦੀਨ ਸੀ। ਉਹ ਫਤਿਹਦੀਨ ਨੇ ਚਕਾਇਆ ਸੀ। ਉਹ ਚੁੱਪ ਕਰਕੇ ਰੱਖ ਦੇਣ। ਫਤਿਹਦੀਨ ਨਾਲ ਤਾਰਾ ਸਿੰਘ, ਤਾਰਾ ਸਿੰਘ ਵੀ ਅੰਦਰੋਂ ਖਿਲਾਫ ਸੀ। ਤਾਰਾ ਸਿੰਘ ਦਾ ਡਰਦਾ ਸੀ ਨਾ, ਤਾਂ ਨਹੀਂ ਸੀ ਚੱਕਦਾ। ਪਹਿਲਾਂ ਅੰਦਰੋਂ ਸੀ ਤਾਰਾ ਸਿੰਘ ਠੀਕ ਹੁੰਦਾ। ਇਹਨਾਂ ਦਾ ਸੀ ਤਾਰਾ ਸਿੰਘ, ਮਿਸ਼ਨਰੀ ਵਾਲਿਆਂ ਦਾ ਹੋਰ ਸੀ ਉਹ। ਹਾਂਜੀ, ਭਗਵੇ ਭੇਸਨ ਸੁਫਲੇ ਦੇਸਨ। ਭਗਵੇ ਭੇਸਮ, ਭੇਸ ਨਹੀਂ ਬਦਲਿਆ। ਦੇਖੋ ਵਿਚਾਰਧਾਰਾ ਬਦਲੀ ਹੈ, ਭੇਸ ਨਹੀਂ ਬਦਲਿਆ। ਭੇਸ ਭਗਵਾਂ ਹੀ ਹੈ, ਜਿਹੇ ਜਿਹੇ ਕੱਪੜੇ ਪਾਉਂਦੇ ਪਾਈ ਜਾਂਦੇ। ਸੁਫਲੇ ਦੇਸਨ, ਸੁਫਲੇ ਦੇਸਮ, ਦੇਸ਼ ਬਦਲ ਲਿਆ, ਭੇਸ ਨਹੀਂ ਬਦਲਿਆ। ਦੇਸ਼ ਤਾਂ ਬਦਲ ਲਿਆ, ਭੇਸ ਨਹੀਂ ਬਦਲਿਆ। ਉਹ ਦੇਸ਼ ਕਿਵੇਂ ਬਦਲ ਲਿਆ? ਸਰੀਰ ਤਾਂ ਉਸੇ ਦੇਸ਼ 'ਚ ਹੈ, ਤਾਂ ਭੇਸ ਨਹੀਂ ਬਦਲਿਆ। ਆਪ ਕਿੱਥੇ ਵਸ ਗਿਆ? ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ। ਦੇਸ਼ ਬਦਲ ਲਿਆ, ਦੇਸ਼ ਬਦਲ ਲਿਆ, ਭੇਸ ਨਹੀਂ ਬਦਲਿਆ। ਜਿੱਥੇ ਫਲ ਲੱਗਦੇ ਨੇ ਸ੍ਰੇਸ਼ਟ, ਉਹ ਦੇਸ਼ ਚਲਾ ਗਿਆ। ਜਿੱਥੇ ਨਾਮ ਦਾ ਫਲ ਲੱਗਦਾ, ਆਤਮਾ ਕਰਕੇ ਬਦਲਣਾ ਸੀ ਦੇਸ਼। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ। ਕੌਣ ਕਰੇ ਅਰਥ? ਇੱਕ ਲਫ਼ਜ਼ ਕਿਤੇ ਹੈ, ਇੱਕ ਪੈਰ ਕਿਤੇ ਹੈ, ਦੇਸ਼ ਕਿਤੇ ਹੈ, ਭੇਸ ਕਿਤੇ ਹੈ। ਇੱਕ ਪੈਰ ਸੰਸਾਰ 'ਚ ਹੈ, ਇੱਕ ਸੱਚਖੰਡ 'ਚ ਹੈ। ਭਗਵੇਂ ਭੇਸਮ, ਇਹ ਪੰਕਤੀ ਤਾਂ ਸੰਸਾਰ 'ਚ ਹੈ। ਸੁਫਲੇ ਦੇਸਮ, ਇਹ ਸੱਚਖੰਡ 'ਚ ਹੈ। ਦੋਏ ਲਫ਼ਜ਼ ਨੇ, ਸੁਫਲੇ ਦੇਸਮ, ਭਗਵੇਂ ਭੇਸਮ, ਦੋ ਨੇ। 4 ਸ਼ਬਦ ਨੇ। ਲੋਕ ਪਰਲੋਕ ਦੀ ਗੱਲ ਹੈ ਦੋਹਾਂ 'ਚ, 4 ਸ਼ਬਦਾਂ 'ਚ। ਗੁਰੂ ਨਾਨਕ ਨੇ ਵੀ ਕੀਤੀ ਹੈ ਸ਼ਾਰਟ 'ਚ ਗੱਲ, ਉਦੋਂ ਜ਼ਿਆਦਾ ਸ਼ਾਰਟ 'ਚ। ਉਹਨਾਂ ਨੇ ਨਹੀਂ ਕਿਹਾ ਕਿਉਂ ਕਰ ਵਾਧਾ ਸਰਪ ਨਹੀਂ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ। ਉਹ ਕਹਿੰਦੇ ਦੁਰਮਤ ਵਾਧਾ ਸਰਪ ਨਹੀਂ ਖਾਧਾ, ਉਹ ਵੀ ਹੈ। ਮਨਮੁਖੀ ਖੋਇਆ ਗੁਰਮੁਖ ਲਾਧਾ, ਉਦੋਂ ਵੀ ਸ਼ਾਰਟ 'ਚ ਹੈ।
ਲਫ਼ਜ਼ ਗਿਣ ਲਓ ਕਿੰਨੇ ਨੇ? ਚਾਰੇ। 4 ਲਫ਼ਜ਼ ਨੇ। ਚਾਰਾਂ ਜੁਗਾਂ ਦੀ ਗੱਲ ਹੈ। ਫਿਰ ਚਾਰਾਂ ਲੋਕਾਂ ਦੀ ਗੱਲ ਹੈ। 3 ਲੋਕ ਮਾਇਆ ਚ ਨੇ, ਚੌਥਾ ਸੱਚਖੰਡ ਹੈ। 4 ਸ਼ਬਦ 4 ਅੱਖਰਾਂ 4 ਲੋਕਾਂ ਦੀ ਗੱਲ ਹੈ ਨਾ। ਸਮਝਦਾਰ ਕਰਕੇ 4 ਦੀ ਹੈ। ਪੰਡਤ ਵਾਸਤੇ ਕੋਈ ਵੀ ਨਹੀਂ ਹੈ। ਕੋਈ ਅਰਥ ਪੰਡਤ ਵਾਸਤੇ ਕੋਈ ਅਰਥ ਬਣਦਾ ਹੀ ਨਹੀਂ। ਆਪਾਂ ਹੋਏ ਭੇ ਸਿੰਘ ਸੁਬਲੇ ਦੇ ਸਿੰਘ ਉਹੀ ਆ, ਉਹ ਜਿਹੜਾ ਕਹਿੰਦਾ ਸੀ ਬਠਿੰਡੇ ਵਾਲਾ, ਇੱਕ ਦਾ ਹੈਗਾ ਦੋ ਦਾ ਦੂਆ, ਉਹ ਹੈ। ਉਹਨਾਂ ਦੇ ਵਾਸਤੇ ਇਹੀ ਹੈ। ਅਚਲ ਧਰਮੰ ਅਖਲ ਕਰਮੰ। ਆ ਦੇਖੋ, ਉੱਥੇ ਤਾਂ ਅਚਲ ਧਰਮ ਹੈ ਸੱਚਖੰਡ ਚ। ਇਹ ਨਾ ਕਿ ਵੀ ਅਰਥ ਗਲਤ ਕਰ ਲਏ। ਅਚਲ ਧਰਮ ਧਰਮ ਅਚਲ, ਮਾਇਆ ਤਾਂ ਡੋਲਦੀ ਹੈ। ਕਬੀਰ ਮਾਇਆ ਡੋਲਣੀ, ਮਾਇਆ ਤੋਂ ਪਰੇ ਹੈ। ਧਰਮ ਕਮਾਉਣ ਵਾਲਾ ਮਾਇਆ ਤੋਂ ਪਰੇ ਹੈ। ਅਚਲ ਧਰਮ ਅਚਲ ਮਾਇਆ ਦੇ ਅੰਦਰ ਕਿੱਥੇ ਉਹ? ਧਰਮ ਰਾਜ ਮਾਇਆ ਦੇ ਅੰਦਰ ਨਹੀਂ, ਮਾਇਆ ਤੋਂ ਪਰੇ। ਸਾਚ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ। ਫਿਰ ਚੱਲ ਉੱਥੇ ਹੀ ਹੈ। ਮਾਇਆ ਦਾ ਚਲਾਏ ਮਾਨ ਹੈ। ਫਿਰ ਮਨ ਨਹੀਂ ਹੈ, ਮਨ ਖਤਮ ਹੈ ਹੁਣ। ਅਚਲ ਧਰਮੰ। ਅਖਲ ਕਰਮੰ। ਅਖਲ ਕਰਮ। ਕਰਮ ਕੀ ਨੇ? ਕਰਮ ਕੀ ਨੇ? ਅਖਲ ਕਰਮੰ। ਹਾਂ, ਅਖਲ ਨੇ। ਐਸੇ ਕਰਮ ਨਹੀਂ ਹੈ ਜਿਹੜੇ ਸਰੀਰ ਨਾਲ ਜੁੜ ਕੇ ਹੋਏ ਹੋਣ। ਖਲ ਤੋਂ ਰਹਿਤ ਵਾਲੇ, ਸਰੀਰ ਤੋਂ ਬਿਨਾਂ ਵਾਲੇ ਕਰਮ। ਆਹੋ ਅਖਲ। ਆਹੋ, ਸਰੀਰ ਦੇ ਨਾਲ ਕਰਮ ਕੋਈ ਨਹੀਂ ਕਰਦਾ। ਅੱਖਾਂ ਬਾਝੋਂ ਵੇਖਣਾ, ਬਿਨ ਕੰਨੀ ਸੁਣਨਾ, ਜੀਭਾਂ ਬਾਝੋਂ ਬੋਲਣਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ। ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ, ਉਹ ਕਰਮ ਨੇ। ਲਫ਼ਜ਼ ਦੋਏ ਵਰਤਦੇ ਨੇ। ਜੇ ਤਾਂ ਪਿੱਛੇ ਪਤਾ ਹੈ ਆਦਾ ਤਾਂ ਇਹਦੇ ਚੋਂ ਪੱਲੇ ਕੁਛ ਪਊਗਾ, ਨਹੀਂ ਕੱਖ ਵੀ ਨਹੀਂ ਪੱਲੇ ਪੈਣਾ। ਕਿਵੇਂ ਅਰਥ ਕਰਦੇ? ਅਖਲ ਕਰਮੰ। ਫਿਰ ਕਰਮ ਹੈਗਾ ਪਰ ਸਰੀਰ ਵਾਲਾ ਨਹੀਂ ਹੈ। ਸਰੀਰ ਵਾਲਾ ਕਿੱਥੇ? ਚਮਰ ਪੋਸ ਕਾ ਮੰਦਰ ਤੇਰਾ ਜਿਹੜਾ, ਉਹਦੇ ਨਾਲ ਨਹੀਂ ਕੋਈ ਕਰਮ ਹੈਗਾ ਕਰਦਾ। ਉਹ ਨਹੀਂ ਕਰਦਾ। ਧਰਮ ਦਾ ਕਰਮ ਹੈਗਾ ਪਰ ਸਰੀਰ ਵਾਲਾ ਨਹੀਂ ਹੈ। ਉਹ ਕਰਮ ਸ਼ਬਦ ਬਚਾ। ਹਾਂ, ਕਰਮ ਕੀ ਹੈ? ਉੱਥੇ ਕਰਮ ਹੈ ਕਾਲ ਖਾਏ ਕਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਉਹ ਕਰਮ ਹੈ। ਨਾਨਕ ਨੇ ਵੀ 4 ਸ਼ਬਦਾਂ 'ਚ ਕਿਹਾ, ਕਾਲ ਖਾਏ ਕਛੱਥੋਂ ਦੇ। 5 ਸ਼ਬਦ ਨੇ, 5 ਲਫ਼ਜ਼ ਨੇ। ਉਹਨਾਂ ਨੇ ਕੋਈ ਵਰਤਿਆ ਅਖਲ ਕਰਮ। ਅਖਲ ਕਰਮ 2 ਲਫ਼ਜ਼ ਵਰਤੇ ਨੇ, ਉੱਥੇ 5 ਵਰਤੇ ਨੇ। ਅਮਿਤ ਜੋਗਮ। ਸਮਝੇ ਨਹੀਂ? ਕਾਲ ਖਾਏ ਕਛੱਥੋਂ ਦੇ, ਆਪ ਸ਼ਬਦ ਵਿਚਾਰਦਾ, ਆਪ ਬੁੱਝਦਾ, ਆਪ ਜਪੈ ਅਬਰਾ ਨਾਮ ਜਪਾਵੈ। ਇਹ ਕਰਮ ਆਪਣੀ ਕਮਾਈ ਮਿਹਨਤ ਕਰਕੇ ਵਿਚਾਰਦਾ, ਉਹ ਫਿਰ ਹੋਰਾਂ ਨੂੰ ਖੜਾਉਂਦਾ ਹੈ, ਦੱਸਦਾ। ਅਮਿਤ ਜੋਗਮ। ਹੁਣ ਜੋਗ ਜਿਹੜਾ ਹੈ ਅਮਿਤ ਹੋ ਗਿਆ। ਜੋਗ ਪਹਿਲਾਂ ਅਮਿਤ ਨਹੀਂ ਸੀ। ਜਿਹੜਾ ਸਰੀਰ ਨਾਲ ਮਨ ਚਿੱਤ ਦਾ ਜੋਗ ਹੁੰਦਾ, ਉਹ ਨਹੀਂ ਰਿਹਾ ਹੁਣ। ਮਨ ਚਿੱਤ ਵਾਲਾ ਜੋਗ ਜਿਹੜਾ, ਉਹ ਸਮਾਬੱਧ ਹੁੰਦਾ। ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਜੋਗ ਆ। ਜਿਹੜਾ ਸ਼ਬਦ ਨਾਲ ਜੋਗ ਹੋ ਗਿਆ, ਸੁਰਤ ਦਾ ਆ ਗਿਆ ਨਾ ਉੱਪਰ ਨਾਦ। ਸ਼ਬਦ ਸੁਰਤ ਭਾਵ ਸਾਗਰ ਦਰੀ ਹੈ। ਨਾਦ ਆ ਗਿਆ ਨਾ ਉੱਪਰ, ਨਾਦ ਪਹਿਲਾਂ ਪ੍ਰਗਟ ਨਹੀਂ ਹੋ ਗਿਆ। ਇਹ ਮਿੱਤ ਜੋਗ ਹੈ। ਇਹ ਮਿੱਤ ਜੋਗ ਹੈ। ਜੋਗ ਦੇ ਨਾਲ ਲਫ਼ਜ਼ ਅਮਿਤ ਲੱਗ ਗਿਆ। ਪਹਿਲਾਂ ਜੋਗ ਨਾਲ ਅਮਿਤ ਨਹੀਂ ਲਫ਼ਜ਼ ਲੱਗਿਆ ਹੋਇਆ। ਅਮਿਤ ਕਦ ਲੱਗਦਾ ਹੈ? ਇਹ ਹੈ ਪੜ੍ਹਾਈ ਬੇਸਿਕ ਹੋਰ ਤਰ੍ਹਾਂ ਦੀ। ਜਿਹੜੇ ਤੁਸੀਂ ਸਵਾਲ ਪੁੱਛਦੇ ਹੋ ਨਾ, ਉਹ ਸਾਰੇ ਸਵਾਲਾਂ ਦੇ ਜਵਾਬ ਨੇ। ਕੋਈ ਸਵਾਲ ਰਹਿ ਹੀ ਨਹੀਂ ਜਾਣਾ ਪੁੱਛਣ ਨੂੰ।
ਜਦੋਂ ਜੋਗ ਹੈ ਚਿੱਤਰ ਮਨ ਦਾ, ਉਹ ਜੋਗ ਹੈ। ਜੇ ਸ਼ਬਦ ਸੁਰ ਦਾ ਜੋਗ ਹੈ, ਉਹ ਜੋਗ ਅਮਿਤ ਜੋਗ ਹੈ। ਭਾਸ਼ਾ ਬਦਲ ਗਈ। ਜਿਵੇਂ ਲੰਗੋਟ ਔਰ ਕਾਛੀ ਆਇਆ ਸੀ, ਉਹਦੀ ਨੈਨੋ ਟੈਕਨੋਲੋਜੀ ਬਣਾਈ। ਹਾਂ, ਅਮਿਤ ਜੋਗੰ ਤਜਿਤ ਭੋਗੰ। ਤਜਿਤ ਭੋਗ, ਇਹ ਜਿਹੜੇ ਸੰਸਾਰੀ ਭੋਗ ਨੇ ਉਹ ਤਾਂ ਅਲੱਗ ਮਨ ਕਰਕੇ ਤਜੇ ਹੋਏ ਨੇ, ਸਰੀਰ ਕਰਕੇ ਨਹੀਂ ਤਜੇ ਹੋਏ। ਉਹਨੇ ਆਪ ਤਜੇ ਹੋਏ ਨੇ। ਭਈ ਜੇ ਹੁਣ ਤੇਰਾ ਵਰਤਾ ਹੈ, ਗੱਡੀ ਦਾ ਵਰਤਾ ਨਹੀਂ ਹੈ। ਗੱਡੀ ਤਾਂ ਕਰਤੀ ਸਿੱਧੀ ਤਾਂ ਉੱਥੇ ਨੂੰ ਦਿੱਲੀ ਨੂੰ, ਤੇਰਾ ਵਰਤਾ ਹੈ। ਹੁਣ ਗੱਡੀ ਵਰਤ ਰੱਖੂਗੀ, ਉਹ ਤਾਂ ਡੀਜ਼ਲ ਪਾਉਣਾ ਪਊਗਾ। ਹਾਂ, ਤੂੰ ਕਹੇ ਮੇਰਾ ਤਾਂ ਵਰਤਾ, ਗੱਡੀ ਨੂੰ ਕਹੇ ਤੂੰ ਵੀ ਰੱਖ ਵਰਤ, ਉਹਨੇ ਨਹੀਂ ਰੱਖਣਾ ਹੈਗਾ। ਜੇ ਚਲਾਉਣੀ ਹੈ ਤਾਂ ਉਹ 'ਚ ਡੀਜ਼ਲ ਪਾ। ਸਰੀਰ ਦਾ ਵਰਤ ਨਹੀਂ ਹੈ। ਸਰੀਰ ਦਾ ਕਾਹਦਾ ਵਰਤ ਹੁੰਦਾ ਹੈ? ਤਜਿਤ ਭੋਗੰ, ਭੋਗ ਮਨ ਨਹੀਂ ਛੱਡਣਾ। ਹਾਂ, ਘੋੜੇ ਦਾ ਵਰਤ ਰੱਖੇਗਾ, ਘੋੜਾ ਚੱਲੂਗਾ। ਫਿਰ ਨਾਲ ਤੈਨੂੰ ਆਪਾਂ ਨੂੰ ਕੀ ਹੱਕ ਹੈ ਘੋੜੇ ਦਾ ਵਰਤ ਰੱਖੀਏ? ਘੋੜਾ ਆਪਣਾ ਵਰਤ ਆਪ ਰੱਖੇ, ਉਹ ਆਪ ਰੱਖੇ ਵਰਤ। ਤੁਸੀਂ ਆਪਣਾ ਰੱਖੋ, ਘੋੜਾ ਆਪਣਾ ਰੱਖੇ, ਸਰੀਰ ਆਪਣਾ ਰੱਖੇ। ਦੋ ਨਹੀਂ ਮੰਨਦੇ, ਇੱਕੋ ਮੰਨਦੇ ਨੇ। ਦੋ ਮੰਨੂਗਾ, ਮਾਇਆ ਅੱਡ ਹੈ। ਦੋ ਸਰੀਰ ਨੇ ਨਾ, ਦੋਹਾਂ ਦੀ ਖੁਰਾਕ ਅੱਡ ਅੱਡ ਹੈ ਨਾ, ਫਿਰ ਇੱਕ ਦਾ ਹੀ ਵਰਤ ਹੋਊਗਾ। ਤੂੰ ਰੱਖਣਾ ਆਪਣਾ ਵਰਤ ਰੱਖ, ਦੂਆ ਆਪਣਾ ਰੱਖੇ ਨਾ ਰੱਖੇ, ਆਪਾਂ ਨੂੰ ਕੀ। ਕਈ ਵਾਰ ਜੇ ਘੋੜਾ ਬਿਮਾਰ ਹੋ, ਉਹਨੇ ਪਾਣੀ ਪੀਣਾ ਹੀ ਨਹੀਂ। ਜੇ ਗੱਡੀ ਗੈਰੇਜ 'ਚ ਖੜੀ, ਉਹਨੇ 10 ਦਿਨ ਨਹੀਂ ਮੰਗਣਾ ਕੁਛ ਖਾਣ ਨੂੰ, ਪਰ ਤੂੰ ਸੋਤਾ ਲੰਮਾ ਪਿਆ ਵੀ ਮੰਗੇਗਾ ਚਾਹ ਪੀਣ ਨੂੰ, ਤੇ ਕੰਮ ਨਹੀਂ ਕਰਦਾ। ਅਸੀਂ ਤਾਂ ਮੰਗਾਂਗੇ। ਉਹ 10 ਦਿਨ ਨਹੀਂ ਮੰਗਦੀ, ਗੈਰੇਜ 'ਚ ਖੜੀ ਮਹੀਨਾ ਨਹੀਂ ਮੰਗਦੀ। ਤੁਸੀਂ ਮਹੀਨਾ ਨਾ ਪੀ ਕੇ ਦਿਖਾਓ ਪਾਣੀ ਆ ਚਾਹ, ਚਾਹੇ ਕੰਮ ਨਹੀਂ ਕਰਦੇ ਕੋਈ। ਉਹ ਹੋਰ ਚੀਜ਼, ਤੁਸੀਂ ਹੋਰ ਚੀਜ਼। ਸਰੀਰ ਹੋਰ ਚੀਜ਼, ਆਤਮਾ ਹੋਰ। ਸਰੀਰ ਹੋਰ ਚੀਜ਼। ਇੰਨੀ ਅਕਲ ਨਹੀਂ, ਉਹ ਧਰਮ ਨੂੰ ਛੇੜਦੇ ਨਾ, ਦੂਰੇ ਰਹਿਣੇ ਤੇ। ਜਿਹਨੂੰ ਇੰਨੀ ਅਕਲ ਨਹੀਂ, ਗੱਲਾਂ ਕਰਦੇ ਨੇ ਧਰਮ ਦੀਆਂ। ਇਹੀ ਅਰਥ ਕਰਦੇ ਵੀ ਸਰੀਰ ਵਾਲੇ ਭੋਗ ਛੱਡਦੇ, ਤਜਿਤ ਭੋਗੰ। ਕਹ ਤੂੰ ਵੀ ਛੱਡ ਦੇ। ਉਹ ਐ ਸੀਗੇ, ਇਹ ਤਾਂ ਕਰੇ ਨੇ ਇਹਨਾਂ ਨੇ, ਇਹ ਪੰਡਤ ਵੀ ਭੋਗ ਤਜਿਆ ਕਰੋ, ਸਾਨੂੰ ਦਾਨ ਕਰਿਆ ਕਰੋ। ਉਹ ਏਦਾਂ ਹੀ ਕਰਦੇ ਵੀ। ਹਾਂ, ਉਹ ਕਾਸ਼ਤੀ ਹੋਈ, ਹੋਰ ਹੋਇਆ ਵੀ ਜਦੋਂ ਤੁਸੀਂ ਜਪ ਕਰਨਾ, ਉਹ ਕਰਨਾ, ਉਹ ਛੱਡ ਕੇ ਨਾ ਖਾਣਾ, ਸਾਨੂੰ ਦਾਨ ਕਰਿਆ ਕਰੋ। ਇਹਨਾਂ ਨੇ ਕਾਨੂੰਨ ਬਣਾਇਆ ਤਾਂ ਇਹ ਹੁਣ ਉਹ ਅਰਥ ਕਿਵੇਂ ਕਰ ਦਿੰਦਾ? ਆਪਣੇ ਪੈਰ ਗੋੜ ਮੰਨ ਲੈਂਦਾ। ਉਹਨਾਂ ਦੀਆਂ ਮਜਬੂਰੀਆਂ ਨੇ ਕੁਛ ਤਾਂ ਅਰਥ ਕੀਤੇ ਨੇ, ਮੈਨੂੰ ਪਤਾ, ਤੁਹਾਨੂੰ ਨਹੀਂ ਪਤਾ। ਜੋ ਅਰਥ ਕਰ ਦਿੰਦੇ, ਇਹ ਕਾਹਤੇ ਕਿਹਾ? ਦਸਮ ਪਾਤਸ਼ਾਹ ਨੇ ਕੀ ਕਿਹਾ? ਦਸਮ ਪਾਤਸ਼ਾਹ ਨੇ ਉਹਨਾਂ ਦੀ ਫੱਟੀ ਪਹੁੰਚੀ, ਉਹਨਾਂ ਨੇ ਆਪਣੀ ਬਚਾ ਲਈ। ਦਸਮ ਪਾਤਸ਼ਾਹ ਨੇ ਉਹਨਾਂ ਦੀ ਫੱਟੀ ਪਹੁੰਚੀ ਹੈ ਵੀ ਜਿਹੜਾ ਉੱਧਰ ਜਾਂਦਾ ਸੀ ਰਾਸ਼ਨ ਬੰਦ ਕਰੋ, ਉਹਨਾਂ ਨੇ ਆਪਣੀ ਬਚਾ ਲਈ ਅਰਥ ਕਰਕੇ। ਉਹ ਏਡੇ ਪਾਗਲ ਸੀ ਵੀ ਅਰਥ ਹੋਰ ਦੇ ਦਿਓ ਕਰਕੇ। ਸੁਫਲ ਕਰਮੰ ਸੋ ਬ੍ਰਿਤ ਧਰਮੰ। ਦੇਖੋ, ਸੁਫਲ ਕਰਮੰ ਐ ਪੜ੍ਹਨਾ, ਸੁਫਲ ਕਰਮੰ, ਸੁਫਲ। ਸੁਫਲ ਕਰਮੰ। ਹਾਂ, ਉਹ ਜਿਹੜਾ ਸੱਚਖੰਡ 'ਚ ਫੜ ਲੱਗਦਾ ਨਾ, ਜੋ ਕਰਮਾਂ ਨੂੰ ਫੜ ਲੱਗਦਾ, ਹੁਣ ਜੋ ਕਰਦਾ ਉਹਨੂੰ ਫੜ ਲੱਗਦਾ। ਕੀ ਕਰਦਾ? ਸ਼ਬਦ ਵਿਚਾਰ ਕਰਦਾ, ਕੁਛ ਉਹ ਤੋਂ ਪ੍ਰਾਪਤ ਹੁੰਦਾ, ਗਿਆਨ ਪ੍ਰਾਪਤ ਹੁੰਦਾ, ਅੱਗੇ ਤੇ ਅੱਗੇ ਮਿਲਦਾ। ਗਿਆਨ ਨੂੰ ਫੜ ਕੇ ਆਈ ਹੋਇਆ, ਗਿਆਨ ਫੜ ਲੱਗਦਾ ਹੀ ਹੈ। ਸ਼ਬਦ ਵਿਚਾਰ ਕਰਦੀ ਹੈ ਬੁੱਧੀ, ਤੇ ਵਿਚਾਰ ਕਰਦੀ ਹੈ ਤੇ ਫਲ ਲੱਗਦਾ, ਖੋਜ ਕਰਦੀ ਹੈ ਤੇ ਫਲ ਲੱਗਦਾ। ਸਾਇ ਮੇਰਾ ਨੀਤਨਮਾ ਮਿਲਦਾ। ਨਿੱਤ ਨਵੀਂ ਗੱਲ। ਜੇ ਚੜਾਈ ਚੜੂ ਪਈ ਪਹਾੜ ਤੇ ਨੂੰ, ਕੁਝ ਗਾਹਾਂ ਨੂੰ ਉੱਪਰ ਨੂੰ ਜਾਊਗਾ ਨਾ। ਜੇ ਆਦਮੀ ਪਹਾੜ ਤੇ ਚੜ੍ਹਦਾ, ਰੋਜ਼ ਉਚਾਈ ਵਧੂ ਹੈ ਉਹਦੀ, ਉੱਪਰੇ ਜਾਊਗਾ, ਬੁੱਧੀ ਉੱਪਰੇ ਜਾਂਦੀ ਹੈ ਲੈਵਲ। ਉਹੀ ਕਰ ਸਫਲ ਹੈ, ਸਫਲਤਾ ਪ੍ਰਾਪਤ ਹੋ ਰਹੀ ਹੈ ਕਰਮ ਦੇ ਵਿੱਚ। ਸਫਲਤਾ ਕੀ ਪ੍ਰਾਪਤ ਹੈ? ਜਿਹੜਾ ਮਨ ਹੈ, ਮਨ ਹੈ, ਇਹਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਹੋ ਰਹੀ। ਮਨ ਨੂੰ ਜਿੱਤਣ, ਮਨ
ਹੋਰ ਮੰਨੀ ਜਾਂਦਾ, ਹੋਰ ਮੰਨੀ ਜਾਂਦਾ, ਹੋਰ ਮੰਨੀ ਜਾਂਦਾ, ਹੋਰ ਮੰਨੀ ਜਾਂਦਾ, ਹੋਰ ਮੰਨੀ। ਆਖਰ ਮਹਿੰਦੀ ਕਰਕੇ ਕਾਲਿਆ ਆਪ ਪਿਸਾਏ ਪਿਸਾਏ। ਮਹਿੰਦੀ ਵਰਗਾ ਵੀ ਹੋ ਗਿਆ ਤਾਂ ਵੀ ਰਗੜੀ ਜਾਂਦਾ, ਉਹਨੂੰ ਵੀ ਕਿਤੇ ਕੋਈ ਡਲੀ ਰਹਿ ਨਾ ਗਈ ਹੋਵੇ। ਮਹਿੰਦੀ ਕਰਕੇ ਵੀ ਰਗੜਿਆ ਹੋਇਆ, ਹੋਰ ਰਗੜੀ ਜਾਈਦਾ, ਕਿਤੇ ਡਲੀ ਖਬਰ ਹੈ, ਕਿਤੇ ਸ਼ੰਕਾ ਹੈ, ਕਿੱਥੇ ਸ਼ੰਕਾ ਹੈ। ਸ਼ੰਕਾ ਦਾ ਨਹੀਂ ਪਤਾ ਲੱਗਦਾ ਕਦੋਂ ਖੜੀ ਹੋ ਜਾਣੀ ਹੈ। ਜਿਹੜੀ ਸ਼ੰਕਾ ਉਹਨੂੰ ਰਗੜੋ, ਅੱਖ 'ਚ ਪਾਏ ਤੇ ਪਤਾ ਲੱਗੂ। ਸੁਰਮਾ ਸੁਰਮਾ ਅੱਖ 'ਚ ਪਾਏ ਤੇ ਪਤਾ ਲੱਗੂ ਜੇ ਡਲੀ ਹੈ, ਉਹਦਾ ਨਹੀਂ ਪਤਾ ਲੱਗਦਾ ਹੈਗਾ ਸੁਰਮੇ ਦਾ ਵੀ ਰਗੜਿਆ ਗਿਆ। ਅੱਖ 'ਚ ਪਾਏ ਤੇ ਰੜਕੂਗਾ, ਫਿਰ ਪਤਾ ਲੱਗੂਗਾ ਵੀ ਜੋ ਕੋਈ ਹੋਰ ਰਗੜਨ ਵਾਲਾ। ਸੁਬ੍ਰਿਤ ਧਰਮੰ। ਹਾਂ, ਸੁਬ੍ਰਿਤ ਧਰਮੰ, ਸੁਬ੍ਰਿਤੀ, ਸੁਬ੍ਰਿਤੀ ਧਰਮ ਦੇ ਵਿੱਚ ਜਿਹੜੀ ਬਿਰਤੀ ਹੈ, ਧਰਮ ਦੀ ਬਿਰਤੀ ਸੋਚ ਦਾ ਦਾਇਰਾ ਹੁੰਦਾ। ਬਿਰਤੀ ਕਹਿੰਦੇ ਨੇ ਜਿਹੜੇ ਦਾਇਰੇ ਸਾਡੀ ਸੋਚ ਰਹਿੰਦੀ ਹੈ, ਜਿਹੜੇ ਦਾਇਰੇ ਸਾਡਾ ਧਿਆਨ ਰਹਿੰਦਾ। ਸ੍ਰੇਸ਼ਟ ਬਿਰਤੀ ਯਾਨੀ ਸੱਚ ਨਾਲੇ ਜੁੜਿਆ ਰਹਿੰਦਾ, ਮਾਇਆ ਵੱਲ ਨੂੰ ਝਾਕਦਾ ਹੀ ਨਹੀਂ। ਬਿਰਤੀ ਮਾਇਆ ਦਾ ਫੁਰਨਾ ਹੀ ਨਹੀਂ ਉੱਠਦਾ, ਜਦ ਅੰਦਰ ਉੱਠਦਾ ਹੀ ਨਹੀਂ ਮਾਇਆ ਦਾ ਫੁਰਨਾ, ਉਹ ਬਿਰਤੀ ਸ੍ਰੇਸ਼ਟ ਹੁੰਦੀ। ਉਹ ਧਰਮ ਦੀ ਬਿਰਤੀ ਸ੍ਰੇਸ਼ਟ ਹੁੰਦੀ ਹੈ ਜਾਂ ਮਾਇਆ ਦਾ ਫੁਰਨਾ ਆਪੇ ਹੀ ਨਹੀਂ ਉੱਠਦਾ। ਇੱਕ ਮਾਇਆ ਦਾ ਫੁਰਨਾ ਰੋਕੀ ਦਾ ਹੁੰਦਾ, ਉੱਠਿਆ ਹੋਇਆ, ਉਦੋਂ ਪਹਿਰਾ ਹੁੰਦਾ ਡੰਡਾ, ਉਹ ਦੇਖਿਆ ਨਾ ਉੱਤੇ ਖੜਾ ਡਾਂਗ ਲਈ ਪਹਿਲਾਂ ਆਇਆ ਸੀ, ਉਹ ਫੁਰਨੇ ਉਦੋਂ ਉੱਠਦੇ ਤੇ, ਹੁਣ ਨਹੀਂ ਉੱਠਦਾ। ਸ਼ਬਦ ਵਿਚਾਰ ਜਿੰਨਾ ਚਿਰ ਲੱਗਿਆ ਉਹਨੇ ਤਾਂ ਉੱਠਦਾ ਹੀ ਨਹੀਂ ਹੁੰਦਾ। ਸ਼ਬਦ ਵਿਚਾਰ ਤੋਂ ਬਾਅਦ ਵੀ ਨਾ ਉੱਠੇ, ਜੇ ਉੱਠੇ ਤਾਂ ਕਿਹਾ ਜਾ ਉੱਠੇ ਵੀ ਜਿਹੜਾ ਮਾਇਆ ਆ ਗਈ ਇਹ ਕਿੱਥੇ ਖਰਚ ਕਰੀਏ, ਕਿਹੜੇ ਪ੍ਰਕਾਰ ਤੇ, ਪਰ ਪ੍ਰਕਾਰ ਤੇ ਖਰਚ ਕਰੀਏ। ਇਹਨੂੰ ਕਿਸ ਤਰੀਕੇ ਨਾਲ ਲੇਖੇ ਲਾਈਏ ਕਿ ਇਹ ਜਿਹੜਾ ਧਰਮ ਦਾ ਅਸੀਂ ਕਰ ਰਹੇ ਹਾਂ ਕਰਮ, ਇਹਦੇ 'ਚ ਮਾਇਆ ਸਹਾਇਤਾ ਦੇ ਦੇਵੇ। ਇਹ ਵੀ ਧਰਮ ਹੈ, ਸੁਬ੍ਰਿਤ ਹੈ, ਇਹ ਸੁਬ੍ਰਿਤ ਧਰਮ 'ਚ ਆ ਜੂਗੀ। ਵੀ ਮਾਇਆ ਨੂੰ ਕਿਵੇਂ ਖਰਚ ਕਰੀਏ। ਹੁਣ ਜ਼ਿੰਮੇਵਾਰੀ ਸਾਡੀ ਹੋ ਗਈ, ਅਗਲਾ ਦੇ ਗਿਆ। ਜੇ ਗਲਤ ਤਰੀਕੇ ਨਾਲ ਕਿਤੇ ਚਲੀ ਗਈ, ਮੁੱਦੇ ਕਾਹਦੇ ਮਾਰ ਦਿੰਦੇ ਗੁਰੂ ਅਮਰਦਾਸ ਪੰਡਿਤ, ਵੀ ਜੇ ਇਕੱਠੀ ਹੋ ਗਈ ਕਿਸੇ ਦੀ ਬਿਰਤੀ ਖਰਾਬ ਕਰ ਦੂ। ਇਹ ਇਕੱਠੀ ਨੇ ਬਿਰਤੀ ਖਰਾਬ ਕੀਤੀ ਹੈ, ਗੁਰਦੁਆਰੇ ਨੇ ਕੀ ਕੀਤਾ ਹੋਇਆ। ਮਾਇਆ ਨਾਲ ਇਕੱਠੀ ਹੋਵੇ ਨਾ ਬਿਰਤੀ ਖਰਾਬ ਹੋਵੇ। ਜਿੱਥੇ ਮਾਇਆ ਇਕੱਠੀ ਹੋ ਬਿਰਤੀ ਖਰਾਬ ਕਰੂਗੀ। ਇਹਨੂੰ ਇਕੱਠੀ ਨਹੀਂ ਹੋਣ ਦੇਈਦਾ ਹੁੰਦਾ। ਇਕੱਠਾ ਕਿਤੇ ਪਾਣੀ ਕਰ ਲਓ, ਖਤਰਾ ਹੀ ਖਤਰਾ। ਭਾਖੜੇ ਦਾ ਪਾਣੀ ਇਕੱਠਾ ਕੰਮ ਜ਼ਰੂਰ ਦਿੰਦਾ, ਭਾਈ ਜੇ ਟੁੱਟ ਜਾ। ਜੇ ਬੈਂਕ 'ਚ ਪੈਸੇ ਇਕੱਠੇ ਨੇ, ਖਤਰਾ ਵੀ ਉੱਥੇ ਹੀ ਹੈ, ਡਾਕਾ ਵੀ ਉੱਥੇ ਪੈਂਦੇ ਨੇ। ਸਮਝਿਆ ਨਹੀਂ? ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਵੀ ਬਿਰਤੀ ਖਰਾਬ ਹੁੰਦੀ ਹੈ। ਇਹ ਮਾਇਆ ਬਿਰਤੀ ਖਰਾਬ ਕਰਦੀ ਹੁੰਦੀ ਹੈ। ਬਿਰਤੀ ਖਰਾਬ ਕਰਨ ਤੋਂ ਇਹਨੂੰ ਇੰਨੇ ਜੋਗੀ ਛੱਡੀਦਾ ਹੀ ਨਹੀਂ ਕਿ ਬਿਰਤੀ ਖਰਾਬ ਕਰ ਦੋ। ਸਮਝਿਆ? ਹਾਂ। ਕੁਕ੍ਰਿਤ ਹੰਤਾ। ਕੁਕ੍ਰਿਤੀ ਹੰਤਾ, ਕੁਕ੍ਰਿਤੀ ਪੈਦਾ ਹੀ ਨਹੀਂ ਹੋਵੇ ਉੱਥੇ ਹੀ, ਉਹੀ ਤਾਂ ਗੱਲ ਹੈ। ਕੁਕ੍ਰਿਤੀ ਪੈਦਾ ਹੋਊਗੀ ਜੇ ਬਿਰਤੀ, ਜੇ ਮਾਇਆ ਇਕੱਠੀ ਹੈ ਕੁਕ੍ਰਿਤੀ ਆਪੇ ਪੈਦਾ ਹੋਊਗੀ, ਦੇਖ ਕੇ ਹੀ ਪੈਦਾ ਹੋਊਗੀ। ਬਿਨ ਦੇਖੇ ਉਪਜੇ ਨਹੀਂ ਆਸਾ। ਉਹ ਜੇ ਸੋਨੇ ਦੀ ਕਹੀ ਸੀ ਤਾਂ ਹੀ ਕਿਸੇ ਦੇ ਦਿਮਾਗ 'ਚ ਆਇਆ ਵੀ ਉਰੇ ਪਰੇ ਕਰ ਲਈਏ। ਜੇ ਹੁੰਦੀ ਹੋਈ ਨਾ, ਜੇ ਸੋਨੇ ਦਾ ਤਸਲਾ ਹੋ ਕਿਸੇ ਦੇ ਦਿਮਾਗ 'ਚ ਆਏ ਤਾਂ ਹੀ ਆਊ। ਵੀ ਇਹਨੂੰ ਤਾਂਬੇ ਤੂੰਬੇ ਦਾ ਬਣਾ ਕੇ ਤੇ ਸੋਨੇ ਦੀ ਝਾਲ ਝਾੜ ਕੇ ਰੱਖ ਦਿਓ, ਤਸਲੇ ਬਦਲ ਲਓ। 5-4 ਸਾਲ ਬਾਅਦ ਆਪਾਂ ਹਟ ਜਾਣਾ, ਫਿਰ ਬਾਅਦ 'ਚ ਕੀ ਪਤਾ ਕਿਹਨੇ ਬਦਲੇ, ਕਦ ਬਦਲੇ। ਤਾਂ ਹੀ ਆਊ। ਜੇ ਹੋਣੇ ਨਾ, ਕਿਉਂ ਆਊ? ਕੁਕ੍ਰਿਤ ਹੰਤਾ। ਹਾਂ, ਕੁਕ੍ਰਿਤ ਹੰਤਾ ਤਾਂ ਹੈ ਕੱਲ ਨੂੰ ਕੁਕ੍ਰੀਤੀਆਂ ਪੈਦਾ ਨਾ ਹੋ ਜਾਣ ਸਾਡੇ ਧਰਮ ਦੇ ਵਿੱਚ। ਪਹਿਲਾਂ ਇਹ ਧਿਆਨ ਰੱਖ ਕੇ ਚੱਲਣਾ ਪਊਗਾ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਕੱਲ ਨੂੰ ਸਾਡੀ, ਇਹਨਾਂ ਨੂੰ ਜਿਹੜੇ ਜਾ ਰਹੇ ਨੇ, ਅਸੀਂ ਰਾਹ ਪਾਏ ਨੇ, ਇਹਨਾਂ ਨੂੰ ਰਾਹ ਤੋਂ ਹਟਾ ਦੇਣਗੀਆਂ।
ਇਹਨਾਂ 'ਚ ਦੁਫੇੜ ਪੈਦਾ ਹੋ ਜੂ, ਇਹਨਾਂ 'ਚ ਜਥੇਬੰਦੀ ਟੁੱਟ ਜੂ। ਜਦੋਂ ਇਹ ਪਲਾਨ ਬਣਿਆ ਸੀ ਗੁਰਦੁਆਰਿਆਂ ਦਾ, ਪੰਡਤ ਨੇ ਬਣਾਇਆ ਸੀ ਰਲ ਕੇ, ਸਨਾਤਨੀ ਸਿੱਖਾਂ ਨੇ, ਅਕਾਲੀ ਫੂਲਾ ਸਿੰਘ ਨੇ ਵਿਰੋਧ ਕੀਤਾ, ਮਤ ਕਰੋ ਇਹ ਕੰਮ। ਬ੍ਰਹਮ ਗਿਆਨੀਆਂ ਦੇ ਮੰਦਰ ਨਹੀਂ ਹੁੰਦੇ, ਅੱਜ ਤੱਕ ਦਿਖਾਓ ਕਿੱਥੇ ਨੇ। ਤੁਸੀਂ ਮੰਦਰ ਬਣਾ ਰਹੇ ਹੋ, ਤੁਸੀਂ ਤਾਂ ਡੋਬ ਰਹੇ ਹੋ ਧਰਮ ਨੂੰ। ਉਹ ਨਹੀਂ ਜੀ, ਉਹਨਾਂ ਦਾ ਨੈਟਵਰਕ ਹੈ, ਆਪਣਾ ਵੀ ਚਾਹੀਦਾ ਹੈ, ਥੋਂ ਤੋਂ ਪ੍ਰਚਾਰ ਹੈ, ਬੱਚੇ ਪੜ੍ਹਨਗੇ, ਇਹ ਹੋਊਗਾ ਉਹ ਹੋਊਗਾ। ਉਹ ਕਹਿੰਦੇ ਚੰਗਾ ਬਣਾ ਲਓ। ਜ਼ਿਆਦਾ ਸਿੱਖ ਹੋ ਗਏ ਨਾ ਸਨਾਤਨੀ, ਡੇਰੇ ਸੀ ਉਦਾਸੀਆਂ ਦੇ, ਉਹੇ ਜਿਹੇ ਇਹਨਾਂ ਨੇ ਇੱਥੇ ਬਣਾਤੇ ਡੇਰੇ। ਉਦਾਸੀ ਰਲ ਗਏ, ਧੀਰ ਮਲੀਏ ਰਲ ਗਏ, ਰਾਮ ਰਈਏ ਰਲ ਗਏ, ਰਾਜ ਤਾਂ ਉਹਨਾਂ ਦਾ ਹੋ ਗਿਆ। ਉਹ ਚੁੱਪ ਕਰ ਗਏ। ਫਿਰ ਉਹ ਬਣਾਤੇ ਗੁਰਦੁਆਰੇ, ਜ਼ਮੀਨਾਂ ਜਾਇਦਾਦਾਂ ਲਾਤੀਆਂ ਵੀ ਨਿਹੰਗ ਸਿੰਘਾਂ ਨੂੰ ਫਸਾ ਦਾਂਗੇ, ਵੀ ਜਿਹੜੀ ਮਾੜੀ ਮੋਟੀ ਇਹਨਾਂ ਕੋਲ ਹੈ, ਇਹਨਾਂ ਦੇ ਬਚੇ ਹੋਏ ਨੇ, ਬਿਰਤੀ ਇਹਨਾਂ ਦੀ ਚੰਗੀ ਹੈ, ਇਹ ਖਰਾਬ ਕਰਦੀ ਹੈ। ਕੁਕ੍ਰਿਤੀ ਕਰਨ ਵਾਸਤੇ ਕੀਤਾ ਸੀ ਇਹ। ਉਹਨਾਂ ਨੇ ਸਲਾਹ ਕੀਤੀ ਵੀ ਕਹਿੰਦੇ ਜੇ ਆ ਹੁਣ ਤੁਸੀਂ ਸਾਂਭੋ ਗੁਰਦੁਆਰੇ, ਕਹਿੰਦੇ ਅਸੀਂ ਨਹੀਂ ਸਾਂਭਣੇ। ਫਿਰ ਕਹਿੰਦੇ ਉਹਨਾਂ ਨੇ ਫਿਰ ਜਿਹੜੇ ਸਾਧ ਸੀ ਗੁਰੂ ਘਰ ਦੇ ਵਿੱਚ, ਉਦਾਸੀ ਦੇ ਵਿੱਚ, ਸੰਨਿਆਸੀਆਂ ਜਿਹੜੇ ਵਿੱਚੋਂ ਹੀ ਸੀ, ਉਹਨਾਂ ਨੂੰ ਸੰਭਾਲਤੇ, ਨਿਰਮਲਿਆਂ 'ਚ ਇਹਨਾਂ ਨੂੰ ਸੰਭਾਲਤੇ। ਇਹ ਕਰੋ ਭਾਈ ਤੁਸੀਂ, ਅਸੀਂ ਤੁਹਾਡੇ 'ਤੇ ਨਿਗਾਹ ਰੱਖਾਂਗੇ। ਜੱਫੇ ਗੁਰਦੁਆਰਾ ਐਕਟ ਬਣਾਇਆ, ਖਾਲਸਾ ਦਾ ਬਣ ਨਹੀਂ ਦਿੱਤਾ ਉਹਨਾਂ ਨੇ। ਕਹਿੰਦੇ ਐਕਟ ਤੁਸੀਂ ਬਣਾ ਲਓ, ਸਾਨੂੰ ਤਾਂ ਲੋੜ ਨਹੀਂ, ਅਸੀਂ ਤਾਂ ਨਿਗਾਹ ਹੀ ਪਹਿਲਾਂ ਰੱਖਦੇ ਤੇ ਨਿਗਾਹ ਹੀ ਹੁਣ ਰੱਖਾਂਗੇ। ਅਸੀਂ ਇਹਨਾਂ ਦੇ ਆਉਂਦੇ ਤੇ ਰਸਤ ਲੈਂਦੇ ਸੀ, ਰਸਤ ਅਸੀਂ ਫਿਰ ਵੀ ਲਵਾਂਗੇ। ਉਹ ਰਸਤ ਲਿਖੀ ਹੋਈ ਹੈ ਐਕਟ 'ਚ, ਮਾਲਕੀ ਦੀ ਰਸਤ ਹੈ, ਹੋਰ ਕੁਝ ਨਹੀਂ ਹੈ। ਉਹ ਲਿਖੀ ਹੋਈ ਹੈ ਐਕਟ ਦੇ ਵਿੱਚ, ਰਸਤ ਦੇਣਗੇ ਹੀ। ਰਸਤ ਕਿਵੇਂ ਨਹੀਂ ਦੇਣਗੇ? ਇਹਨਾਂ ਦੇ ਪਿਓ ਦੇ ਗੁਰਦੁਆਰੇ ਨੇ ਲੈ ਨਹੀਂ ਸੀ, ਪਰ ਪਤਾ ਸੀ ਵੀ ਇਹ ਬੇੜਾ ਗਰਕ ਹੋਊਗਾ। ਕੁਕ੍ਰਿਤੀ ਜਾਣ ਕੇ ਪੈਦਾ ਕੀਤੀ ਸੀ ਰਣਜੀਤ ਸਿੰਘ ਨੇ। ਅੱਜ ਭੋਗਦੇ ਨੇ ਸਾਰੇ ਹੀ। ਦੂਰ ਅੰਦੇਸ਼ੀ ਸੀ ਖਾਲਸੇ ਦੀ, ਉਹਨਾਂ ਨੇ ਕਿਹਾ ਅਸੀਂ ਗੁਰਦੁਆਰੇ ਨਹੀਂ ਲੈਣੇ। ਉਹ ਜਿਹੜੇ ਇੱਧਰਲੇ ਸੀ ਸਤਲੁਜ ਤੋਂ ਪਰੇ ਪਰੇ, ਉਹਦਾ ਰਹਿ ਗਏ ਇਹਨਾਂ ਕੋਲ, ਦੇਤੇ ਅਕਾਲੀ ਫੂਲਾ ਸਿੰਘ ਨੇ। ਜਿਹੜੇ ਸਤਲੁਜ ਤੋਂ ਇੱਧਰਲੇ ਇਹਨਾਂ ਨੇ ਜ਼ਮੀਨਾਂ ਲਾਈਆਂ ਸੀ, ਇਹਨਾਂ ਪਟਿਆਲੇ ਵਾਲੇ ਨੇ, ਰਿਆਸਤਾਂ ਨੇ, ਉਹ ਗੁਰਦੁਆਰੇ ਨਿਰਮਲਿਆਂ ਕੋਲ ਰਹਿ ਗਏ। ਉਹ ਬਾਅਦ 'ਚ ਨਿਹੰਗਾਂ ਸਿੰਘਾਂ ਕੋਲ ਆ ਗਏ ਕੁਛ ਗੁਰਦੁਆਰੇ। ਅੱਜ ਇਹਨਾਂ ਦਾ ਹੁਣ ਝਗੜਾ ਸੀ। ਅਜੇ ਤਾਂ ਕਹਿ ਦੀ ਛੱਡ ਦਿਓ, ਸਾਰੇ ਛੱਡ ਦਿਓ, ਚੰਗੇ ਰਹੋਗੇ। ਹੁਣ ਉਹ ਸਾਰੇ ਮਹੰਤਾਂ ਦੇ ਕਬਜ਼ੇ ਚਲੇ ਗਏ, ਹੁਣ ਇਹ ਪਿੱਟਦੇ ਨੇ, ਸਾਰੇ ਗਾਲ ਕੇ ਰੱਖਦੇ। ਗੋਲੀਆਂ ਤਾਂ ਹੀ ਚੱਲੀਆਂ ਨੇ ਇਹਨਾਂ ਦੀਆਂ। ਪਤਾ ਸੀ ਸਾਨੂੰ ਤਾਂ 50 ਸਾਲ ਪਹਿਲਾਂ ਵੀ ਇਹ ਕੰਮ ਹੋਊਗਾ। ਕੁਝ ਅਕਾਲੀਆਂ ਨੇ ਉਹਨਾਂ ਨੂੰ ਮਹੰਤ ਡਿਕਲੇਅਰ ਕਰਤਾ, ਕੇਸ ਚੱਲਿਆ, ਉਹ ਮਹੰਤ ਬਣ ਕੇ ਉਹਨਾਂ ਦੇ ਨਾਂ ਹੋ ਗਏ ਕਿ ਸਰਕਾਰਾਂ ਇਹਨਾਂ ਦੀਆਂ ਸੀ। ਇਹ ਜਾਣ ਬੁੱਝ ਕੇ ਇਹਨਾਂ ਨੇ ਸਭ ਕੁਝ ਕੀਤਾ। ਜਦ ਸੰਗਤ ਨੂੰ ਪਤਾ ਲੱਗੂਗਾ ਵੀ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਨਾ, ਜਿਹੜਾ 60 ਸਾਲ ਮੈਨੂੰ ਹੋ ਗਏ ਦੇਖਦੇ ਨੂੰ, ਕੁਛ ਪਿੱਛੇ ਸੁਣੀ ਹੋਈ ਹੈ, ਉਹ ਤਾਂ ਹਿਸਟਰੀ ਦਾ ਸਾਨੂੰ ਪਤਾ ਹੀ ਹੈ ਕਿੰਨਾ। 1925 ਦੀ ਗੱਲ ਹੈ ਸਾਰੀ, ਉਹ ਤਾਂ ਬਾਅਦ ਦੀ ਉਹ ਗੱਲ ਹੈ। 50 ਤੋਂ ਬਾਅਦ ਤਾਂ ਮੈਨੂੰ ਵੀ ਪਤਾ ਹੀ ਹੈ ਜੋ ਕੁਛ ਹੋ ਰਿਹਾ। 25 ਸਾਲ ਪਹਿਲਾਂ ਦੀ ਉਹ ਗੱਲ ਹੈ। ਗੁਰਦੁਆਰੇ ਸਾਰੇ ਵਿੱਚ ਹੀ ਸੀ ਜਿਹੜੇ ਦੱਸਦੇ ਹੁੰਦੇ ਸੀ ਸਾਨੂੰ, ਸਭ ਪਤਾ ਹੈ ਕੀ ਹੈ। ਇਹ ਹੁਣ ਕੰਬਦੇ ਨੇ ਥਰ ਥਰ, ਹਾਈ ਕੋਰਟ ਚਲੇ ਗਏ, ਸਭ ਧੜਾਮ ਹੋ ਜੂ ਇਹਨਾਂ ਦਾ ਐਕਟ। ਐਕਟ ਇਹ ਰੱਖਿਆ ਕੀ ਹੈ? ਕੁਛ ਨਹੀਂ ਇਹਦੇ ਵਿੱਚ। ਹਾਂਜੀ, ਕੁਕਿਰਤ ਹੰਤਾ, ਕੁਕ੍ਰਿਤ ਹੰਤਾ। ਕੁਕ੍ਰਿਤ ਕੀ ਹੈ ਗੁਰਦੁਆਰਿਆਂ 'ਚ ਹੋ ਰਹੀ? ਇਹਦੇ ਹੁਣ ਹਨਨ ਕਰਨ ਦੀ ਲੋੜ ਹੈ। ਜੇ ਇਹ ਹਨਨ ਨਹੀਂ ਕੀਤੀ ਤਾਂ ਧਰਮ ਹਨਨ ਹੋਇਆ ਹੋਇਆ ਹੀ ਹੈ। ਕੁਕ੍ਰਿਤੀ ਨੇ ਧਰਮ ਮਾਰਤਾ, ਖਤਮ ਕਰਤਾ। ਹੰਤਾ ਹੁੰਦਾ ਖਤਮ ਕਰਤਾ। ਜੇ ਧਰਮ ਹੈ ਨਹੀਂ ਅੰਮ੍ਰਿਤਸਰ, ਤਾਂ ਕੁਕ੍ਰਿਤੀਆਂ ਨੇ ਉੱਥੇ। ਉਹ ਕਿਰਤੀਆਂ ਨੇ ਜਿਹੜੀਆਂ ਕਿਰਤੀਆਂ ਗੁਰਮਤਿ ਤੋਂ ਖਿਲਾਫ ਨੇ, ਦੁਕ੍ਰਿਤੀਆਂ ਨੇ ਉੱਥੇ। ਦੁਰਮਤ ਦਾ ਪ੍ਰਭਾਵ ਹੈ, ਦੁਰਮਤ ਹਾਵੀ ਹੈ ਉੱਥੇ। ਜੇ ਦੁਰਮਤ ਤੇ ਗੁਰਮਤ ਹਾਵੀ ਨਾ ਹੋਈ
ਤਾਂ ਕੁਕ੍ਰਿਤੀਆਂ ਤੇ ਸੁਕ੍ਰਿਤੀਆਂ ਹਾਵੀ ਨਹੀਂ ਹੋ ਸਕਣੀਆਂ। ਇਹਦੇ ਹੋਏ ਬਿਨਾਂ ਧਰਮ ਨਹੀਂ ਬਚਣਾ। ਦੁਬਾਰਾ ਸੁਰਜੀਤ ਹੋਣਾ ਬਚਿਆ ਹੋਇਆ ਤਾਂ ਹੈ ਹੀ ਨਹੀਂ। ਔਰ ਇਹ ਚਾਹੇ ਤਾਂ ਆਪਣੇ ਆਪ ਕਰ ਲੈਣ, ਚਾਹੇ ਦੋ ਤਰੀਕੇ ਨੇ ਸਾਡੇ ਕੋਲ, ਡਾਂਗ ਨਾਲ ਕਰਾ ਦਈਏ ਜਾਂ ਕੋਰਟ ਅਦਾਲਤ ਤੋਂ ਕਰਾ ਦਈਏ। ਜੇ ਅਦਾਲਤ ਨੇ ਨਾ ਕੀਤਾ ਫਿਰ ਹਥਿਆਰਬੰਦ ਫੌਜਾਂ ਹੈਗੀਆਂ। ਅੱਗੇ ਕਿਹੜਾ ਇਹਨਾਂ ਨੇ ਹਾਈ ਕੋਰਟ ਤੇ ਹਾਰ ਗਏ ਤੇ ਅਸੀਂ 40 ਸਾਲ ਨਹੀਂ ਕਬਜ਼ਾ ਲੈ ਸਕੇ। ਸਰਕਾਰ ਕਹਿੰਦੀ ਅਸੀਂ ਕਬਜ਼ਾ ਨਹੀਂ ਦਵਾਉਂਦੇ। ਨਿਹੰਗ ਸਿੰਘ ਕਹਿੰਦੇ ਅਸੀਂ ਸਾਰੇ ਸ਼ਹੀਦ ਹੋ ਜਾਵਾਂਗੇ, ਆ ਜਾਓ ਸਰਕਾਰ ਵੀ ਆ ਜਾਵੇ। ਸਰਕਾਰ ਕਹਿੰਦੀ ਅਸੀਂ ਕਾਹਤੇ ਪੰਗਾ ਲਈਏ, ਕਬਜ਼ਾ ਨਹੀਂ ਦਵਾਇਆ, ਰਾਜੀਨਾਮਾ ਕੀਤਾ। ਕੁਛ ਨਹੀਂ ਕਰ ਸਕਦੇ। ਜਦੋਂ ਅਸੀਂ ਚਾਹਿਆ ਉਹਦੇ ਕਬਜ਼ਾ ਲੈ ਲਾਂਗੇ, ਲੈਣ ਜਾਣਦੇ ਹਾਂ ਅਸੀਂ। ਜਿੰਨਾ ਅੱਗੇ ਨਾ ਦਮ ਹੈ, ਜਿੰਨਾ ਕੁ ਸਰਕਾਰ ਦਾ ਮੈਂ ਪਤਾ ਕਿੰਨੇ ਕੁ ਆਦਮੀ ਮਰੇ ਸੀ ਉੱਥੇ। ਨਨਕਾਣੇ ਸਾਹਿਬ ਕਿੰਨੇ ਕੁ ਮਰੇ ਤੇ। ਇੱਕ ਗੁਰਦੁਆਰੇ 'ਚ ਅਟੈਕ ਹੋ ਗਿਆ, ਜੇ 200-400 ਆਦਮੀ ਮਰ ਵੀ ਗਏ ਫਿਰ ਕੀ ਹੋ ਜਾਊਗਾ? ਫਿਰ ਕੀ ਹੋ ਜਾਊਗਾ? ਕੱਖ ਵੀ ਨਹੀਂ ਰਹਿਣਾ ਇਹਨਾਂ ਦੇ ਪੱਲੇ। ਅਕਾਲੀਆਂ ਦੇ ਜੰਮ ਲੈਣਗੇ ਮੁੜ ਕੇ। ਉਹ ਪਹਿਲਾਂ ਤਾਂ ਇਹਨੇ ਲੜਨਾ ਹੀ ਨਹੀਂ। ਉਹ ਇਹਦਾ ਪਿੰਡ ਵਾਲਿਆ ਲੜੇ, ਉਹਦੇ ਕੋਲ 40 ਆਦਮੀ ਨਹੀਂ ਸੀ। ਸਾਰੇ ਕਿੰਨੇ ਆਦਮੀ ਸੀ ਉਹਦੇ ਕੋਲ? 40 ਵੀ ਆਦਮੀ ਨਹੀਂ ਸੀ ਉਹਦੇ ਨਾਲ। ਉਹਦੇ ਨਹੀਂ ਲੜੇ, ਨਹੀਂ ਲੜ ਜਾਓਗੇ ਹੁਣ। ਸੁਗਤੰ ਗੰਤਾ ਸੁਗਤੰ ਗੰਤਾ ਸੁਗਤਮ ਗੰਤਾ ਗਤ ਗਤ ਹੁੰਦੀ ਹੈ ਗਤੀ, ਗਤੀ ਹੁੰਦੀ ਹੈ। ਸੁਗਤੀ ਹੁੰਦੀ ਹੈ ਨਾਮ ਵੱਲ ਨੂੰ, ਦੁਰਗਤੀ ਹੁੰਦੀ ਹੈ ਨਰਕ ਵੱਲ ਨੂੰ। ਸੁਰਗ ਵੱਲ ਨੂੰ ਜਾਣਾ ਸੁਗਤੀ ਹੈ। ਸਮਝਿਆ ਨਹੀਂ? ਅੱਛੀ ਜਾਣਾ ਸੁਗਤੀ ਔਰ ਦੁਰਗਤੀ। ਦੁਰਗਤੀ ਦੂਰ ਕਰਦੀ ਹੈ ਸੱਚ ਤੋਂ, ਸੁਗਤੀ ਨੇੜੇ ਲੈ ਕੇ ਜਾਂਦੀ ਹੈ ਸੱਚ ਦੇ। ਸੱਚ ਵੱਲ ਨੂੰ ਜਦੋਂ ਬੁੱਧ ਜਾਂਦੀ ਹੈ, ਸੱਚ ਵੱਲ ਨੂੰ ਜਦੋਂ ਗਿਆਨ ਡਿਵੈਲਪਮੈਂਟ ਜਾਂਦੀ ਹੈ ਤਾਂ ਸੁਗਤੀ ਹੈ। ਜੇ ਸੱਚ ਤੋਂ ਦੂਰ ਨੂੰ ਜਾਂਦੇ ਹਾਂ ਅਸੀਂ, ਦੁਰਗਤੀ ਹੈ। ਸੱਚ ਤੋਂ ਦੂਰ ਨੂੰ ਜਾਣਾ ਇਹਨਾਂ ਨੇ ਤਾਂ ਦੁਰਗਤੀ ਤਾਂ ਹੋਈਓ ਪਈ ਹੈ ਸੱਚਖੰਡ ਵੱਲੋਂ। ਦੁਰਗਤੀ ਦਾ ਸੱਚਖੰਡ ਵੱਲੋਂ ਹੋਈਓ ਪਈ ਹੈ ਇਹਨਾਂ ਦੀ। ਦੁਰਗਤੀ 'ਚ ਹਾਰ ਹੁੰਦੀ ਹੈ, ਜਿੱਤੇ ਦੀ ਦੁਰਗਤੀ ਕਦੇ ਨਹੀਂ ਹੁੰਦੀ। ਜਿੱਤੇ ਦੀ ਦੁਰਗਤੀ ਨਹੀਂ ਹੁੰਦੀ, ਹਾਰੇ ਦੀ ਦੁਰਗਤੀ ਹੁੰਦੀ ਹੈ। ਡੈਫੀਨੇਟ ਹਾਰ ਹੈ ਇਹਨਾਂ ਦੀ। ਜ਼ੋਰ ਲਾਉਣ ਚਾਹੇ 10 ਸਿੰਘ ਚਲੇ ਜਾਣ, 10 ਛਡਾ ਦੇਣਗੇ ਇਹਨਾਂ ਦਾ ਕਬਜ਼ਾ। ਉਹ ਕਹਿੰਦੇ ਜਿਹੜੇ ਉਧਰ ਸੁੱਖਾ ਰਗੜਦੇ ਤੇ ਮੰਨਤਾਂ ਕਰਦੇ ਤੇ ਉਹਨਾਂ ਦੀ ਅਕਾਲ ਤਖਤ ਮੂਹਰੇ ਮਿੰਨਤਾਂ ਕਰਕੇ ਚਗਾਏ ਨੇ। ਇਹਨਾਂ ਨੂੰ ਪਤਾ ਜ਼ਮੀਨ ਨਹੀਂ ਇਹਨਾਂ ਦੇ ਥੱਲੇ ਹੈਗੀ। ਵਤਨ ਗੰਤਾ ਦਲਤੰ ਦਰੋਹੰ ਮਰਤੰ ਮੋਹੰ। ਹਾਂ, ਦਲਤੰ ਦਰੋਹੰ, ਜਿਹੜਾ ਧਰੋਹ ਕਰਨਾ ਨਾ ਕਿਸੇ ਨੂੰ, ਧਰੋਹ ਯਾਨੀ ਵਿਸ਼ਵਾਸਘਾਤ। ਅਕਾਲੀਆਂ ਤਾਂ ਵਿਸ਼ਵਾਸਘਾਤ ਕੁੱਟ-ਕੁੱਟ ਕੇ ਭਰਿਆ ਹੈ। ਵਿਸ਼ਵਾਸਘਾਤ ਦਾ ਨਾਸ਼ ਕਰਨ ਵਾਲਾ ਹੈ ਸੱਚ। ਦਲਤੰ ਦਰੋਹੰ, ਦਲਤੰ ਦਰੋਹੰ। ਦਰੋਹੰ ਜੇ ਦਲਤ ਨਾ ਕੀਤਾ ਗਿਆ, ਏਕਤਾ ਨਹੀਂ ਹੋ ਸਕਦੀ ਖਾਲਸੇ ਦੀ। ਇਹ ਵਿਚਾਰਧਾਰਾ ਸੱਚ ਦਲਤੰ ਦਰੋਹੰ, ਜਿਹੜਾ ਅਸੀਂ ਧਰੋਹ ਕਰਦੇ ਹਾਂ ਇੱਕ ਦੂਏ ਨਾਲ ਨਾ। ਧਰੋਹ ਸਿਆਸਤ ਧਰੋਹ ਦਾ ਦੂਆ ਨਾਂ ਹੈ। ਸਿਆਸਤ ਧਰੋਹ ਦਾ ਦੂਆ ਨਾਂ ਹੈ। ਵਿਸ਼ਵਾਸਘਾਤ ਕਰਨਾ, ਵਿਸ਼ਵਾਸਘਾਤ ਹੈ ਕੀਤਾ ਸੀ ਪਿੱਛੇ ਮੁਸ਼ਰਫ ਨੇ, ਜਿਹਨੇ ਉਹਨੂੰ ਬਣਾਇਆ ਫੌਜਾਂ ਦਾ ਜਨਰਲ, ਉਸ ਨੂੰ ਕਾਬੂ ਕੀਤਾ। ਇਹ ਵਿਸ਼ਵਾਸਘਾਤ ਕਰਦੇ ਹੁੰਦੇ ਨੇ। ਵਿਸ਼ਵਾਸਘਾਤ ਕੀਤਾ ਸੀ ਰਾਓ ਨੇ ਸੋਨੀਆ ਨਾਲ, ਛੱਡ ਕੇ ਘਰ ਚਲਿਆ ਗਿਆ ਨਰਸਿਮਹਾ ਰਾਓ। ਉਹਨੇ ਲਿਆ ਕੇ ਉਹਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਸਿਆਸਤ ਛੱਡ ਗਿਆ ਸੀ, ਉਹਦੇ ਨਾਲ ਵਿਸ਼ਵਾਸਘਾਤ ਕੀਤਾ। ਉਹ ਬਫੋਰ ਦੀਆਂ ਫਾਈਲਾਂ ਕੱਢ ਲਿਆ ਕਰੇ, ਇਸ ਨੂੰ ਪਰੇਸ਼ਾਨ ਕਰਨ ਲੱਗ ਗਿਆ ਸੀ। ਮਸਾਂ ਹਟਾਇਆ, ਦੋਹਾਂ ਨਾਲ ਰਲ ਗਿਆ ਸੀ। ਵਿਸ਼ਵਾਸਘਾਤ ਕੀਤਾ ਸੀ, ਪਰ ਨਹੀਂ ਕੀਤਾ ਜੇ ਵਿਸ਼ਵਾਸਘਾਤ
ਮਨਮੋਹਨ ਸਿੰਘ ਨੇ ਨਹੀਂ ਕੀਤਾ। ਅਸਲ 'ਚ ਇਸ ਕਰਕੇ ਕਹਿੰਦੇ ਨੇ ਲੋਕ ਸਭ ਤੋਂ ਇਮਾਨਦਾਰ ਆਦਮੀ ਵਿਸ਼ਵਾਸਘਾਤ ਕਰਨਾ, ਵਿਸ਼ਵਾਸਘਾਤ ਕਰਨਾ ਸਿਆਸਤ ਦਾ ਪਹਿਲਾ ਫੰਡਾ ਹੈ। ਸਿਆਸਤਦਾਨ ਹੀ ਨਹੀਂ ਜਿਹੜਾ ਵਿਸ਼ਵਾਸਘਾਤ ਨਾ ਕਰੇ, ਪਰ ਇਹ ਕਰਦਾ ਨਹੀਂ, ਇਹ ਕਰਦਾ ਨਹੀਂ। ਐਸਾ ਕੋਈ ਦੁਨੀਆ 'ਚ ਆਦਮੀ ਨਹੀਂ ਜੰਮਿਆ ਜਿਹਨੇ ਵਿਸ਼ਵਾਸਘਾਤ ਨਾ ਕੀਤਾ ਹੋਵੇ, ਇਹਨੇ ਨਹੀਂ ਕੀਤਾ। ਆ ਦੂਜੀ ਬਿਮਾਰੀ ਹੈ ਸਿੱਖ ਹੈ। ਤੀਜੀ ਬਿਮਾਰੀ ਕਾਂਗਰਸ ਦੇ ਪੈਦਾ ਹੋ ਗਿਆ, ਅਕਾਲੀਆਂ ਦੇ ਕੋਈ ਪੈਦਾ ਹੀ ਨਹੀਂ ਹੋਇਆ ਵਿਸ਼ਵਾਸਘਾਤ ਦੇ ਨਾਲ। ਕਿਉਂ ਨਹੀਂ ਹੋਇਆ? ਸਨ 1963 ਦੀ ਗੱਲ ਹੈ, 65 ਦੀ ਗੱਲ ਹੈ। ਮੈਂ ਕਿਹਾ ਸੀ ਬਈ ਤੁਸੀਂ ਸੰਖਿਆ ਖਾ ਲੈਂਦੇ ਹੋ, ਤੁਹਾਡੇ ਤੇ ਇਤਬਾਰ ਨਹੀਂ ਹੈ। ਕਾਂਗਰਸੀ ਵੀ ਕਰਪਟ ਨੇ ਪਰ ਫੀਮ ਖਾਂਦੇ ਨੇ। ਫੀਮ ਵਾਲੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਸੰਖੀਆ ਵਾਲੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਗੋਲਕ ਦੀ ਖਾ ਜਾਂਦੇ ਹੋ, ਤੁਹਾਨੂੰ ਸਰਕਾਰੀ ਪੈਸਾ ਤਾਂ ਫੀਮ ਹੈ। ਗੁਰੂ ਦੀ ਗੋਲਕ ਨਹੀਂ ਛੱਡਦੇ ਤੁਸੀਂ। ਸੰਖੀਆ ਉਹ ਤੁਹਾਨੂੰ ਨਸ਼ਾ ਫੀਮ ਨੇ ਤਾਂ ਕਰਨਾ ਹੀ ਨਹੀਂ। ਇਸ ਕਰਕੇ ਅਸੀਂ ਤੁਹਾਡੀ ਮਦਦ ਨਹੀਂ ਕਰਦੇ ਕਿ ਜਿਹੜੀ ਮਾੜੀ ਮੋਟੀ ਸਿੱਖੀ ਬਚੀ ਆ, ਲੋਕ ਨੇ ਜਿਹੜੇ ਮਾੜਾ ਮੋਟਾ ਦੇ ਦਿੰਦੇ ਨੇ ਨਾ, ਇਹਨਾਂ ਤੋਂ ਬਚ ਕੇ ਚਲਿਆ ਜਾਂਦਾ ਪਬਲਿਕ। ਕੋਈ ਚਲਿਆ ਤਾਂ ਜਾਊ, ਤੁਸੀਂ ਤਾਂ ਸਾਰਾ ਹੀ ਖਾਲ ਰੋਕ ਦੇਣਾ। ਔਰ ਜਿੱਦਣ ਦੀ ਜਨਤਾ ਪਾਰਟੀ ਆਈ ਹੈ, ਯਾਦ ਹੋਊ ਸਾਰਿਆਂ ਨੂੰ, ਕਰਪਸ਼ਨ ਉਧਰ ਤੇ ਵਧੀ ਹੈ। ਜਿੱਦਣ ਦੀ ਜਨਤਾ ਪਾਰਟੀ ਦਾ ਰਾਜ ਹੋਇਆ, ਸਾਰੀਆਂ ਪਾਰਟੀਆਂ ਦਾ, ਕਾਂਗਰਸ ਅੱਡ ਹੋਈ ਹੈ, ਕਰਪਸ਼ਨ ਉਦਣ ਤੇ ਇੱਕਦਮ ਸਪੀਡ ਫੜੀ ਹੈ ਉਧਰ ਤੇ। ਫਿਰ ਚਾਹੇ ਕਾਂਗਰਸ ਆ ਗਈ, ਔਰ ਕਾਂਗਰਸ ਨੇ ਦੂਜੀਆਂ ਪਾਰਟੀਆਂ ਨੂੰ ਘੱਟ ਕੀਤੀ ਹੈ ਕਰਪਸ਼ਨ। ਬਾਕੀ ਆਪੋਜੀਸ਼ਨ ਦੀਆਂ ਪਾਰਟੀਆਂ ਨੇ ਸਾਰੀਆਂ। ਕਾਂਗਰਸ ਦੀ ਸਰਕਾਰ ਜ਼ਰੂਰ ਹੈ, ਪਰ ਨਾਲ ਦੀਆਂ ਪਾਰਟੀਆਂ ਕਾਂਗਰਸ ਦੀਆਂ ਸਹਾਇਕ ਨੇ, ਕਾਂਗਰਸ ਦੀਆਂ ਸਿੱਧੀਆਂ ਨਹੀਂ ਹੈ ਪਾਰਟੀਆਂ। ਸਿੱਧੇ ਕਾਂਗਰਸੀ ਨਹੀਂ ਹੈ ਉਹ। ਇਹ ਨਹੀਂ ਗੱਲ ਕੋਈ ਕਹਿੰਦਾ। ਕਿਉਂ ਕਹੇ? ਉਹ ਤਾਂ ਆਪੋਜੀਸ਼ਨ ਨਾਲ ਸਰਕਾਰ ਨੂੰ ਗਾਲਾਂ ਕੱਢ ਕੇ ਪੈਦਾ ਹੋਏ ਹੋਏ ਨੇ। ਇਹਦੇ 'ਚ ਕਿਸੇ ਦੀ ਲੌਲ ਪੇਟ ਵਾਲੀ ਗੱਲ ਨਹੀਂ ਹੈ। ਗੱਲ ਜੋ ਸੱਚ ਹੈ, ਅਸੀਂ ਤਾਂ ਸੱਚ ਕਹਿਤੀ, ਅਸੀਂ ਕੀ ਲੈਣਾ ਸਿਆਸਤ ਤੇ। ਉਹ ਜੋ ਸੱਚ ਹੈ ਉਹ ਤਾਂ ਸੱਚ ਹੈ। ਰਾਜੇ ਸ਼ੀ ਮੁਕੱਦਮ ਕੁੱਤੇ ਕਹਿਣਾ ਪਊਗਾ ਜੋ ਦੀਦ ਹੈ। ਹਾਂਜੀ, ਦਲਤੰ ਦਰੋਹੰ, ਦਲਤੰ ਦਰੋਹਮ, ਜਿਹੜਾ ਧਰੋਹ ਹੈ ਸੰਸਾਰ ਦੇ ਲੋਕਾਂ ਦੇ ਮਨਾਂ ਵਿੱਚ, ਇਹ ਦਲਤ ਕਰਨਾ ਪਊਗਾ। ਤਾਂ ਇੱਕ ਦੂਏ ਨੂੰ ਮਾਰਨ ਤੇ ਹਟਣਗੇ, ਤਾਂ ਇਹਨਾਂ ਦਾ ਇੱਕ ਦੂਏ ਤੇ ਵਿਸ਼ਵਾਸ ਹੋਊਗਾ। ਨਹੀਂ ਤਾਂ ਐਟਮ ਬੰਬ, ਹਾਈਡਰੋਜਨ ਬੰਬ ਬਣਾਉਣਗੇ, ਮਰ ਜਾਣਗੇ ਲੜਕੇ। ਜੇ ਵਿਸ਼ਵਾਸ ਨਹੀਂ ਹੈ ਇੱਕ ਦੂਏ ਤੇ, ਮਰ ਜਾਣਗੇ ਲੜਕੇ ਸਾਰੀ ਦੁਨੀਆ। ਹੁਣ ਦੁਨੀਆ ਦੇ ਲੈਵਲ ਤੇ ਲੈਣ ਦੀ ਗੱਲ, ਦਰੋਹ ਸਾਰੇ ਸੰਸਾਰ ਦੇ ਅੰਦਰ ਜਿਹੜਾ ਹੈ ਖਤਮ ਹੋਣਾ ਚਾਹੀਦਾ ਹੈ। ਦਲਤਮ ਦਰੋਹੰ ਦਾ ਇਹ ਕਹਿ ਰਹੇ ਨੇ, ਜਨਰਲ ਗੱਲ ਕਰ ਰਹੇ ਨੇ। ਸੰਸਾਰ ਦੇ ਅੰਦਰ ਬੇਵਿਸ਼ਵਾਸੀ ਜਿਹੜੀ ਹੈ ਉਹ ਸੱਚ ਹੀ ਖਤਮ ਕਰ ਸਕਦਾ। ਜਿਹੜਾ ਧਰਮ ਇਹ ਖਤਮ ਕਰ ਦੂਗਾ ਉਹ ਦੁਨੀਆ ਨੂੰ ਸੁੱਖ ਦੇ ਸਕਦਾ, ਵਰਨਾ ਦੁਨੀਆ ਸੁਖੀ ਨਹੀਂ ਬਚ ਸਕਦੀ। ਦਲਤਮ ਦਰੋਹੰ ਮਲਤੰ ਮੋਹੰ, ਮੋਹ ਜਿਹੜਾ ਹੈਗਾ ਸਭ ਤੋਂ ਵੱਡਾ ਕਾਰਨ ਕਰਪਸ਼ਨ ਦਾ ਮੋਹ ਹੈ। ਮੈਂ ਆਪਣੇ ਜਵਾਕਾਂ ਨੂੰ ਦੇ ਜਾ, ਮੋਹ ਹੈ ਨਾ। ਮੈਂ ਲੁੱਟ ਕੇ ਪੈਸਾ ਜਵਾਕਾਂ ਨੂੰ ਦੇ ਜਾ। ਦਲਤ ਮਲਤੰ ਮੋਹ, ਮੋਹ ਨੂੰ ਵੀ ਮਿਟਾਉਣ ਵਾਲਾ ਹੈ। ਦੋ ਚੀਜ਼ਾਂ ਨੇ, ਦਰੋਹ ਔਰ ਮੋਹ। ਜੇ ਮੜੀਆ ਮੇਟ ਹੋ ਜਾਏ ਸਾਰਿਆਂ ਦੇ ਅੰਦਰੋਂ, ਸਾਰੇ ਭਾਈ ਭਾਈ ਨੇ, ਬਸ ਫਿਰ ਆਪਣਾ ਭਰਾ ਹੀ ਨਹੀਂ ਕੋਈ ਰਹਿੰਦਾ। ਦੋ ਲਫ਼ਜ਼ਾਂ ਦੇ ਵਿੱਚ ਗੱਲ ਮੁਕਾਤੀ, ਧਰੋਹ ਔਰ ਮੋਹ। ਜੇ ਦੋ ਮਿਟਾ ਦਈਏ, ਨਾ ਕੋਈ ਬੈਰੀ। ਅੱਗੇ ਅਸੀਂ ਕਹਿੰਦੇ ਸੀ ਵੀ ਬੈਰੀ ਬਗਾਨਾ ਹੋਣਾ ਨਹੀਂ ਚਾਹੀਦਾ, ਪਰ ਬਣੂਗਾ ਕਿਵੇਂ? ਅੱਜ ਜਵਾਬ ਇਹ ਆਇਆ, ਮਿਟੂਗਾ ਕਿਵੇਂ ਬੈਰੀ ਬਗਾਨਾ? ਅੱਜ ਜਵਾਬ ਇਹ ਆਇਆ ਵੀ ਇਹ ਅਵਸਥਾ ਪ੍ਰਾਪਤ ਕਿਵੇਂ ਹੋਊਗੀ? ਦਲਤੰ ਦਰੋਹੰ ਮਲਤੰ ਮੋਹੰ। ਜੇ ਮੋਹ ਔਰ ਧਰੋਹ ਨੂੰ ਮਾਰਦੀ ਹੈ ਅੰਦਰੋਂ, ਬਸ ਫਿਰ ਉਹ ਆਖਰੀ ਅਵਸਥਾ ਪੂਰੀ ਹੋ ਜਾਂਦੀ ਹੈ। ਨਾ ਕੋਈ ਬੈਰੀ, ਸਗਲ ਸੰਗ ਹਮਕੋ ਬਣਾਈ।
ਕਿਵੇਂ ਪੈਦਾ ਹੋਊਗੀ? 2 ਲਫ਼ਜ਼ਾਂ ਦਾ ਜਵਾਬ ਹੈ, ਸ਼ਾਰਟਕਟ ਹੈ ਬਿਲਕੁਲ। ਗੁਰਬਾਣੀ ਦਾ ਸਾਰਾ ਸਾਰ ਹੈ, ਸਾਰਾ ਜੇ ਗੁਰਬਾਣੀ ਨਹੀਂ ਪੜ੍ਹੀ ਇਹਦੀ ਸਾਰ ਦਾ ਨਹੀਂ ਪਤਾ ਲੱਗਦਾ ਹੁੰਦਾ, ਸਾਰ ਦਾ ਨਹੀਂ ਪਤਾ ਲੱਗਦਾ। ਹਾਂਜੀ, ਸਲਤਿਨ ਸਾਰੰ ਸੋ ਕ੍ਰਿਤ ਚਾਰੰ। ਸਲਤਿਨ ਸਾਰੰ, ਸਰਤਾ ਜਿਹੜੀ ਹੁੰਦੀ ਹੈ ਨਾ, ਨਦੀਆਂ ਹੁੰਦੀਆਂ ਨੇ ਜਿੰਨੀਆਂ, ਉਹ ਨਦੀ ਉਹਨੂੰ ਕਹਿੰਦੇ ਨੇ ਸਰਤਾ ਨੂੰ, ਜਿਹੜੀ ਕਿਸੇ ਹੋਰ ਦਰਿਆ ਜਾ ਕੇ ਮਿਲ ਜਵੇ ਜਾਂ ਫਿਰ ਰਾਹ ਦੇ ਵਿੱਚ ਹੀ ਖਤਮ ਹੋ ਜਵੇ, ਧਰਤੀ ਤੇ ਸੁੱਕ ਜਵੇ, ਸਮੁੰਦਰ ਤੱਕ ਨਾ ਪਹੁੰਚੇ, ਉਹਨੂੰ ਸਰਤਾ ਕਹਿੰਦੇ ਨੇ। ਸਮਝਿਆ ਨਹੀਂ? ਨਦੀ ਉਹਨੂੰ ਕਹਿੰਦੇ ਨੇ ਜਿਹੜੀ ਸਮੁੰਦਰ ਤੱਕ ਪਹੁੰਚੇ। ਹਿੰਦੀ ਦੀ ਗੱਲ ਹੈ ਭਾਸ਼ਾ, ਉਰਦੂ 'ਚ ਉਹਨੂੰ ਦਰਿਆ ਕਹਿੰਦੇ ਨੇ, ਨਦੀ ਨਦੀ। ਸਮਝਿਆ ਨਹੀਂ? ਇਹ ਸਰਤਾ ਹੈ, ਗੰਗਾ ਕੇ ਸੰਗ ਸਰਤਾ। ਇਹ ਸਰਤਾ, ਗੰਗਾ ਤਾਂ ਨਦੀ ਹੈ ਨਾ, ਸਰਤਾ ਆ ਕੇ ਗੰਗਾ ਸਮਾ ਗਈ। ਸਰਤਾ ਜਮ ਸਮਝ ਲੱਗੀ ਸਰਤਾ ਨਦੀ 'ਚ ਕੀ ਫਰਕ ਹੈ? ਜਿੰਨੀਆਂ ਵੀ ਮਨਮਤਾਂ ਨੇ ਸੰਸਾਰ ਦੀਆਂ ਮਨਮਤਾਂ ਨੇ, ਉਹਨਾਂ ਦਾ ਸਾਰ ਹੈ, ਸਾਰੀਆਂ ਦਾ ਅਸਾਰ ਹੈ ਉਹਨਾਂ ਦਾ। ਸਰਤਾ ਸਾਰੰ, ਸਾਰੀਆਂ ਹੀ ਸਮਾ ਸਕਦੀਆਂ ਨੇ ਇਹਦੇ ਵਿੱਚ, ਸਾਰੀਆਂ ਦਾ ਸਾਰ ਹੈਗਾ ਹੈ। ਜੇ ਦੁਨੀਆ ਨੇ ਚਾਹੀਦੀ ਹੈ, ਇੱਕ ਮੱਤ ਤਾਂ ਹੈਗੀ ਹੈ, ਜਿਹੜੀ ਅੱਜ ਸਵਾਲ ਹੈ ਉਹਦਾ ਜਵਾਬ ਆ ਗਿਆ। ਦੁਨੀਆ ਦੀਆਂ ਸਾਰੀਆਂ ਮੱਤਾਂ 'ਚ ਸਮਾ ਸਕਦੀਆਂ ਨੇ, ਕਿਸੇ ਨਾਲੇ ਦਾ ਕੋਈ ਭਰਮ ਭੇਦ ਨਹੀਂ। ਕਿਉਂ? ਕਾਹਦਾ ਆ ਸਰਤਾ ਸਾਰੰ? ਦਲਤੰ ਦਰੋਹਮ ਮਲਤਿਨ ਮੋਹੰ। ਮਲਤੰ ਮੋਹੰ, ਆਪਣਾ ਪਰਾਇਆ ਨਹੀਂ ਹੈ। ਜਦ ਆਪਣਾ ਪਰਾਇਆ ਨਹੀਂ ਹੈ, ਜਿਹੜਾ ਪਿੱਛੋਂ ਗੰਗਾ ਦਾ ਪਾਣੀ ਆ ਰਿਹਾ ਹੈ ਔਰ ਸਰਤਾ ਦਾ ਆ ਰਿਹਾ, ਦੋਏ ਬਰਾਬਰ ਨੇ, ਦੋਏ ਰਲ ਕੇ ਗੰਗਾ ਬਣ ਗਏ। ਜੇ ਉਹਦੇ 'ਚ ਭੇਦ ਹੈ ਵੀ ਆਹ ਬਈ ਉਧਰੋਂ ਆਇਆ ਹੈ, ਆਹ ਇੱਧਰੋਂ ਆਇਆ ਹੈ, ਨਾ ਨਾ ਨਾ, ਗੁਰਬਾਣੀ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਕੀ ਹੈ? ਸਰਤਾ ਸਾਰੰ। ਗੁਰੂ ਗ੍ਰੰਥ ਸਾਹਿਬ ਸਰਤਾ ਸਾਰੰ ਹੈ ਨਹੀਂ? ਕਿੰਨਿਆਂ ਦੀ ਬਾਣੀ ਹੈ? ਕਿੰਨੀਆਂ ਛੋਟੀਆਂ ਨਦੀਆਂ ਕਿੰਨੀਆਂ ਆਈਆਂ ਨੇ? ਸਾਰੀਆਂ ਇਕੱਠੀਆਂ ਹੀ ਨੇ। ਸਰਤਾ ਸਾਰੰ ਹੈ, ਹੋਰ ਕੀ ਹੈ? ਇੱਕ ਆਦਮੀ ਦੀ ਤਾਂ ਗੱਲ ਹੈ ਨਹੀਂ, ਫਿਰ ਸਾਰਿਆਂ ਦੀ ਵਿਚਾਰਧਾਰਾ ਇੱਕੋ ਹੀ ਹੈ। ਧਾਰਾ ਨੂੰ ਅਸੀਂ ਇਹ ਕਹਿੰਦੇ ਆ ਵੀ ਆ ਜੀ ਕੋਈ ਸ਼ਬਦ ਹੈ, ਘਟੀਆ ਆ, ਵਧੀਆ, ਇਹਦਾ ਰੰਗ ਹੈ, ਇਧਰਲੀ ਪਹਾੜੀ 'ਚੋਂ ਹੈ, ਇਧਰਲੀ ਪਹਾੜੀ 'ਚੋਂ ਹੈ, ਕੋਈ ਫਰਕ ਹੈ? ਆਹੀ ਗੱਲ ਹੈ, ਹੋਰ ਕੀ ਹੈ? ਸਰਤਾ ਸਾਰੰ, ਸਾਰ ਇੱਕੋ ਹੀ ਹੈ। ਸਾਰਿਆਂ ਨੇ ਮੱਤਾਂ ਨੇ ਜੋ ਗੱਲ ਕਹੀ ਹੈ, ਇਹੀ ਕਹੀ ਹੈ, ਉਹਨਾਂ ਤੇ ਪੂਰਾ ਸਵਾਲ ਹੱਲ ਨਹੀਂ ਹੋਇਆ। ਇਸੇ ਸਵਾਲ ਦੇ ਹੱਲ ਵਾਸਤੇ ਸਾਰੀਆਂ ਮੱਤਾਂ ਬਣੀਆਂ ਸੀਆਂ। ਕੋਈ ਕਿਤੋਂ ਗਲਤੀ ਖਾ ਗਿਆ, ਕੋਈ ਕਿਤੋਂ ਖਾ ਗਿਆ। ਆ ਪੂਰਾ ਹੱਲ ਹੈ ਸਾਰੀਆਂ ਮੱਤਾਂ ਦਾ ਹੀ, ਸਾਰੇ ਹੀ। ਸੋਕ੍ਰਿਤ ਚਾਰੰ। ਸੁਕ੍ਰਿਤ ਚਾਰੰ, ਔਰ ਉਹ ਸੁਕ੍ਰਿਤੀ ਹੈ, ਜਿਹੜੀ ਕ੍ਰਿਤੀ ਹੈ, ਜੋ ਸੋਚਦਾ ਹੈ, ਜੋ ਤੇ ਕਿਹਾ ਗਿਆ ਦਲਤੰ ਦਰੋਹੰ ਮਲਤਿਨ ਮੋਹੰ। ਇਹ ਉਹਦੇ ਆਚਰਣ 'ਚੋਂ ਪਤਾ ਲੱਗੇ ਵੀ ਰੋਜ਼ ਕਰ ਵੀ ਰਿਹਾ ਕਿ ਨਹੀਂ। ਆਚਰਣ 'ਚੋਂ ਪਤਾ ਲੱਗੂਗਾ ਕਿ ਮੋਹ ਨੂੰ ਮਲ ਰਿਹਾ ਕਿ ਨਹੀਂ, ਮੜਿਆ ਹੋਇਆ ਕਿ ਨਹੀਂ, ਕਿ ਮਨ ਹੋਰ ਮੁਖ ਹੋਰ ਹੈ। ਮਨ ਹੋਰ ਮੁਖ ਹੋਰ ਤਾਂ ਨਹੀਂ ਕਿਤੇ। ਹਾਂ, ਸੋਕ੍ਰਿਤ ਚਾਰੰ ਭਗਵੇ ਭੇਸੰ ਸੁਫਲੰ ਦੇਸੰ। ਭਗਵੇਂ ਭੇਸੰਗ, ਭੇਸ ਫਿਰ ਨਹੀਂ ਬਦਲਿਆ। ਦੇਸ ਉਸ ਦੇ ਵਿੱਚ ਆ ਜਿੱਥੇ ਫਲ ਸੁਫਲੰ ਦੇਸੰ, ਸ੍ਰੇਸ਼ਟ ਫਲ ਲੱਗਦੇ ਨੇ, ਨਾਮ ਦਾ ਫਲ ਲੱਗਦਾ ਜਿੱਥੇ। ਸੋ ਹਿਰਦ ਸਰਤਾ ਕੁਕਿਰਤ ਹਰਤਾ। ਸੋ ਹਿਰਦ ਸਰਤਾ, ਸਰਤਾ ਕਿਹੜੀ ਹੈ? ਵਿਚਾਰਧਾਰਾ ਕੀ ਹੈ? ਸੋ ਹਿਰਦਾ, ਸ਼ੁੱਧ ਹਿਰਦਾ। ਕੋਈ ਆ ਜਾਓ, ਕੋਈ ਲੈ ਜਾਓ, ਕੋਈ ਫਰਕ ਨਹੀਂ। ਕੋਈ ਨਾ ਆ ਜਾਓ ਆ ਕੇ
ਇਹ ਨਹੀਂ ਹੈ ਵੀ ਇਹ ਘਾਟਦਾ ਵੀ ਮੁਸਲਮਾਨ ਨਹੀਂ ਨਹਾ ਸਕਦੇ। ਇਹ ਤੇ ਹਰ ਕੀ ਪੌੜੀ ਤੇ ਪਹਿਲਾਂ ਸੰਤ ਨਹਾਉਣਗੇ। ਸੁਹਿਰਦ ਸਰਤਾ ਸੁਹਿਰਦ ਸਰਤਾ, ਉਹ ਸਰਤਾ ਵਿਚਾਰਧਾਰਾ ਸ਼ੁੱਧ ਹਿਰਦਾ। ਸ਼ੁੱਧ ਹਿਰਦੇ ਚੋਂ ਪ੍ਰਗਟ ਹੋਈ ਹੋਈ ਹੈ ਵਿਚਾਰਧਾਰਾ। ਇਹ ਜਿੰਨਾ ਚਿਰ ਸ਼ੁੱਧ ਹਿਰਦਾ ਨਹੀਂ ਇਹ ਵਿੱਚੋਂ ਪ੍ਰਗਟੇ ਨਹੀਂ ਹੋ ਸਕਦੀ। ਦੂਏ ਲਫ਼ਜ਼ਾਂ 'ਚ ਜੋ ਕੋਈ ਚਾਹੁੰਦਾ ਹੈ ਮੇਰੇ ਅੰਦਰੋਂ ਵਿਚਾਰ ਇਹੀ ਪ੍ਰਗਟ ਹੋਣ, ਹਿਰਦਾ ਸ਼ੁੱਧ ਪਹਿਲਾਂ ਕਰ ਲਵੇ। ਇਹ ਤਾਂ ਹੈ ਸਿੱਖਿਆ। ਪਰ ਗੁਰਮਤਿ ਦੀ ਵਿਚਾਰਧਾਰਾ ਹਿਰਦੇ ਸ਼ੁੱਧਾਂ 'ਚੋਂ ਹੀ ਆਈ ਹੋਈ ਹੈ। ਜਾ ਕਾ ਹਿਰਦਾ ਸ਼ੁੱਧ ਹੈ ਵਾ ਖੋਜ ਬਾਅਦ 'ਚ ਕਰੇ ਬਾਣੀ ਦੀ, ਪਹਿਲਾਂ ਹਿਰਦਾ ਸ਼ੁੱਧ ਕਰ ਲਵੇ। ਜੇ ਹਿਰਦੇ ਸ਼ੁੱਧ ਤੋਂ ਪਹਿਲਾਂ ਜਿਨ੍ਹਾਂ ਨੇ ਪੜ੍ਹਿਆ ਖੋਜਿਆ ਉਹ ਮਿਸ਼ਨਰੀ ਵਾਲੇ ਨੇ, ਉਹ ਸੰਤ ਨੇ। ਹਿਰਦਾ ਸ਼ੁੱਧ ਨਹੀਂ ਸੀ ਨਾ, ਜਾਂ ਹਿਰਦਾ ਸ਼ੁੱਧ ਨਹੀਂ, ਉਹ ਆਪਣੇ ਆਪਣੇ ਅਰਥ ਲਾਉਣਗੇ। ਉਹ ਫਿਰ ਸੰਤਾਂ ਦੇ ਅਰਥ ਆਪਣੇ ਆਪਣੇ ਹਿਸਾਬ ਦੇ ਲਾਉਣਗੇ। ਕੁਕਿਰਤ ਹਰਤਾ, ਕੁਕਿਰਤ ਹਰਤਾ। ਕੁਕਿਰਤ ਕੀ ਹੈ? ਕੁਕਿਰਤ ਭਾਣੇ ਤੋਂ ਉਲਟਾ ਚੱਲਣਾ, ਹੱਕ ਪਰਾਇਆ ਖਾਣਾ, ਹੱਕ ਪਰਾਇਆ ਨਾਨਕਾ, ਉਹ ਸੂਰ ਉਸਕਾਏ। ਇਹ ਕੁਕਿਰਤ ਹੈ। ਜੋ ਬੈਗੇ ਚੱਲਣਾ, ਉਹਦਾ ਹਰਨ ਕਰਨਾ। ਕੁਕਿਰਤ ਹਰਤਾ, ਬੈਗ ਨਹੀਂ ਜਾ ਸਕਦਾ। ਕੁਕਿਰਤ ਬੈਗ ਨਹੀਂ ਜਾਣ ਦਿੰਦੀ, ਪਿੱਛੇ ਨੂੰ ਨਹੀਂ ਮੁੜਨ ਦਿੰਦੀ, ਅੱਗੇ ਹੀ ਅੱਗੇ ਲੱਗ ਜਾਂਦੀ। ਕੁਕ੍ਰਿਤੀ ਕਰਦਾ ਹੀ ਨਹੀਂ ਮਨ। ਉਹ ਮਨ ਜਦ ਮਰਿਆ ਹੋਇਆ ਹੈ, ਉਹ ਸੱਪ ਡੰਗਦਾ ਜਾਂ ਮਾਰੂ ਜਾਂ ਜਿਉਂਦਾ ਹੋਵੇ, ਸੱਪ ਮਰ ਗਿਆ, ਡੰਗ ਉਹਨੇ ਸੁਆਹ ਮਾਰਨਾ। ਫਿਰ ਜ਼ਹਿਰ ਹੈ ਨਹੀਂ, ਉਹ ਖਾਣਾ ਪੀਣਾ ਹੀ ਬਦਲਿਆ ਹੋਇਆ। ਚਕ੍ਰਿਤ ਸੂਰਮ ਬੰਤਨ ਨੂਰਮ। ਸੂਰ ਨੇ ਜਿਹੜੇ ਚਕ੍ਰਿਤ, ਸੂਰੰਗ ਲਫ਼ਜ਼ ਵਰਤਿਆ, ਸੂਰ ਨਹੀਂ ਵਰਤਿਆ ਇੱਥੇ। ਪਹਿਲਾਂ ਸੂਰ ਵਰਤਿਆ, ਹੁਣ ਸੂਰੰਗ ਵਰਤਿਆ। ਚਕ੍ਰਿਤ ਸੂਰਮ, ਪਹਿਲਾਂ ਸੂਰ ਵਰਤਿਆ, ਕੱਲਾ ਸੂਰ ਵਰਤਾ, ਹੁਣ ਸੂਰੰਗ ਵਰਤਿਆ। ਇਹ ਸੰਸਾਰੀ ਸੂਰਮੇ ਨੇ। ਉਹ ਹੈਰਾਨ ਨੇ ਯਾਰ, ਕਿਸੇ ਨੂੰ ਸਮਝਦਾ ਕੁਝ ਨਹੀਂ ਹੈ। ਇਹ ਤਾਂ ਸਮਝਦਾ ਹੀ ਕੁਝ ਨਹੀਂ ਕਿਸੇ ਨੂੰ। ਉਹ ਚੱਕਰ ਤਾਂ ਨੇ ਵੀ ਨਾ ਰਾਜੇ ਦੀ ਭੈ। ਹੁਣ ਸੂਰਮੇ ਨੂੰ ਰਾਜੇ ਦੀ ਭੈ ਤਾਂ ਹੁੰਦੀ ਹੋਵੇ, ਇਹਦਾ ਰਾਜੇ ਦੀ ਭੈ ਵੀ ਨਹੀਂ ਬੰਦਾ। ਗੱਲ ਕੀ ਹੈ? ਉਹ ਆਪ ਹੈਰਾਨ ਨੇ ਵੀ ਜਿਹੜੀ ਬੋਲੀ ਬੋਲਦਾ ਨਿਰਭੈ ਵਾਲੀ, ਉਹ ਚੱਕਰਤ ਸੂਰੰਗ, ਚੱਕਰ 'ਚ ਪੈ ਗਏ ਉਹ ਵੀ। ਗੱਲ ਕੀ ਹੈ? ਇਹਦੇ ਪਿੱਛੇ ਕੀ ਬੋਲਦਾ ਹੈ? ਫੋਰਸ ਕੀ ਹੈ? ਰਾਜੇ ਕੋਲ ਫੌਜ ਹੈ, ਰਾਜੇ ਕੋਲ ਕਿਲਾ ਹੈ, ਰਾਜੇ ਕੋਲ ਖਜ਼ਾਨਾ ਹੈ, ਰਾਜੇ ਨਾਲ ਇੰਨੀ ਪਬਲਿਕ ਹੈ, ਪੜ੍ਹੇ ਲਿਖੇ ਦੇ ਖਰੀਦੇ ਹੋਏ ਨੇ। ਇਹਦੇ ਨਾਲ ਕਰਦੇ ਵੀ ਨਹੀਂ, ਨਾਨਕ ਦੇ ਕਰਦੇ ਵੀ ਖਿਲਾਫ ਨੇ। ਕੀ ਕਰਦਾ ਫਿਰਦਾ? ਚੱਕਰਤ ਸੂਰਮ, ਬੜੇ ਬੜੇ ਸੂਰਮੇ ਚੱਕਰ 'ਚ ਪੈ ਗਏ। ਭਾਸ਼ਾ ਜੋ ਨਿਰਭੈ ਬੋਲਦਾ। ਬੰਤਨ ਨੂਰਮ, ਆ ਜਿਹੜਾ ਨੂਰ ਹੈ, ਕੁਦਰਤੀ ਨੂਰ ਜਾਂ ਬਰਸਦਾ ਉੱਤੋਂ, ਉਹ ਤਾਂ ਬੋਲ ਵੀ ਨਹੀਂ ਸਕਦੇ। ਬੰਤਨ ਨੂਰਮ, ਭੈ 'ਚ ਨਹੀਂ ਬੋਲਦਾ ਨਾ। ਜਿਹੜਾ ਆਦਮੀ ਉੱਚੀ ਬੋਲਦਾ, ਅੰਦਰੋਂ ਡਰਦਾ, ਬੰਤਨ ਨੂਰੰਗ ਨਹੀਂ ਹੁੰਦਾ ਉਹਦੇ ਤੇ। ਉਹਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ, ਅੰਦਰ ਡਰ ਹੁੰਦਾ ਹੈ, ਬਾਹਰੋਂ ਬੋਲਦਾ ਹੁੰਦਾ ਹੈ। ਹਾਂ ਨਾ, ਉੱਚਾ ਵੀ ਬੋਲਦਾ ਹੈ, ਡਰਦਾ ਵੀ ਹੈ। ਫਿਰ ਨੂਰ ਨਹੀਂ ਹੁੰਦਾ ਚਿਹਰੇ ਤੇ, ਹਿਰਦੇ ਤੇ ਵਿਕਾਸ ਨਹੀਂ ਹੁੰਦਾ, ਖੁਸ਼ੀ ਨਹੀਂ ਹੁੰਦੀ ਹੈ ਬੋਲ ਕੇ। ਡਰ ਵੀ ਹੁੰਦਾ ਹੈ, ਬੋਲਦਾ ਵੀ ਹੈ, ਬੜਕ ਵੀ ਮਾਰਦਾ, ਮੋਕ ਵੀ ਮਾਰਦਾ, ਦੋਏ ਕੰਮ ਕਰਦਾ ਹੈ ਬਈ। ਹਾਂ, ਬੜਕਦਾ ਮਾਰਦਾ, ਬੋੜਦਾ ਨਹੀਂ। ਕਹਿੰਦਾ ਬੜਕਦਾ, ਕਹਿੰਦਾ ਜ਼ੋਰ ਹੈ, ਕਹਿੰਦਾ ਮੋਕ ਮਾਰਦਾ, ਕਹਿੰਦਾ ਬਾਹਮਣਾ ਤਾਂ ਛੱਡਿਆ ਹੋਇਆ, ਗਊ ਦਾ ਜਾਇਆ ਨਾ। ਸ਼ੇਰ ਵਾਲੀ ਬੜਕ ਮਾਰਦਾ,
ਪੰਤਨ ਨੂਰਨ ਸ਼ੇਰ ਵਾਲੀ ਬੜਕ ਮਾਰਦਾ। ਚੰਡੀ ਦੀ ਜਿਹੜਾ ਚੰਡੀ ਦਾ ਜਿਹੜਾ ਹੈ ਨਾ ਬਾਹਣ, ਉਹ ਸ਼ੇਰ ਹੈ। ਬੜਕ ਦਾ ਚੰਡੀ ਦੇ ਬਾਹਣ ਵਾਲੀ ਮਾਰਦਾ ਹੈਗਾ ਸ਼ਿਵਜੀ ਦਾ ਬਾਹਣ। ਗੱਲ ਇਹ ਹੈ, ਉਹ ਸ਼ਿਵਜੀ ਦਾ ਬਾਹਣ ਹੈ ਨਾ, ਜਿਹਦਾ ਬਲਦ ਬਲਦ ਸ਼ਿਵਜੀ ਦਾ ਨਾ, ਤੌਲੇ ਬਲਦ ਚੜਦਾ ਉਹ ਸ਼ਿਵਜੀ ਚੜਦਾ ਉਹਦੇ ਤੇ। ਬੜਕ ਮਾਰੇ ਤਾਂ ਭੋਗ ਵੀ ਮਾਰੂਗਾ ਇਹਨਾਂ ਨਾਲ। ਉਹ ਹੈ ਸ਼ਿਵਜੀ ਵਾਲਾ ਪ੍ਰਸੰਗ ਚੱਲਦਾ ਨਾ। ਏਕੰ ਜਪਤਿਯੰ ਜਦ ਚੌ ਚੜਦਾ, ਕਹਿੰਦੇ ਸੂਰਮੇ ਜਦ ਗੱਜਦੇ ਨੇ ਸਾਹਮਣੇ ਦੇਖ ਕੇ, ਸੂਰ ਕੀ ਸਨਮੁਖ ਰਣ ਤੇ ਡਰ ਪੈ। ਕਬੀਰ ਕੀ ਕਹਿੰਦੇ? ਸੂਰਮਾ ਕਾਹਦਾ? ਜਦ ਜੰਗ ਦਾ ਮੈਦਾਨ ਫੇਰ ਡਰੇ ਹੋ, ਫੇਰ ਘਬਰਾਵੇ। ਸੂਰ ਕੀ ਸਨਮੁਖ ਜੰਗ, ਸੂਰ ਤਾਂ ਜੰਗ ਭਾਲਦਾ ਹੁੰਦਾ, ਜੰਗ ਦੀ ਤਿਆਰੀ ਕਰੀ ਹੁੰਦੀ ਉਹਨੇ। ਸੂਰ ਕੀ ਸਨਮੁਖ ਰਣ ਤੇ ਡਰ ਪੈ, ਸਤੀ ਕੀ ਸਾਂਚੇ ਭਾਂਡੇ। ਉਹ ਤਾਂ ਭਾਂਡਿਆਂ ਦਾ ਫਿਕਰ ਉਹਨੂੰ ਤਾਂ ਸਤੀ ਨੂੰ। ਹੁਣ ਚੱਲੀਏ ਸਤੀ, ਧਿਆਨ ਭਾਂਡਿਆਂ 'ਚ। ਉਹ ਸਤੀ ਨਹੀਂ ਹੁਣ ਚੱਲੀ, ਡਰਾਮਾ ਕਰਦੀ ਆ। ਉਹ ਕਹਿੰਦੀ ਚੱਲ ਮੈਨੂੰ ਹਟਾ ਹਟੂ ਦੇਣਾ, ਰਾਜ ਮੰਨ, ਚੱਲ ਮੰਨ ਲਾਂਗੇ ਉੱਥੇ ਜਾ ਕੇ। ਜਾਂ ਜ਼ਿਆਦਾ ਪ੍ਰੈਸ ਕਰਨਗੇ, ਹਾਂ ਕਹਿ ਦੇਣਾ ਵੀ ਇਹ ਚੱਲ ਤੁਸੀਂ ਜ਼ਿਆਦਾ ਕਰਦੇ, ਚੱਲ ਥੋੜੇ ਕਰਕੇ ਮੈਂ ਮੰਨ ਲੈਂਦੀ ਹਾਂ। ਆਹ ਵੀ ਨਿਆਣਿਆਂ ਕਰਕੇ ਮੰਨ ਲੈਂਦੀ। ਏਕੰ ਜਪਤਿਯੰ ਏਕੰ ਥਪਤਿਯੰ। ਜਿਹਨੇ ਇੱਕ ਨੂੰ ਜਪਿਆ ਨਾ, ਇੱਕ ਨੂੰ, ਇੱਕ ਕੌਣ ਹੈ? ਇੱਕ ਸੱਚ। ਦੂਈ ਕੀ ਹੈ? ਦੂਆ ਝੂਠ ਮਾਇਆ, ਝੂਠੀ ਮਾਇਆ। ਜਿਹਨੇ ਏਕ ਨੂੰ ਜਪਿਆ, ਏਕਤਾ ਨੂੰ ਸਮਝਿਆ ਵੀ ਏਕਤਾ ਕਿਵੇਂ ਹੋਊ, ਏਕਤਾ ਨੂੰ ਜਾਣਿਆ, ਜੋਤ ਨੂੰ ਜਾਣਿਆ, ਉਹ ਇੱਕ ਹੋ ਕੇ ਥੱਪ ਗਿਆ, ਟਿਕ ਗਿਆ। ਏਕੰ ਥਪਤਿਯੰ ਇੱਕ ਹੋ ਕੇ ਟਿਕ ਗਿਆ। ਉਹ ਆਪ ਇੱਕ ਹੋ ਗਈ ਤਾਂ ਥੱਪ ਗਿਆ, ਟਿਕ ਗਿਆ। ਇੱਕ ਉਹਨੇ ਜਾਣ ਲਿਆ, ਆਪ ਹੀ ਇੱਕ ਹੋ ਗਿਆ, ਆਪ ਇੱਕ ਹੋ ਕੇ ਤੇ ਟਿਕ ਗਿਆ, ਥੱਪ ਗਿਆ।